ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਨੂੰ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਖਬਰ ਤੇ ਨਜ਼ਰ ਮੇਰੇ ਨਾਲ ਇਸ ਟਾਈਮ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰੋ, ਨੰਬਰ 408-272-2500 ਦੇ ਉੱਤੇ। ਇਸ ਟਾਈਮ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਹੈਲਥ ਇੰਸ਼ੋਰੈਂਸ ਭਰਨ ਦਾ ਅਤੇ ਰੀਨਿਊਅਲਸ ਦਾ ਜਿਹੜਾ ਸਮਾਂ ਚੱਲ ਰਿਹਾ ਆ, ਉਸ ਦੇ ਬਾਰੇ ਕਿਸੇ ਵੀ ਤਰੀਕੇ ਦਾ ਤੁਹਾਨੂੰ ਸਵਾਲ ਹੋਵੇ, ਤੁਸੀਂ ਇਨਫੋਰਮੇਸ਼ਨ ਲੈਣੀ ਹੋਵੇ, ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤੱਖਰ ਮੋਡੈਸਟੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਵੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਗੁਰਸਰੀ ਜੀ, ਇਸ ਤੋਂ ਪਹਿਲਾਂ ਆਪਾਂ ਜਿਹੜੀਆਂ ਆਪਣੀਆਂ ਖਬਰਾਂ ਦਾ ਸਿਲਸਿਲਾ ਸ਼ੁਰੂ ਕਰੀਏ, ਆਪਣੇ ਜਿਹੜੇ ਸਰੋਤਿਆਂ ਨੂੰ ਦੱਸਦੇ ਜਾਈਏ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਪੁਰਬ ਦੇ ਸੰਬੰਧ ਦੇ ਵਿੱਚ ਗੁਰਦੁਆਰਾ ਸਾਹਿਬ ਜਨਮ ਸਥਾਨ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਜਿਹੜੀ ਲਾਈਵ ਕਵਰੇਜ ਆ ਪੰਜਾਬੀ ਰੇਡੀਓ USA ਦੇ ਉੱਤੇ ਕੱਲ੍ਹ ਤੋਂ ਜਿਹੜੀ ਚੱਲ ਰਹੀ ਆ। ਅੱਜ ਵੀ ਇਸ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਦੁਬਾਰਾ ਤੁਹਾਨੂੰ ਆਪਾਂ ਉੱਥੇ ਜਿਹੜੇ ਜੀ ਆਪਣੇ ਸਰੋਤਿਆਂ ਨੂੰ ਲੈ ਚੱਲਾਂਗੇ, ਅਤੇ ਨਾਲ ਹੀ ਜਿਹੜਾ ਇਹ ਦੱਸਦੇ ਜਾਈਏ ਵੀ ਪੰਜਾਬੀ ਰੇਡੀਓ USA ਦੀ ਟੀਮ ਅੱਜ ਜਿਹੜਾ ਕਿ ਅਮਰੀਕਾ ਦਾ ਸਭ ਤੋਂ ਵੱਡਾ ਜਿਹੜਾ ਨਗਰ ਕੀਰਤਨ ਹੁੰਦਾ ਆ ਗੁਰਦੁਆਰਾ ਸਾਹਿਬ ਟਾਇਰਾਬਿਊਨਾ ਯੂਬਾ ਸਿਟੀ ਵਿਖੇ, ਉੱਥੇ ਜਿਹੜੀ ਪਹੁੰਚ ਜਾਵੇਗੀ। ਸੋ ਕੱਲ੍ਹ ਨੂੰ ਸ਼ਾਇਦ ਜਿਹੜਾ ਆਪਾਂ ਇਹ ਪ੍ਰੋਗਰਾਮ ਕਰ ਸਕੀਏ ਨਾ ਕਰ ਸਕੀਏ, ਇਸ ਦੇ ਬਾਰੇ ਅਜੇ ਪੱਕੀ ਤੁਹਾਨੂੰ ਆਪਣੇ ਸਰੋਤਿਆਂ ਨੂੰ ਰਿਪੋਰਟ ਨਹੀਂ ਕਹਿ ਨਹੀਂ ਸਕਦੇ, ਪਰ ਜੇ ਨਾ ਹੋਇਆ ਤਾਂ ਇਹਦਾ ਮਤਲਬ ਇਹ ਆ ਵੀ ਅਸੀਂ ਸਾਰੇ ਜਣੇ ਉੱਥੇ ਜਿਹੜੇ ਆ ਪਹੁੰਚੇ ਹੋਏ ਆ। ਸੋ ਜਿਹੜਾ ਜੀ ਪਹਿਲਾਂ ਤੁਹਾਨੂੰ ਇਤਲਾਹ ਕਰ ਰਹੇ ਹਾਂ ਆਪਣੇ ਸਰੋਤਿਆਂ ਨੂੰ। ਅਤੇ ਹੁਣ ਆਪਾਂ ਮਿੰਟੂ ਜੀ ਆਪਣੇ ਜਿਹੜੇ ਜੀ ਖਬਰਾਂ ਦੇ ਵੱਲ ਨਜ਼ਰ ਬਣਾਉਂਦੇ ਹਾਂ, ਦੇਖਦੇ ਹਾਂ ਵੀ ਕੀ ਚੱਲ ਰਿਹਾ ਪੰਜਾਬ ਭਾਰਤ ਦੇ ਵਿੱਚ। ਸੁਪਰੀਮ ਕੋਰਟ ਨੇ ਮਾਫੀ ਚਾਹੁੰਦਾ ਹੈ ਜੀ, ਜਿਹੜਾ ਹਰਿਆਣੇ ਦੇ ਵਿੱਚ ਜਿਹੜੀ ਲਿਖਤੀ ਕਾਰਵਾਈ ਜਿਹੜੀ ਆ ਪੁਲਿਸ ਦੀ ਪ੍ਰਸ਼ਾਸਨੀ ਜਿਹੜੀ ਕਾਰਵਾਈ, ਉਸ ਦੇ ਵਿੱਚੋਂ ਕਹਿੰਦੇ ਜਾਤ ਵਾਲਾ ਜਿਹੜਾ ਆ ਉਹ ਕਾਲਮ ਹਟਾਉਣ ਦੇ ਲਈ ਮਨਜ਼ੂਰੀ ਮਿਲ ਗਈ ਆ। ਦੇਖੋ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪੁਲਿਸ ਐਕਟ ਦੇ ਵਿੱਚ ਉਹੀ ਨੇ ਜਿਹੜੀਆਂ ਅੰਗਰੇਜ਼ਾਂ ਨੇ ਰੱਖੀਆਂ ਹੋਈਆਂ ਸੀਗੀਆਂ ਜੀ। ਤਾਂ ਇਹ ਇੱਕ ਜਿਹੜੀ ਖਾਨਿਆਂ ਵਿੱਚ ਜਾਤੀ ਵਿਵਸਥਾ ਤੈਅ ਕੀਤੀ ਗਈ ਹੈ ਪੁਲਿਸ ਐਕਟ ਦੇ ਵਿੱਚ। ਪੁਲਿਸੀ ਜਿਹੜੀਆਂ ਸਾਰੀਆਂ ਪੁਲਿਸੀ ਦਸਤਾਵੇਜ਼ੀ ਕਾਰਵਾਈਆਂ ਨੇ, ਉਹ ਸਾਰੀਆਂ ਦੀਆਂ ਸਾਰੀਆਂ ਤਕਰੀਬਨ ਇੱਕ ਖਾਨਾ ਰੱਖਦੀਆਂ ਉਹਨਾਂ ਦੇ ਵਿੱਚ ਜਿਨ੍ਹਾਂ 'ਚ ਜਾਤ ਲਿਖੀ ਜਾਂਦੀ ਹੈ। ਮਸਲਨ ਕੋਈ ਬੰਦਾ ਫੜਿਆ ਗਿਆ, ਉਹਦੇ ਤੇ FIR ਲੌਂਚ ਕੀਤੀ ਗਈ ਆ, ਦਰਜ ਕੀਤੀ ਗਈ ਆ, ਤਾਂ ਜਦੋਂ ਉਹ ਸਾਰਾ ਕਲੰਦਰਾ ਭਰਿਆ ਜਾਊਗਾ, ਕਲੰਦਰਾ ਕਹਿ ਦਿੰਦੇ ਆ ਉਸ ਸਾਰੇ ਕਾਰਵਾਈ ਨੂੰ, ਤਾਂ ਉਸ ਕਲੰਦਰੇ ਦੇ ਵਿੱਚ ਇੱਕ ਖਾਨਾ ਹੁੰਦਾ ਜਿਹਦੇ 'ਚ ਜਾਤ ਲਿਖੀ ਜਾਂਦੀ ਹੈ, ਮੁਲਜ਼ਮ ਦੀ ਜਾਤ ਲਿਖੀ ਜਾਂਦੀ ਹੈ ਜੀ। ਹੁੰਦਾ ਕੀ ਆ ਕਿ ਕਈ ਵਾਰ ਕੋਈ ਬੰਦਾ ਨੀਵੀਂ ਜਾਤ, ਵੈਸੇ ਨੀਵੀਂ ਉੱਚੀ ਕੋਈ ਜਾਤ ਨਹੀਂ, ਇੱਕੋ ਹੀ ਜਾਤ ਹੈ ਮਨੁੱਖ ਦਾ, ਪਰ ਜੋ ਵਰਗ ਵੰਡ ਹੋਇਆ ਹੋਇਆ ਉਹਦੇ ਅਨੁਸਾਰ ਮੈਂ ਬੋਲਦਾ ਪਿਆ। ਤੇ ਜਿਹੜੀ ਅਖੌਤੀ ਉੱਚੀ ਜਾਤ ਹੈ, ਕਈ ਵਾਰ ਨੀਵੀਂ ਜਾਤ ਦੇ ਮੁਲਜ਼ਮ ਨੂੰ ਉਥੋਂ ਗਾਲ ਕੱਢ ਕੇ ਬੋਲਦੀ ਹੈ ਕਿ ਫਲਾਣੇ ਤੂੰ ਫਲਾਣਿਆ ਇਹ ਕੰਮ ਕਰਦਾ। ਇਹ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉੱਥੇ ਆਮ ਵਾਪਰਦੀਆਂ, ਜਿਹੜੀਆਂ ਕਿ ਬਹੁਤ ਜ਼ਿਆਦਾ ਗਲਤ ਨੇ। ਸੋ ਇਹ ਪੰਜਾਬ ਦੇ ਵਿੱਚ ਵੀ ਆ, ਹਰਿਆਣੇ ਦੇ ਵਿੱਚ ਵੀ ਆ, ਖਾਸ ਤੌਰ ਤੇ ਇਹਨਾਂ ਦੋ ਰਾਜਾਂ ਦੇ ਵਿੱਚ ਇਹ ਚੀਜ਼ ਕਾਫੀ ਚਿਰ ਤੋਂ, ਲੰਮੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਆ ਕਿ ਇਹ ਸਭ ਕੁਛ ਹੈ ਜਿਹੜਾ ਹਟਾ ਦੇਣਾ ਚਾਹੀਦਾ। ਕਿਉਂਕਿ ਇੱਕ ਪਾਸੇ ਅਸੀਂ ਅੱਜ ਉਸ ਦੌਰ ਦੇ ਵਿੱਚ ਹਾਂ ਜਿੱਥੇ ਸਾਨੂੰ ਇਹ ਸਮਝ ਪੈਂਦਾ ਕਿ ਸਾਡੇ ਸਮੂਹਿਕ ਵਿਕਾਸ ਦੇ ਵਿੱਚ ਕਿਤੇ ਨਾ ਕਿਤੇ ਸਾਡੀ ਜਾਤੀ ਵਿਵਸਥਾ ਜਿਹੜੀ ਉਹ ਅੜਿੱਕਾ ਡਾਉਂਦੀ ਪਈ ਆ। ਦੂਜੇ ਪਾਸੇ ਪੁਲਿਸ ਐਕਟ ਦੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ FIR ਵਰਗੀਆਂ ਜ਼ਰੂਰੀ ਕਾਰਵਾਈਆਂ ਨੇ, ਉਹਨਾਂ ਦੇ ਵਿੱਚ ਵੀ ਜਾਤੀ ਵਿਵਸਥਾ ਜਿਹੜੀ ਉਹ ਤੈਅ ਕੀਤੀ ਗਈ ਹੈ। ਤਾਂ ਮਾਨਯੋਗ ਹਾਈ ਕੋਰਟ ਦੇ ਵਿੱਚ HC ਅਰੋੜਾ ਜਿਹੜੇ ਸਮਾਜ ਸੇਵੀ ਵੀ ਆ, ਵਕੀਲ ਵੀ ਆ, ਉਹਨਾਂ ਨੇ ਰਿਟ ਪਾਈ ਹੋਈ ਸੀਗੀ, ਕਾਫੀ ਲੰਮੇ ਸਮੇਂ ਤੋਂ ਉਹਦੀ ਸੁਣਵਾਈ ਚੱਲਦੀ ਪਈ ਆ। ਉਹਦੇ 'ਚ ਨੋਟਿਸ ਕੀਤਾ ਗਿਆ ਸੀਗਾ ਹਰਿਆਣਾ, ਚੰਡੀਗੜ੍ਹ ਤੇ ਪੰਜਾਬ ਨੂੰ। ਹਰਿਆਣੇ ਵਾਲਿਆਂ ਨੇ ਜਾ ਕੇ ਉੱਥੇ ਆਖਿਆ ਕਿ ਭਾਈ ਅਸੀਂ ਸਹਿਮਤ ਹਾਂ ਔਰ ਅਸੀਂ ਲਗਭਗ ਸਾਰਾ ਕੰਮ ਜਿਹੜਾ ਵਿੱਢ ਵੀ ਦਿੱਤਾ, ਅਸੀਂ ਸ਼ੁਰੂ ਵੀ ਕਰ ਦਿੱਤਾ, ਤਾਂ ਕੁਝ ਸਮੇਂ ਦੇ ਅੰਦਰ ਅੰਦਰ ਅਸੀਂ ਆਪਣੀ ਇਸ ਕਾਰਵਾਈ ਦੇ ਵਿੱਚ ਜਾਤੀ ਵਿਵਸਥਾ ਵਾਲਾ ਜਿਹੜਾ ਖਾਨਾ ਇਹਨੂੰ ਅਸੀਂ ਹਟਾ ਦੇਵਾਂਗੇ।
ਜੀ ਦੂਜੇ ਪਾਸੇ ਚੰਡੀਗੜ੍ਹ ਤੇ ਪੰਜਾਬ ਨੇ ਥੋੜਾ ਸਮਾਂ ਮੰਗਿਆ। ਇਹ ਕਹਿੰਦੇ ਆ ਕਿ ਸਾਨੂੰ ਸਮਾਂ ਦੇ ਦਿਓ। ਹੁਣ ਇਹਦੀ ਜਿਹੜੀ ਸੁਣਵਾਈ ਆ ਉਹ ਹੋਣੀ ਆ ਅੱਗੇ 14 ਦਸੰਬਰ ਨੂੰ। ਜੀ ਉਦੋਂ ਨੂੰ ਲੱਗਦਾ ਹੈ ਕਿ ਪੰਜਾਬ ਤੇ ਚੰਡੀਗੜ੍ਹ ਵੀ ਕੋਈ ਨਾ ਕੋਈ ਆਪਣਾ ਜਵਾਬ ਜ਼ਰੂਰ ਦੇਣਗੇ। ਮੇਰੇ ਖਿਆਲ ਦੇ ਨਾਲ ਦੇਖੋ, ਜਿੱਥੋਂ ਤੱਕ ਸਵਾਲ ਹੈ ਨਾ ਕਿ ਉਹ ਜਿਵੇਂ ਆਂਦੇ ਹੁੰਦੇ ਆ ਪੰਜਾਬੀ ਦੇ ਵਿੱਚ ਕਿ ਗੁਆਂਢੀ ਦਾ ਰੂਪ ਨਹੀਂ ਆਉਂਦਾ, ਗੁਆਂਢੀ ਤੋਂ ਅਕਲ ਆ ਜਾਂਦੀ ਆ। ਤਾਂ ਹਰਿਆਣੇ ਨੂੰ ਦੇਖ ਕੇ ਪੰਜਾਬ ਨੂੰ ਵੀ ਇਸ ਤਰ੍ਹਾਂ ਦਾ ਕਰ ਲੈਣਾ ਚਾਹੀਦਾ ਨਿਰਣਾ, ਜੀ ਕਿਉਂਕਿ ਮਹਾਰਾਸ਼ਟਰ ਤੋਂ ਜੇ ਸਿੱਖ ਕੇ ਇਹ ਮਕੋਕਾ ਤੋਂ ਹੁਣ ਪਕੋਕਾ ਲਿਆਉਣ ਜਾ ਰਹੇ ਆ, ਤਾਂ ਇਹ ਵੀ ਚੀਜ਼ ਜਿਹੜੀ ਜ਼ਰੂਰੀ ਆ ਮੇਰੇ ਖਿਆਲ ਦੇ ਨਾਲ ਕਰ ਲੈਣੀ ਚਾਹੀਦੀ ਆ। ਦੇਖੋ ਹੁਣ ਅੱਗੇ ਜਾ ਕੇ ਕੀ ਜਵਾਬ ਦਿੰਦੇ ਆ, ਪਰ ਹਰਿਆਣੇ ਨੂੰ ਇਸ ਮਾਮਲੇ 'ਚ ਸ਼ਾਬਾਸ਼ੀ ਦੇਣੀ ਬਣਦੀ ਆ ਕਿ ਉਹਨਾਂ ਨੇ ਬਹੁਤ ਜਲਦੀ ਨਿਰਣਾ ਕਰ ਲਿਆ ਕਿ ਅਸੀਂ ਆਪਣੀ ਪੁਲਸੀਆ ਕਾਰਵਾਈ ਦੇ ਵਿੱਚੋਂ ਇਹ ਜਾਤੀ ਵਿਵਸਥਾ ਵਾਲਾ ਜਿਹੜਾ ਖਾਨਾ ਉਹ ਹਟਾ ਦੇਵਾਂਗੇ। ਜੀ ਜੀ। ਤੇ ਮਿੰਟੂ ਜੀ, ਅਗਲੀ ਜਿਹੜੀ ਆਪਾਂ ਗੱਲ ਦੇ ਉੱਤੇ ਨਜ਼ਰ ਬਣਾਉਂਦੇ ਵੀ ਸੁਪਰੀਮ ਕੋਰਟ ਨੇ ਪੱਤਰ ਵਿਹਾਰ ਨਾਲ ਹਾਸਲ ਕੀਤੀ ਤਕਨੀਕੀ ਸਿੱਖਿਆ ਦੇ ਉੱਤੇ ਪਾਬੰਦੀ ਲਾਈ ਆ। ਦੇਖੋ, ਸਾਡੇ ਇੱਥੇ ਭਾਰਤ ਦੇ ਵਿੱਚ ਇਹ ਸਿੱਖਿਆ ਇੱਕ ਵਪਾਰ ਬਣਿਆ ਹੋਇਆ, ਔਰ ਪਿਛਲੇ 2-2.5 ਦਹਾਕੇ ਤੋਂ ਇਸ ਵਪਾਰ ਨੇ ਬਹੁਤ ਜ਼ਿਆਦਾ ਕਮਾਈ ਕੀਤੀ ਹੈ। ਬਿਲਕੁਲ, ਕੋਈ ਸ਼ੱਕ ਨਹੀਂ ਇਹਦੇ 'ਚ, ਕਿਉਂਕਿ ਸਰਕਾਰੀ ਸਿੱਖਿਆ ਵਿਵਸਥਾ ਜਿਹੜੀ ਉਹ ਬਦਹਾਲ ਹੋ ਗਈ ਹੈ, ਖੁਸ਼ਹਾਲ ਹੋ ਗਈ। ਜਿਹੜੀ ਖਾਸ ਤੌਰ ਤੇ ਨਿੱਜੀ ਸਿੱਖਿਆ ਦੁਕਾਨਦਾਰੀ ਹੈ, ਤਾਂ ਇਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਹੋਈਆਂ ਕਿ ਜਿੱਦਾਂ ਹੁਣ ਆਪਣੇ ਪੰਜਾਬ ਦੇ ਵਿੱਚ ਲਾ ਲਓ ਤੁਸੀਂ ਕਿ ਜਿਹੜੇ ਗਰੀਬ ਘਰਾਂ ਦੇ ਬੱਚੇ ਆ ਉਹ ਤਾਂ ਉਚੇਰੀ ਸਿੱਖਿਆ ਲਈ ਜਾਂਦੇ ਕੋਈ ਨਹੀਂ, ਪਰ ਫਿਰ ਵੀ ਬਾਵਜੂਦ ਧੜਾ ਧੜ ਇੱਥੇ ਯੂਨੀਵਰਸਿਟੀਆਂ ਖੋਲ੍ਹ ਦਿੱਤੀਆਂ ਗਈਆਂ, ਨਿੱਜੀ ਯੂਨੀਵਰਸਿਟੀਆਂ ਖੋਲ੍ਹ ਦਿੱਤੀਆਂ ਗਈਆਂ। ਯਾਨੀ ਜਿਹੜਾ ਛੋਟਾ ਵਰਗ ਹੈ ਉਹਦੇ ਬੱਚਿਆਂ ਲਈ ਤੇ ਕੋਈ ਪ੍ਰਬੰਧ ਨਹੀਂ ਕੀਤਾ ਗਿਆ, ਦੂਜਿਆਂ ਲਈ ਧੜਾ ਧੜ ਕਮਾਈ ਵਾਸਤੇ ਧੜਾ ਧੜ ਯੂਨੀਵਰਸਿਟੀਆਂ ਖੋਲ੍ਹ ਦਿੱਤੀਆਂ ਗਈਆਂ ਨੇ। ਸਾਡੇ ਇੱਥੇ ਮੇਰੇ ਖਿਆਲ ਦੇ ਨਾਲ 20 ਦੇ ਕਰੀਬ ਯੂਨੀਵਰਸਿਟੀਆਂ ਹੋ ਗਈਆਂ ਹੋਣੀਆਂ ਪੰਜਾਬ ਦੇ ਵਿੱਚ ਕੁੱਲ ਮਿਲਾ ਕੇ। ਸੋ ਇੱਥੇ ਹੁਣ ਇਹ ਜਿਹੜੀਆਂ ਯੂਨੀਵਰਸਿਟੀਆਂ ਨੇ, ਨਿੱਜੀ ਯੂਨੀਵਰਸਿਟੀਆਂ ਨੇ, ਉਹ ਘਰ ਬੈਠੇ ਵੀ ਡਿਗਰੀ ਪਹੁੰਚਾਉਣ ਦਾ ਕੰਮ ਕਰਦੀਆਂ ਜੀ। ਤੁਸੀਂ ਇੱਕ ਵਾਰੀ ਉਹਨਾਂ ਦੀ ਫੀਸ ਭਰ ਦਿਓ, ਤੁਹਾਨੂੰ ਕਿਤੇ ਜਾਣ ਆਉਣ ਦੀ ਲੋੜ ਨਹੀਂ। ਹੁਣ ਇਹਨਾਂ ਨੇ ਸੈਂਟਰ ਵੀ ਖੋਲ੍ਹੇ ਹੋਏ ਆ, ਮਸਲਨ ਜਿੱਦਾਂ ਬਠਿੰਡਾ ਇਲਾਕਾ ਆ ਗਿਆ ਜਾਂ ਪਟਿਆਲਾ ਇਲਾਕਾ ਆ ਗਿਆ, ਜਲੰਧਰ ਆ ਗਿਆ, ਉੱਥੇ ਇਹਨਾਂ ਨੇ ਸੈਂਟਰ ਖੋਲ੍ਹ ਦਿੱਤੇ ਹੁੰਦੇ। ਵੈਸੇ ਮੈਂ ਉਦਾਹਰਨ ਪੰਜਾਬ ਦੀ ਦੇ ਰਿਹਾ, ਓਵਰਆਲ ਇੰਡੀਆ ਦੀ ਗੱਲ ਕਰਦੇ ਹਾਂ, ਤਾਂ ਇਹਨਾਂ ਨੇ ਗਾਂ ਆਪਣੇ ਐਜੂਕੇਸ਼ਨਲ ਸੈਂਟਰ ਖੋਲ੍ਹੇ ਹੁੰਦੇ ਛੋਟੇ ਛੋਟੇ। ਉੱਥੇ ਹੀ ਤੁਸੀਂ ਫਾਰਮ ਭਰਦੇ, ਉੱਥੇ ਫੀਸ ਭਰਦੇ, ਤੁਹਾਨੂੰ ਯੂਨੀਵਰਸਿਟੀ 'ਚ ਜਾਣ ਦੀ ਲੋੜ ਹੀ ਨਹੀਂ। ਡਿਗਰੀ ਜਿਹੜੀ ਉੱਥੇ ਦੀ ਉੱਥੇ ਹੋ ਜਾਂਦੀ ਆ, ਉੱਥੇ ਉਹ ਪੇਪਰ ਕਰਵਾ ਲੈਂਦੇ ਆ। ਸੋ ਇਹ ਉੜੀਸਾ ਹਾਈ ਕੋਰਟ ਦੇ ਵਿੱਚ ਗਿਆ ਸੀਗਾ ਮਸਲਾ ਕਿ ਇਸ ਤਰ੍ਹਾਂ ਦੀ ਜਿਹੜੀ ਡਿਸਟੈਂਸ ਐਜੂਕੇਸ਼ਨ ਹੈ ਇਹਨੂੰ ਬੰਦ ਕੀਤਾ ਜਾਵੇ, ਖਾਸ ਤੌਰ ਤੇ ਜਿਹੜੀ ਤਕਨੀਕੀ ਸਿੱਖਿਆ। ਔਰ ਤਕਨੀਕੀ ਸਿੱਖਿਆ 'ਚ ਕੀ ਆਉਂਦਾ, ਕਈ ਵਾਰ ਅਸੀਂ ਦੁਬਿਧਾ ਦਾ ਸ਼ਿਕਾਰ ਹੋ ਜਾਂਦੇ। ਤਕਨੀਕੀ ਸਿੱਖਿਆ ਕੀ ਆ, ਇਹਦੇ 'ਚ ਇੰਜੀਨੀਅਰਿੰਗ ਆਉਂਦੀ ਹੈ, ਦੂਸਰਾ ਮੈਨੇਜਮੈਂਟ ਆਉਂਦਾ, ਤੀਸਰਾ ਮੈਡੀਕਲ ਜਿਹੜੀ ਆ ਬੀ ਫਾਰਮੇਸੀ ਜਾਂ ਡੀ ਫਾਰਮੇਸੀ ਵਗੈਰਾ, ਇਹ ਸਾਰੇ ਕੋਰਸਿਸ ਆਉਂਦੇ ਆ ਜਿਨ੍ਹਾਂ ਨੂੰ ਟੈਕਨੀਕਲ ਕੋਰਸ ਕਿਹਾ ਜਾਂਦਾ ਇੰਡੀਆ 'ਚ। ਤਾਂ ਉੜੀਸਾ ਹਾਈ ਕੋਰਟ ਨੇ ਕੀ ਕੀਤਾ ਸੀਗਾ ਕਿ ਪੱਤਰ ਵਿਹਾਰ ਸਿੱਖਿਆ ਨੂੰ ਜਾਇਜ਼ ਠਹਿਰਾ ਦਿੱਤਾ ਸੀਗਾ। ਉਹਨਾਂ ਕਿਹਾ ਕਿ ਠੀਕ ਆ, ਇਹ ਕੰਮ ਚੱਲਦੇ ਰਹਿਣਾ ਚਾਹੀਦਾ। ਫਿਰ ਉਸ ਫੈਸਲੇ ਨੂੰ ਗਾਂ ਸੁਪਰੀਮ ਕੋਰਟ ਦੇ ਵਿੱਚ ਆ ਕੇ ਚੈਲੰਜ ਕੀਤਾ ਗਿਆ। ਸੁਪਰੀਮ ਕੋਰਟ ਨੇ ਅੱਜ ਇਸ ਪੜ੍ਹਾਈ ਨੂੰ, ਯਾਨੀ ਇਹ ਤਕਨੀਕੀ ਸਿੱਖਿਆ ਦੀ ਜਿਹੜੀ ਪੱਤਰ ਵਿਹਾਰ ਵਾਲੀ ਪੜ੍ਹਾਈ ਆ, ਇਹਨੂੰ ਬਿਲਕੁਲ ਰੱਦ ਕਰ ਦਿੱਤਾ ਔਰ ਇਹਨੂੰ ਬੰਦ ਕਰਨ ਦਾ ਹੁਕਮ ਦੇ ਦਿੱਤਾ ਕਿ ਇਹਦੇ ਤੇ ਰੋਕ ਲਾ ਦਿੱਤੀ ਜਾਵੇ ਫੌਰੀ ਤੌਰ ਤੇ। ਔਰ ਜਿਹੜੇ ਮੈਂ ਤੁਹਾਨੂੰ ਸੈਂਟਰ ਦੱਸੇ ਆ ਕਿ ਜਿਹੜੇ ਡਿਸਟੈਂਸ ਐਜੂਕੇਸ਼ਨ ਵਾਲੇ ਸੈਂਟਰ ਬਣਾਏ ਹੋਏ ਸ਼ਹਿਰਾਂ 'ਚ ਛੋਟੇ ਛੋਟੇ, ਇਹ ਸੈਂਟਰ ਵੀ ਉਹਨਾਂ ਨੇ ਆਖਿਆ ਕਿ ਬੰਦ ਕਰ ਦਿਓ, ਇਹਨਾਂ ਤੇ ਵੀ ਤਾਲੇ ਲਮਕਾ ਦਿਓ। ਸੋ ਇਹ ਹੁਣ ਉੜੀਸਾ ਹਾਈ ਕੋਰਟ ਦਾ ਫੈਸਲਾ ਜਿਹੜਾ ਉਹ ਅੱਗੇ ਜਾ ਕੇ ਪਲਟ ਗਿਆ। ਵੈਸੇ ਤਰਕ ਦਿੱਤਾ ਗਿਆ ਕਿ ਦੇਖੋ, ਇੱਕ ਬੱਚਾ ਜਿਹੜਾ ਉਹ ਯੂਨੀਵਰਸਿਟੀ ਦੇ ਵਿੱਚ ਜਾ ਕੇ ਪ੍ਰੈਕਟੀਕਲੀ ਸਿੱਖਿਆ ਹਾਸਲ ਕਰਦਾ ਔਰ ਬਹੁਤ ਮਿਹਨਤ ਕਰਦਾ, ਇੱਕ ਬੰਦਾ ਘਰ 'ਚ ਹੀ ਬੈਠਾ ਔਰ ਫੀਸ ਭਰ ਕੇ ਉਹ ਪੇਪਰ ਵੀ ਉਹੋ ਜਿਹੇ ਜਗਾੜੂ ਢੰਗ ਨਾਲ ਜਾਂਦਾ, ਕਿਉਂਕਿ ਯੂਨੀਵਰਸਿਟੀ ਦਾ ਇੱਕ ਸੈਂਟਰ ਹੁੰਦਾ ਛੋਟਾ ਜਿਹਾ, ਉਹਦੇ 'ਚ ਹੀ ਬਿਠਾ ਕੇ ਪੇਪਰ ਕਰਵਾ ਦਿੰਦੇ ਆ ਜਾਂ ਕਰ ਲੈਂਦਾ ਵਿਦਿਆਰਥੀ, ਇੱਕੋ ਗੱਲ ਹੀ ਹੈ। ਸੋ ਇਹ ਇੱਕ ਤਰਕ ਦਿੱਤਾ ਗਿਆ ਕਿ ਇਹ ਉਸ ਬੰਦੇ ਨਾਲ, ਉਸ ਵਿਦਿਆਰਥੀ ਨਾਲ ਅਨਿਆਂ ਆ ਜੋ ਪ੍ਰੈਕਟੀਕਲੀ ਉੱਥੇ ਮਿਹਨਤ ਕਰਕੇ ਸਿੱਖਿਆ ਹਾਸਲ ਕਰਦਾ। ਇਸ ਤਰਕ ਦੇ ਨਾਲ ਸਹਿਮਤੀ ਦਿੰਦੇ ਆ ਸੁਪਰੀਮ ਕੋਰਟ ਨੇ ਹੁਣ ਇਸ ਤਰ੍ਹਾਂ ਦੇ ਪੱਤਰ ਵਿਹਾਰ ਵਾਲੀ ਸਿੱਖਿਆ ਤੇ ਰੋਕ ਲਾ ਦਿੱਤੀ ਆ। ਪਰ ਕਮਾਲ ਦੀ ਗੱਲ
ਤੁਹਾਨੂੰ ਇਹ ਦੱਸਾਂ ਕਿ ਜੀ ਅਸਲ ਦੇ ਵਿੱਚ ਇਹ ਕੰਮ ਸ਼ੁਰੂ ਹੋਇਆ ਸੀ ਪੰਜਾਬ ਤੋਂ। ਹੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਹਿਲੀ ਦਫਾ ਇਸ ਤਰ੍ਹਾਂ ਦੇ ਪੱਤਰ ਵਿਹਾਰ ਵਾਲੀਆਂ ਜਿਹੜੀਆਂ ਯੂਨੀਵਰਸਿਟੀਆਂ ਨੇ ਹੂੰ ਹੂੰ ਉਹਨਾਂ ਦੀਆਂ ਡਿਗਰੀਆਂ ਨੂੰ ਅਪ੍ਰਵਾਨ ਕੀਤਾ ਸੀਗਾ। ਹੂੰ ਆਪਣੇ ਯਾਦ ਹੈ ਨਾ ਜਿਹੜੇ 192 ਕਲਰਕ ਕੱਢ ਦਿੱਤੇ ਸੀ ਬਾਅਦ ਦੇ ਵਿੱਚ ਜੀ ਕਿ ਜੀ ਜਿਨ੍ਹਾਂ ਨੇ ਪੱਤਰ ਵਿਹਾਰ ਰਾਹੀਂ ਡਿਗਰੀਆਂ ਹਾਸਲ ਕੀਤੀਆਂ। ਸੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਸ਼ੁਰੂ ਹੋਇਆ ਕੰਮ ਜਿਹੜਾ ਉਹ ਅਖੀਰ ਸੁਪਰੀਮ ਕੋਰਟ ਨੇ ਉਹਦੇ ਤੇ ਮੋਹਰ ਲਾ ਦਿੱਤੀ ਹੈ। ਤੇ ਵੈਸੇ ਕਮਾਲ ਦੀ ਗੱਲ ਆ ਕਿ ਸ਼ੁਰੂਆਤ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਹੋਈ ਤੇ ਪੰਜਾਬ ਤੋਂ ਕੀਤੀ ਗਈ ਸ਼ੁਰੂਆਤ, ਪਰ ਇਸ ਹੁਕਮ ਨੂੰ ਸਭ ਤੋਂ ਪਹਿਲਾਂ ਜੇ ਤੋੜਿਆ ਤੇ ਉਹ ਵੀ ਪੰਜਾਬ ਸਰਕਾਰ ਨੇ ਤੋੜਿਆ ਬੇਅੰਤ ਸਿੰਘ ਦੇ ਪੋਤਰੇ ਨੂੰ ਨੌਕਰੀ ਦੇ ਕੇ, ਕਿਉਂਕਿ ਉਹਦੀ ਵੀ ਡਿਗਰੀ ਹੈ ਜਿਹੜੀ ਪੱਤਰ ਵਿਹਾਰ ਵਾਲੀ ਡਿਗਰੀ ਹੈ। ਜੀ 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 ਅਗਲੀ ਆਪਾਂ ਮਿੰਟੂ ਗੁਰਸਰੇ ਜੀ ਗੱਲ ਕਰਦੇ ਹਾਂ ਵੀ ਸਰਦ ਰੁੱਤ ਦਾ ਅਸੈਂਬਲੀ ਇਜਲਾਸ ਇਸ ਵਾਰ ਹੋ ਸਕਦਾ ਹੈ ਛੋਟਾ। ਦੇਖੋ ਛੋਟਾ ਹੀ ਹੋਣਾ। ਹੂੰ ਮੋਦੀ ਸਾਹਿਬ, ਅਮਿਤ ਸ਼ਾਹ ਸਾਹਿਬ, ਅਰੁਣ ਜੇਤਲੀ ਸਾਹਿਬ, ਸਾਰੇ ਹੀ ਸਾਹਿਬ ਹੈ ਜਿਹੜੇ ਉਹ ਅੱਜ ਕੱਲ ਹਿਮਾਚਲ ਭ੍ਰਮਣ ਤੇ ਲੱਗੇ ਹੋਏ ਆ। ਉਹਨਾਂ ਦੀ ਇੱਕ ਲੱਤ ਤੇ ਹਿਮਾਚਲ ਚ, ਦੂਸਰੀ ਗੁਜਰਾਤ ਚ ਆ ਜੀ। ਉੱਥੇ ਜਾਂਦੇ ਤੇ ਟੋਪੀ ਪਾ ਲੈਂਦੇ, ਹਿਮਾਚਲੀ ਟੋਪੀ ਪਾ ਲੈਂਦੇ। ਜੇ ਗੁਜਰਾਤ ਦੇ ਵਿੱਚ ਆਉਂਦੇ ਉੱਥੇ ਪਾਉਣ ਦੀ ਕੁਛ ਲੋੜ ਹੀ ਨਹੀਂ, ਕਿਉਂਕਿ ਉੱਥੇ ਲੋਕਾਂ ਨੂੰ ਉਹਨਾਂ ਕਾਫੀ ਲੰਮੇ ਸਮੇਂ ਤੋਂ ਟੋਪੀ ਆਪ ਹੀ ਪਾਈ ਹੋਈ ਆ ਜੀ ਸੋ ਇਹ ਦੇਖੋ ਇਜਲਾਸ ਜਿਹੜਾ ਸਰਦ ਰੁੱਤ ਦਾ ਬੜਾ ਮਹੱਤਵਪੂਰਨ ਇਜਲਾਸ ਹੁੰਦਾ ਹੈ, ਕਿਉਂਕਿ ਇਸ ਤੋਂ ਬਾਅਦ ਫਿਰ ਬਜਟ ਇਜਲਾਸ ਹੀ ਆ ਜਾਣਾ, ਮਤਲਬ ਕਿ ਸਾਲ ਦਾ ਅਖੀਰਲਾ ਹੀ ਮੰਨ ਲਓ, ਉਸ ਤੋਂ ਬਾਅਦ ਬਜਟ ਇਜਲਾਸ ਸ਼ੁਰੂ ਹੋ ਜਾਂਦਾ। ਹੁਣ ਐਤਕੀ ਚਰਚੇ ਇਸ ਗੱਲ ਦੇ ਆ ਕਿ ਇਹ ਜਿਹੜਾ ਸਰਦ ਰੁੱਤ ਦਾ ਸੈਸ਼ਨ ਆ ਇਹ ਬਹੁਤ ਛੋਟਾ ਹੋ ਸਕਦਾ। ਆਮ ਤੌਰ ਤੇ ਅਸੀਂ ਦੇਖਦੇ ਹੁੰਦੇ ਆ ਕਿ ਇਹ 15 ਨਵੰਬਰ ਦੇ ਆਸ-ਪਾਸ ਸ਼ੁਰੂ ਹੋ ਜਾਂਦਾ ਔਰ ਦਸੰਬਰ ਦੇ ਮੱਧ ਤੱਕ ਚਲੇ ਜਾਂਦਾ, ਕਈ ਵਾਰ ਮਹੀਨਾ ਇਹ ਸੈਸ਼ਨ ਚੱਲ ਜਾਂਦਾ ਆਮ ਤੌਰ ਤੇ। ਪਰ ਐਤਕੀ ਕੋਈ ਚਰਚਾ ਹੀ ਹੈ ਨਹੀਂ, ਕਿਉਂਕਿ ਨਵੰਬਰ ਤੇ ਚੜ ਗਿਆ ਗਾਲਿਬਨ, ਨਵੰਬਰ ਤੇ ਹੁਣ ਅੱਜ ਤੀਜੇ ਦਿਨ ਦੇ ਵਿੱਚ ਵੀ ਦਾਖਲ ਹੋ ਗਿਆ ਜੀ। ਸੋ ਹਾਲੇ ਤੱਕ ਕੋਈ ਵੀ ਇਹਨਾਂ ਨੇ ਤਰੀਕ ਨਹੀਂ ਅਨਾਉਂਸ ਕੀਤੀ। ਚਰਚੇ ਇਹ ਆ ਕਿ ਇਹ ਜਿਹੜਾ ਸੈਸ਼ਨ ਹੈ ਐਤਕੀ ਅਸੈਂਬਲੀ ਦਾ ਇਜਲਾਸ ਹੈ ਜਿਹੜਾ ਉਹ ਐਤਕੀ ਬਹੁਤ ਛੋਟਾ ਹੋ ਸਕਦਾ। ਤੇ ਚਰਚਾ ਤੇ ਇਹ ਵੀ ਆ ਕਿ ਐਤਕੀ ਇਹ ਮਹਿਜ਼ ਹੈ ਜਿਹੜਾ ਉਹ 10-15 ਦਿਨਾਂ ਦਾ ਇਜਲਾਸ ਹੋਏਗਾ, ਕਿਉਂਕਿ 9 ਤੇ 14 ਦਸੰਬਰ ਨੂੰ ਗੁਜਰਾਤ ਦੇ ਵਿੱਚ ਇਲੈਕਸ਼ਨ ਹੋਣਾ ਹੈ। ਸੋ ਇਹਦੋਂ ਪਹਿਲਾਂ ਇਹ ਕੋਸ਼ਿਸ਼ ਕਰਨਗੇ ਕਿ ਇਜਲਾਸ ਹੋ ਜਾਵੇ, ਜਾਂ ਫਿਰ ਇਸ ਤਰੀਕ ਤੋਂ ਬਾਅਦ ਜਦੋਂ ਨਤੀਜਾ ਆ ਜਾਏਗਾ 18 ਦਸੰਬਰ ਤੋਂ ਬਾਅਦ, ਪਰ ਉਦੋਂ ਤੱਕ ਲੇਟ ਹੋ ਜਾਣਗੇ। ਸੋ ਕੋਸ਼ਿਸ਼ ਕਰਨਗੇ ਕਿ ਪਹਿਲਾਂ ਇਹਨੂੰ ਨਿਪਟਾ ਲਿਆ ਜਾਵੇ। ਜੇ ਪਹਿਲਾਂ ਨਿਪਟਾਉਣਗੇ, ਕਿਉਂਕਿ ਇਹਦੇ 'ਚ ਹੁਣ ਦੇਖੋ ਗੁਜਰਾਤ ਚੋਣ ਤੋਂ ਪਹਿਲਾਂ ਹਿਮਾਚਲ ਦੀ ਚੋਣ ਵੀ ਆਉਣੀ ਆ ਜੀ। ਤਾਂ ਇਸ ਕਰਕੇ ਉਮੀਦ ਇਹ ਕੀਤੀ ਜਾ ਰਹੀ ਹੈ ਕਿ 20-21 ਨਵੰਬਰ ਦੇ ਆਸ-ਪਾਸ ਇਹ ਇਜਲਾਸ ਸੱਦਿਆ ਜਾਊਗਾ। ਤਾਂ ਇਹਦਾ ਮਤਲਬ ਆ ਕਿ ਅੱਗੇ 9 ਦਸੰਬਰ ਨੂੰ ਫਿਰ ਗੁਜਰਾਤ ਦਾ ਇਲੈਕਸ਼ਨ ਹੈ, ਯਾਨੀ 20-21 ਤੋਂ 9 ਦੇ ਵਿਚਾਲੇ ਇਹ ਇਜਲਾਸ ਸ਼ੁਰੂ ਹੋ ਕੇ ਖਤਮ ਵੀ ਹੋ ਜਾਊਗਾ। ਇਹਦੇ 'ਚ ਹੁਣ ਭਾਰਤੀ ਜਨਤਾ ਪਾਰਟੀ ਨੂੰ ਵੈਸੇ ਇਹ ਵੀ ਫਾਇਦਾ ਕਿ ਕਲੇਸ਼ ਘੱਟ ਪਊਗਾ, ਉੱਥੇ ਇਹਨਾਂ ਨੂੰ ਜਵਾਬ ਘੱਟ ਦੇਣੇ ਪੈਣਗੇ, ਕਿਉਂਕਿ ਐਤਕੀ ਮਸਲਾ ਇਹਨਾਂ ਲਈ ਕਾਫੀ ਗੰਭੀਰ ਹੋਣ ਜਾ ਰਿਹਾ ਸੀ, ਖਾਸ ਤੌਰ ਤੇ ਨੋਟਬੰਦੀ ਔਰ GST ਨੂੰ ਲੈ ਕੇ। GDP ਵੀ ਡਿੱਗੀ ਹੈ। ਸਾਰੇ ਇਹੋ ਜਿਹੇ ਸਵਾਲ ਹੈ ਜਿਨ੍ਹਾਂ ਦੇ ਜਵਾਬ ਇਹਨਾਂ ਦੇ ਕੋਲ ਪੂਰੀ ਤਰ੍ਹਾਂ ਹੈ ਨਹੀਂਗੇ ਜੀ। ਦੋ ਫਾਇਦੇ ਇਹਨਾਂ ਦੇ ਆ ਕਿ ਇੱਕ ਤੇ ਹੁਣ ਚੋਣ ਪ੍ਰਚਾਰ ਖੁੱਲਾ ਕਰ ਲੈਣਗੇ, ਦੂਸਰਾ ਉਹਨਾਂ ਸਵਾਲਾਂ ਦਾ ਘੱਟ ਸਾਹਮਣਾ ਕੀਤਾ ਜਾਊਗਾ। ਸੋ ਦੋ ਤਰ੍ਹਾਂ ਦੇ ਫਾਇਦੇ ਆ। ਉਹਦਾ ਫਾਇਦੇ ਹੀ ਫਾਇਦੇ ਆ, ਜਿਹੜਾ ਸੱਤਾ 'ਚ ਆ ਗਿਆ ਉਹਦੇ ਫਾਇਦੇ ਹੀ ਫਾਇਦੇ ਆ। ਦੇਖੋ ਚੋਣ ਕਮਿਸ਼ਨ ਨੇ ਕਿਸ ਤਰੀਕੇ ਦਾ ਰੋਲ ਅਦਾ ਕੀਤਾ ਸੀਗਾ, ਇਲੈਕਸ਼ਨ ਜਿਹੜਾ ਅਨਾਉਂਸ ਕੀਤਾ ਸੀ ਗੁਜਰਾਤ ਵਾਲਾ, ਬਹੁਤ ਪਛੜ ਕੇ ਕੀਤਾ ਬਿਲਕੁਲ। ਔਰ 12-13 ਦਿਨਾਂ ਦੇ ਵਿੱਚ ਇਹਨਾਂ ਨੇ 14,500 ਕਰੋੜ ਰੁਪਏ ਦੀਆਂ ਯੋਜਨਾਵਾਂ ਜਿਹੜੀਆਂ ਉਹ ਐਲਾਨ ਦਿੱਤੀਆਂ ਜਾ ਕੇ ਪੂਰਾ ਫਾਇਦਾ ਦਿੱਤਾ। ਬਹੁਤ ਕੁਛ ਹੈ ਜਿਹੜਾ ਐਤਕੀ ਭਾਰਤੀ ਜਨਤਾ ਪਾਰਟੀ ਉਲਟਾ ਪੁਲਟਾ ਕਰੀ ਜਾਂਦੀ ਹੈ। ਪਰ ਦੇਖੋ ਅਸੈਂਬਲੀ ਦਾ ਇਜਲਾਸ ਜਿਹੜਾ ਘਟ ਗਿਆ, ਪਹਿਲਾਂ ਹੀ ਸਾਡੇ ਇੱਥੇ ਅਸੈਂਬਲੀ 'ਚ ਕੰਮ ਕਿਹੜਾ ਹੁੰਦਾ ਹੈ, ਸਾਲ ਦੇ ਵਿੱਚ ਮਸੀਂ ਮੇਰੇ ਖਿਆਲ ਦੇ ਨਾਲ 90 ਦਿਨ ਵੀ ਨਹੀਂ ਕੰਮ ਚੱਲਦਾ ਹੀ ਨਹੀਂ ਕੰਮ। ਹੁਣ ਤੇ ਮੇਰੇ ਖਿਆਲ ਦੇ ਨਾਲ ਘੱਟ ਕੇ ਕੋਈ ਟਾਈਮ ਹੁੰਦਾ ਸੀ ਜਦੋਂ 150-200 ਦਿਨ ਵੀ ਸਾਲ ਦੇ ਵਿੱਚ ਇਜਲਾਸ ਚੱਲ ਜਾਂਦਾ ਸੀਗਾ ਭਾਰਤ 'ਚ। ਅੱਜ ਤੇ ਇਹ 30-40 ਦਿਨ ਵੀ ਸਾਲ ਦੇ ਵਿੱਚ ਢੰਗ ਨਾਲ ਨਹੀਂ ਚੱਲਦਾ ਪਿਆ। ਸੋ ਇਹਨਾਂ ਨੂੰ ਫਿਰ ਸੰਸਦਾਂ ਨੂੰ ਅਸੀਂ ਕੋਈ ਸ਼ੋਅ ਪੀਸ ਦੇ ਵਿੱਚ ਸਜਾ ਕੇ ਰੱਖਣ ਲਈ ਥੋੜ੍ਹੀ ਚੁਣਿਆ, ਜੇ ਇਹਨਾਂ ਨੇ ਇੱਥੇ ਜਾ ਕੇ ਕੰਮ ਹੀ ਨਹੀਂ ਕਰਨਾ। ਇਜਲਾਸ ਹੀ ਤਾਂ ਹੈ ਇੱਕ ਭਾਰਤ ਲਈ, ਭਾਰਤ ਦੇ ਲੋਕਾਂ ਲਈ ਉਮੀਦ ਕਿ ਉੱਥੇ ਕੁਛ ਨਾ ਕੁਛ ਉਹਨਾਂ ਦੇ ਫਾਇਦੇ ਦੀ, ਕੁਛ ਨਾ ਕੁਛ ਉਹਨਾਂ ਦੇ ਭਵਿੱਖ ਦੀ ਗੱਲ ਕੀਤੀ ਜਾਊਗੀ। ਸੋ ਇਹ ਹੋਰ ਸੁੰਗੜ ਗਿਆ ਕੰਮ। ਤੇ ਪਹਿਲਾਂ ਹੀ ਅਸੈਂਬਲੀ ਦੇ ਵਿੱਚ ਘੱਟ ਹੁੰਦਾ, ਜੂਤ ਪਲਾਂਗ ਗਾਲੋ ਗਾਲੀ, ਉਸ ਮਿਹਣੋ ਮਿਹਣੀ, ਉਹ ਸਭ ਕੁਝ ਜ਼ਿਆਦਾ ਹੁੰਦਾ ਹੈ।
ਉਹ ਇਹ ਹੋਰ ਜਿਹੜਾ ਸੁੰਗੜ ਜਾਣਾ ਇਜਲਾਸ, ਇਹ ਮੇਰੇ ਖਿਆਲ ਦੇ ਨਾਲ ਲੋਕਤੰਤਰ ਦੇ ਹਿੱਤਕਾਰੀ ਨਹੀਂ ਹੈ। ਉੱਦਾਂ ਅੱਜ ਕੱਲ੍ਹ ਲੋਕਤੰਤਰ ਦੇ ਹਿੱਤਕਾਰੀ ਚੀਜ਼ਾਂ ਘੱਟ ਹੀ ਵਾਪਰਦੀਆਂ ਪਈਆਂ। ਹੁਣ ਦੂਜੀ ਚੀਜ਼ ਜਿਹੜੀ ਅਸੀਂ ਦੇਖਾਂਗੇ ਕਿ ਭਾਰਤੀ ਜਨਤਾ ਪਾਰਟੀ ਵਾਲੇ ਠੀਕ ਹੈ ਕਿ ਆਪਣਾ ਦਾਅ ਲਾ ਰਹੇ ਆ ਜੀ, ਇਸ ਦਾਅ ਦੇ ਦਰਮਿਆਨ ਅੱਗੋਂ ਜਿਹੜੀ ਓਪੋਜੀਸ਼ਨ ਹੈ ਉਹ ਕਿੰਨਾ ਕੁ ਰੌਲਾ ਪਾਉਂਦੀ ਹੈ। ਕੀ ਉਹ ਚਾਹੁੰਦੇ ਆ ਕਿ ਭਾਈ ਇਹ ਜਿਹੜਾ ਇਜਲਾਸ ਹੈ ਖੁੱਲਾ ਰੱਖਿਆ ਜਾਵੇ, ਜਾਂ ਉਹ ਵੀ ਚਾਹੁੰਦੇ ਆ ਕਿ ਕੀ ਕਰਨ ਉੱਥੇ ਐਵੇਂ ਘਰ ਤੋਂ ਦੂਰ ਰਵਾਂਗੇ, ਜਿਹੜੇ ਜਿੰਨਾ ਛੇਤੀ ਨਿਬੜਦਾ ਕੰਮ ਉਹ ਨਿਬੇੜ ਲੈਣਾ ਚਾਹੀਦਾ। ਵੈਸੇ ਇੱਕ ਚੀਜ਼ ਤੁਹਾਨੂੰ ਹੋਰ ਵੀ ਦੱਸਾਂ ਬੜੀ ਦਿਲਚਸਪ ਹੈ, ਅੱਜ ਗੁਜਰਾਤ ਚੋਣਾਂ ਤੋਂ ਚੇਤਾ ਆ ਗਿਆ, ਜੀ, ਜੀ। ਦੱਸਦੇ ਉੱਥੇ 3500 ਵੀਵੀਪੈਟ ਮਸ਼ੀਨਾਂ ਹੀ ਖਰਾਬ ਹੋ ਗਈਆਂ ਜਾਂ ਗੜਬੜ ਕੋਈ ਹੋਈ ਆ। ਵੀਵੀਪੈਟ ਮਸ਼ੀਨਾਂ ਦਾ ਖਰਾਬ ਹੋ ਜਾਣਾ ਸਾਰੇ ਦੇਸ਼ ਨੂੰ ਸਖਤੇ 'ਚ ਪਾ ਗਿਆ। ਤੇ ਕਮਾਲ ਦੀ ਗੱਲ ਹੈ ਕਿ ਵੀਵੀਪੈਟ ਮਸ਼ੀਨਾਂ ਤੇ ਹੁਣੇ ਹੀ ਆਈਆਂ ਸਨ, ਉਹਨਾਂ ਦੀ ਤੇ ਵਰਤੋਂ ਵੀ ਕੋਈ ਬਹੁਤੀ ਨਹੀਂ ਹੋਈ, ਤੇ ਇਹ 3500 ਮਸ਼ੀਨ ਇੱਕਦਮ ਗੜਬੜ ਦਾ ਸ਼ਿਕਾਰ ਹੋ ਜਾਵੇ, ਲੋਕੀ ਹੈਰਾਨ ਆ। ਵੈਸੇ ਅੱਜ ਕੱਲ ਲੋਕੀ ਹੈਰਾਨ ਵੀ ਆ, ਪਰੇਸ਼ਾਨ ਵੀ ਜ਼ਿਆਦਾ, ਕਿਉਂਕਿ ਇਸ ਘਮਸਾਣ ਦੇ ਵਿੱਚ ਸਮਝ ਨਹੀਂ ਆਉਂਦੀ ਪਈ ਕਿ ਉਹ ਕਿੱਧਰ ਜਾਣ, ਨਾ ਇੱਧਰ ਜਾ ਸਕਦੇ ਨਾ ਉੱਧਰ ਜਾ ਸਕਦੇ, ਕਿਉਂਕਿ ਦੋਏ ਹੱਥ ਉਹਨਾਂ ਨੇ ਅਜਮਾਏ ਹੋਇਆ। ਸਮਝ ਨਹੀਂ ਲੱਗਦੀ, ਲੋਕ ਭੰਬਲ ਭੂਸੇ 'ਚ ਪਏ ਕਿ ਉਹਨਾਂ ਦੇ ਨਾਲ ਹੋ ਕੀ ਰਿਹਾ। ਜੀ ਬਿਲਕੁਲ ਜੀ, 3500 ਇਕੱਠੀਆਂ ਦੇ ਉੱਤੇ ਲੱਗੇ ਹੋਣੇ ਕੁਝ ਕਰਨ ਟਰਾਈ, ਜਿਹੜਾ ਬਾਅਦ ਦੇ ਵਿੱਚ ਕਿਸੇ ਨੂੰ ਫਾਇਦਾ ਪਹੁੰਚਾਵੇ ਤੇ ਕੰਮ ਜ਼ਿਆਦਾ ਹੀ ਕੰਮ ਖਰਾਬ ਕਰਕੇ ਆਉਣੇ ਆ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਬੱਬੇ ਹਾਲੀ ਹਮਲਾ ਮਾਮਲਾ, ਦੋਵੇਂ ਧਿਰਾਂ ਦੇ ਉੱਤੇ ਮਾਮਲਾ ਦਰਜ। ਦੇਖੋ ਇਹ ਜਿਹੜੀਆਂ ਦੋਵੇਂ ਧਿਰਾਂ ਟਕਰਾਈਆਂ ਸੀਗੀਆਂ, ਉਸ ਤੋਂ ਬਾਅਦ ਮਾਮਲਾ ਜਿਹੜਾ ਉਹ ਬਿਲਕੁਲ ਸ਼ਾਂਤ ਜਿਹਾ ਹੋ ਗਿਆ ਸੀਗਾ ਕਿ ਕੋਈ ਹਿਲਜੁਲ ਹੀ ਹੈ ਨਹੀਂ, ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਪਰ ਅੱਜ ਹੁਣ ਖਬਰ ਆ ਗਈ ਆ ਕਿ ਜਿਹੜੀ 31 ਅਕਤੂਬਰ ਨੂੰ ਇਹ ਲੜਾਈ ਹੋਈ ਸੀਗੀ ਦੋਵਾਂ ਧਿਰਾਂ ਦੇ ਦਰਮਿਆਨ, ਹੁਣ ਦੋਵਾਂ ਧਿਰਾਂ ਤੇ ਪਰਚਾ ਦਰਜ ਕਰ ਦਿੱਤਾ ਗਿਆ ਪੁਲਿਸ ਵੱਲੋਂ ਜੀ, ਕਿਉਂਕਿ ਪਰਸੋਂ ਦੀ ਗੱਲ ਆ, ਇਹ ਦੋਵੇਂ ਧਿਰਾਂ ਲਗਭਗ ਜਿਹੜੀਆਂ ਉਹ ਹਸਪਤਾਲ ਚੋਂ ਆ ਗਈਆਂ ਸੀਗੀਆਂ। 7 ਜਾਣੇ ਦਾਖਲ ਸੀ, 7 ਚੋਂ 5 ਛੁੱਟੀ ਲੈ ਆਏ ਸਨ। ਡਾਕਟਰ ਨੂੰ ਸ਼ਾਇਦ ਕਹਿ ਕੇ ਆਏ ਹੋਣੇ ਆ ਕਿ ਹੁਣ ਚੰਨ ਦੇ ਛੁੱਟੀਆਂ, ਕਦੇ ਫੇਰ ਮਿਲਾਂਗੇ, ਆ ਕੇ ਜਦੋਂ ਲੜਾਈ ਲੜੂਈ ਕਰ ਗਏ ਫੇਰ ਆ ਕੇ ਤੁਹਾਨੂੰ ਫੇਰ ਮਿਲ ਲਵਾਂਗੇ, ਛੁੱਟੀਆਂ ਲੈ ਕੇ ਆ ਗਏ। ਇਹ 2 ਕੁ ਰਹਿ ਗਏ ਸੀਗੇ। ਉਦੋਂ ਵੀ ਸਵਾਲ ਉੱਠਿਆ ਸੀਗਾ ਕਿ ਜਿਹੜੇ ਬੰਦੇ ਜ਼ਖਮੀ ਹੈ ਉਹਨਾਂ ਦੇ ਬਿਆਨਾਂ ਤੇ ਪਰਚਾ ਦਰਜ ਹੋਇਆ ਨਹੀਂ, ਉਹ ਪਹਿਲਾਂ ਹੀ ਘਰਾਂ ਨੂੰ ਆ ਗਏ ਆ। ਸੋ ਪੁਲਿਸ ਦੀ ਕਾਰਵਾਈ ਇਸ ਸਮੁੱਚੇ ਘਟਨਾਕ੍ਰਮ ਦੇ ਵਿੱਚ ਸ਼ੱਕੀ ਜੀ ਜਾਪਦੀ ਸੀ ਕਿ ਪੁਲਿਸ ਇੰਨੀ ਢਿੱਲੀ ਕਿਉਂ ਆ। ਹੁਣ ਜਦੋਂ ਪਾਣੀ ਨੱਕ ਤੋਂ ਲੰਘ ਗਿਆ, ਪੁਲਿਸ ਇਸ ਮੁਕਾਮ ਤੇ ਪਹੁੰਚ ਗਈ ਕਿ ਉਹਨਾਂ ਨੂੰ ਏਦਾਂ ਦੀ ਕੋਈ ਨਾ ਕੋਈ ਕਾਰਵਾਈ ਕਰਨੀ ਪੈਣੀ ਸੀਗੀ। ਦੋਵਾਂ ਧਿਰਾਂ ਨੇ ਕਿਉਂਕਿ ਸਟੇਟਮੈਂਟਾਂ ਜਿਹੜੀਆਂ ਦਰਜ ਕਰਵਾ ਦਿੱਤੀਆਂ, ਤੇ ਫਿਰ ਪੁਲਿਸ ਨੇ ਉਹੀ ਕੀਤਾ ਜਿਹਦੀ ਸਾਰਿਆਂ ਨੂੰ ਉਮੀਦ ਸੀ ਕਿ ਦੋਵਾਂ ਧਿਰਾਂ ਤੇ ਪਰਚਾ ਦਰਜ ਕਰ ਦਿੱਤਾ। ਜਿਹੜਾ ਬੱਬੇ ਹਾਲੀ ਹੈ ਉਹਦੇ ਮੁੰਡੇ ਦੇ ਖਿਲਾਫ ਹੀ ਮੁਕੱਦਮਾ ਦਰਜ ਹੋ ਗਿਆ। ਜਿਹੜੇ ਦੂਜੇ ਪਾਸੇ ਕਾਂਗਰਸੀ ਧੜੇ ਨਾਲ ਸੰਬੰਧਿਤ ਸਨ ਉਹਨਾਂ ਤੇ ਵੀ ਮੁਕੱਦਮਾ ਦਰਜ ਕਰ ਲਿਆ ਗਿਆ। ਕਾਫੀ ਧਾਰਾ ਲੰਮੀਆਂ ਚੌੜੀਆਂ ਲਾਈਆਂ ਗਈਆਂ। ਪਰ ਦੂਜਾ ਸਵਾਲ ਸਭ ਤੋਂ ਵੱਡਾ ਇਹ ਆ ਕਿ ਜਿਹੜੀ ਪਹਿਲੀ ਲੜਾਈ ਹੋਈ ਸੀ ਜਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ ਤੇ ਕਾਂਗਰਸ ਧੜੇ ਦੀ ਇੱਥੇ ਮਲੋਟ, ਉਹਦੇ ਵਿੱਚ ਵੀ ਦੋਹਾਂ ਧਿਰਾਂ ਤੇ ਮੁਕੱਦਮਾ ਦਰਜ ਹੋਇਆ। ਔਰ ਕਮਾਲ ਦੀ ਗੱਲ ਤੇ ਇਹ ਆ ਕਿ ਦਰਜ ਹੋਏ ਮੁਕੱਦਮੇ ਦੇ ਦਰਮਿਆਨ ਹੀ ਜਥੇਦਾਰ ਦਿਆਲ ਸਿੰਘ ਕੋਲਿਆਂ ਵਾਲੇ ਦਾ ਮੁੰਡਾ ਉੱਥੋਂ ਹਸਪਤਾਲ ਚ ਭੱਜਿਆ। ਇਹਦੋਂ ਵੀ ਵੱਡੇ ਕਮਾਲ ਦੀ ਗੱਲ ਹੈ ਕਿ ਅੱਜ ਤੱਕ ਪੁਲਿਸ ਦੋਹਾਂ ਧਿਰਾਂ ਚੋਂ ਕੋਈ ਵੀ ਬੰਦਾ ਨਹੀਂ ਫੜ ਸਕੀ, ਨਾ ਅਕਾਲੀਆਂ ਦਾ ਨਾ ਕਾਂਗਰਸੀਆਂ ਦਾ। ਪਰ ਇਹ ਤੋਂ ਵੀ ਕਮਾਲ ਦੀ ਗੱਲ ਆ ਕਿ ਜਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ ਨੂੰ ਪੁਲਿਸ ਲੱਭਦੀ ਫਿਰਦੀ ਹੈ ਤੇ ਉਹਦੇ ਨਾਲ ਆਪ ਹੀ ਪੁਲਿਸ ਦੇ ਗਨਮੈਨ ਹੈ ਪੰਜਾਬ ਪੁਲਿਸ ਦੇ, ਉਹ ਲੱਭਦਾ ਨਹੀਂ ਪਿਆ। ਇਹ ਵੀ ਕਮਾਲ ਦੀ ਗੱਲ ਆ। ਹੁਣ ਇਹੋ ਹੀ ਹਾਲ ਇੱਥੇ ਬਣ ਜਾਣਾ, ਕਿਉਂਕਿ ਪੁਲਿਸ ਮਜਬੂਰ ਹੋ ਜਾਂਦੀ ਆ ਕਿ ਜੇ ਅਸੀਂ ਅਕਾਲੀਆਂ ਨੂੰ ਫੜ ਲਿਆ ਤੇ ਫੇਰ ਸਾਨੂੰ ਕਾਂਗਰਸੀ ਵੀ ਫੜਨੇ ਪੈਣੇ ਆ, ਫਿਰ ਸਾਨੂੰ ਮਾਰੀ ਦਾ ਨੱਕ ਰੱਖਣ ਨੂੰ ਆਪਣਾ ਤੇ ਉਹ ਵੀ ਬੰਦੇ ਫੜਨੇ ਪੈਣੇ, ਕਿਉਂਕਿ ਇੱਕ ਧਿਰ ਨੂੰ ਜੇ ਫੜਾਂਗੇ ਤੇ ਰੌਲਾ ਪਊਗਾ। ਸੋ ਪੁਲਿਸ ਕੀ ਕਰਦੀ ਹੈ ਕਿ ਦੋਵਾਂ ਧਿਰਾਂ ਨੂੰ ਖੁੱਲਾ ਛੱਡ ਦਿੰਦੀ ਹੈ ਕਿ ਨਾ ਭਾਈ ਅਸੀਂ ਉਹਨੂੰ ਫੜੀਏ ਨਾ ਅਸੀਂ ਉਹਨਾਂ ਨੂੰ ਫੜੀਏ। ਹੁਣ ਇਹ ਚੱਲਣ ਆ ਜਿਹੜਾ ਇਹ ਗਲਤ ਆ, ਇਹ ਖਤਰਨਾਕ ਚੱਲਣ ਆ। ਜਦੋਂ ਕਿਸੇ ਤੇ ਕਾਰਵਾਈ ਨਹੀਂ ਹੋਣੀ, ਜਦੋਂ ਕਿਸੇ ਨੂੰ ਕੋਈ ਸੇਕ ਹੀ ਨਹੀਂ ਲੱਗਣਾ, ਤੇ ਫਿਰ ਦੂਜੀ ਘਟਨਾ ਦਾ ਮੁੱਢ ਵੱਜਣਾ ਹੀ ਵੱਜਣਾ ਕਿਸੇ ਨਾ ਕਿਸੇ ਪਾਸਿਓਂ। ਹੋਰ ਕੋਈ ਚੰਨ ਚੜ ਜੂਗਾ, ਕਿਉਂਕਿ ਪੁਲਿਸ ਤੇ ਵਿਚਾਰੀ ਹੈ ਜਿਹੜੀ ਮੁਸ਼ਕਾਂ ਬੰਨੀਆਂ ਤਰ੍ਹਾਂ ਕੰਮ ਕਰਦੀ ਪਈ, ਉਹਦੇ ਤੇ ਹੱਥ ਵੱਜੇ ਲੱਗਦੇ ਆ ਜੀ। ਇਹ ਬੜੀ ਗਲਤ ਗੱਲ ਆ। ਪੁਲਿਸ ਨੂੰ ਦੇਖੋ ਜਿਸ ਤਰ੍ਹਾਂ ਦਾ ਪੁਲਿਸ ਕੰਮ ਕਰਦੀ ਪਈ ਆ, ਅੱਜ ਉਹ ਰਵਿੰਦਰ ਗੋਸਾਈ ਮਾਰਿਆ ਸੀ ਨਾ RSS ਵਾਲਾ, ਹੋ ਗਏ ਆ 2 ਹਫ਼ਤੇ 2-2.5 ਹਫ਼ਤੇ ਪਹਿਲਾਂ ਜਿਹੜਾ ਲੁਧਿਆਣੇ 'ਚ RSS ਦਾ ਆਗੂ ਮਾਰਿਆ, ਉਹਦੇ ਕੇਸ ਦੇ ਵਿੱਚ ਜਿਹੜਾ ਇਹਨਾਂ ਨੇ ਸਕੈਚ ਜਾਰੀ ਕੀਤਾ ਔਰ ਉਹਦੇ ਤੇ 5 ਲੱਖ ਰੁਪਏ ਦਾ ਨਾਮ ਵੀ ਲਾਣ ਦਿੱਤਾ, ਉਹਦੇ ਘਰ ਦੇ ਕਹਿੰਦੇ ਕਿ ਅਸੀਂ ਉਹ
ਗੋਲੀ ਮਾਰਨ ਵਾਲਾ ਖੁਦ ਅੱਖੀ ਵੇਖਿਆ ਭੱਜਦਾ ਜੀ, ਉਹ ਸਕੈਚ ਤੇ ਇਹਨਾਂ ਦਾ ਸਹੀ ਹੈ ਹੀ ਨਹੀਂ। ਕਹਿੰਦੇ ਐਵੇਂ ਹਨੇਰੇ 'ਚ ਇਹ ਤੀਰ ਮਾਰੀ ਜਾਂਦੇ ਆ, ਹਵਾ 'ਚ ਐਵੇਂ ਤਲਵਾਰਾਂ ਮਾਰੀ ਜਾਂਦੇ ਆ, ਉਹ ਤੇ ਬੰਦਾ ਹੀ ਹੈ ਨਹੀਂ ਜਿਹਦਾ ਇਹਨਾਂ ਨੇ ਸਕੈਚ ਬਣਾ ਕੇ ਵੰਡ ਦਿੱਤਾ। ਹੁਣ ਪਤਾ ਨਹੀਂ ਜੇ ਕਿਸੇ ਦੀ ਐਵੇਂ ਹੀ ਸ਼ਕਲ ਰਲ ਜਾਵੇ ਤੇ ਲੋਕਾਂ ਨੇ ਧੂ ਕੇ ਛਿੱਤਰ ਮਾਰ ਕੇ ਉਂਝ ਚੌਂਕੀ 'ਚ ਲੈ ਜਾਣਾ ਕਿ ਲਿਆਓ 5 ਲੱਖ ਰੁਪਈਆ ਸਾਡਾ। ਇਹ ਵੀ ਤੇ ਪੰਗਾ ਹੈ ਨਾ। ਤੇ ਪੁਲਿਸ ਜਿਹੜੀ ਸਿੱਧਾ ਕਿਸੇ ਬੰਦੇ ਦਾ ਸਕੈਚ ਹੀ ਨਹੀਂ ਜਾਰੀ ਕਰ ਸਕਦੀ, ਉਹ ਸਹੀ ਬੰਦੇ ਨੂੰ ਕਦੋਂ ਫੜੇਗੀ? ਹੁਣ ਪੁਲਿਸ ਇਸ ਤਰ੍ਹਾਂ ਦੀ ਲਾਚਾਰੀ 'ਚ, ਇਸ ਤਰ੍ਹਾਂ ਦੀ ਮਜਬੂਰੀ ਦੇ ਵਿੱਚ ਔਰ ਇਸ ਤਰ੍ਹਾਂ ਦੀ ਸਮਰੱਥਾ ਦੇ ਵਿੱਚ ਕੰਮ ਕਰਦੀ ਪਈ ਆ। ਇਹਦੋਂ ਵੱਡੀ ਬਦਨਸੀਬੀ ਕੀ ਹੋਵੇਗੀ? ਪਕੋਕਾ ਲੈ ਆਓ ਚਾਹੇ ਟੋਕਾ ਲੈ ਆਓ, ਜਿਹੜਾ ਮਰਜ਼ੀ ਲੈ ਆਓ, ਪੁਲਿਸ ਤੇ ਇਹੋ ਹੀ ਰਹਿਣੀ ਹੈ ਨਾ। ਪੁਲਿਸ ਨੂੰ ਆਪਣੇ ਧੌਣ ਤੋਂ ਜਿਹੜਾ ਇਹ ਗੁਲਾਮੀ ਦਾ ਰਾਸ਼ੀ, ਗੁਲਾਮੀ ਦਾ ਜੂਲਾ ਇਹ ਲਾਉਣਾ ਪਊਗਾ, ਕੁਛ ਨਾ ਕੁਛ ਕਰਕੇ ਦਿਖਾਉਣਾ ਪਊਗਾ। ਬੜੀ ਕਾਬਲ ਪੁਲਿਸ ਮੰਨੀ ਜਾਂਦੀ ਸੀ ਪੰਜਾਬ ਪੁਲਿਸ, ਪਰ ਆ ਜਿਹੜੇ 4-5 ਸਾਲ ਗੁਜ਼ਰੇ ਆ ਪੰਜਾਬ ਪੁਲਿਸ ਦੇ, ਇਹ ਤੇ ਬਿਲਕੁਲ ਮਿੱਟੀ ਹੋਣ ਵਾਲੀ ਗੱਲ ਆ। ਪੰਜਾਬ ਪੁਲਿਸ ਨੂੰ ਕੁਛ ਨਾ ਕੁਛ ਇਹਨਾਂ ਮਾਮਲਿਆਂ 'ਚ ਤੇਜ਼ੀ ਦਿਖਾਉਣੀ ਪਊਗੀ, ਨਹੀਂ ਤੇ ਫਿਰ ਲੀਡਰ ਤੇਜ਼ੀ ਵਿਖਾਈ ਦੇਣਗੇ। ਅੱਜ ਤੇ ਆਪਸ ਦੇ ਵਿੱਚ ਲੜਦੇ ਆ। ਜਿਵੇਂ ਇੱਕ ਕਾਂਗਰਸੀ ਵਿਧਾਇਕ ਨੇ ਕਹਿ ਹੀ ਦਿੱਤਾ ਸੀ ਥਾਣੇ ਦੇ ਅੱਗੇ ਖੜ ਕੇ ਕਿ ਫਲਾਣੇ ਥਾਣੇਦਾਰ ਨੂੰ ਮੈਂ ਕਹਿ ਦਿੰਦਾ, ਉਹ ਸੁਣ ਲਵੇ ਕੰਨ ਖੋਲ ਕੇ, ਜੇ ਸਾਡਾ ਕੋਈ ਬੰਦਾ ਨਾਰਾਜ਼ ਗਿਆ ਤੇ ਮੈਂ ਉਹਨਾਂ ਦੀ ਥਾਂ ਤੇ ਫਿਰ ਉਹਨੂੰ ਥਾਣੇਦਾਰ ਨੂੰ ਲੰਮਾ ਪਾਊਂ। ਹਾਲੇ ਤੇ ਲੰਮਾ ਪਾਉਣ ਦੀ ਗੱਲ ਕਰਦੇ, ਫਿਰ ਲੰਮਾ ਪਾਉਣ ਵੀ ਲੱਗ ਪੈਣਗੇ। ਪੁਲਿਸ ਨੂੰ ਵੀ ਜਾਗਣਾ ਚਾਹੀਦਾ। ਜੀ ਜੀ, ਬਿਲਕੁਲ। ਤੇ ਮਿੰਟੂ ਜੀ, ਇੱਕ ਆਪਾਂ ਇੱਥੇ ਹੁਣ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ 'ਚ ਮੁੜ ਕੇ ਵਾਪਸ ਆਉਂਦੇ ਹਾਂ ਤੇ ਰਹਿੰਦੇ ਹੋਏ ਜਿਹੜੀਆਂ ਖਬਰਾਂ ਆ ਉਸ ਦੇ ਉੱਤੇ ਆਪਾਂ ਇੱਦਾਂ ਨਜ਼ਰ ਬਣਾਵਾਂਗੇ। ਸੋ ਤੇ ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਖਬਰ ਤੇ ਨਜ਼ਰ ਇੱਦਾਂ ਹੀ ਚੱਲਦਾ ਰਹੇਗਾ। You're listening to Punjabi Radio USA. KOBO Yuba City 1450 AM, KIID Sacramento 1470 AM, KWRU Fresno 1300 AM. ਸੈਕਰਾਮੈਂਟੋ ਇਲਾਕੇ ਦੇ ਵਿੱਚ ਡਾਕਟਰ ਪਰਮਜੀਤ ਸਿੰਘ ਤੱਖਰ MD ਉਹਨਾਂ ਦੀ ਸਰਪ੍ਰਸਤੀ ਹੇਠ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ ਤੋਂ ਤੁਸੀਂ ਇਮੀਗ੍ਰੇਸ਼ਨ ਫਿਜ਼ੀਕਲ, DOT ਫਿਜ਼ੀਕਲਸ, ਬਲੱਡ ਪ੍ਰੈਸ਼ਰ ਟ੍ਰੀਟਮੈਂਟ, ਦਿਲ ਦੀਆਂ ਬਿਮਾਰੀਆਂ, ਢਿੱਡ ਦੀਆਂ ਬਿਮਾਰੀਆਂ, ਡਾਇਬੀਟੀਜ਼, ਅਰਥਰਾਈਟਸ, ਬੈਕ ਨੈਕ ਪੇਨ, ਮੈਂਟਲ ਇਲਨੈਸ, EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਪ੍ਰੈਗਨੈਂਸੀ ਟੈਸਟਿੰਗ, ਈਅਰ ਇਰੀਗੇਸ਼ਨ, ਇਨਗ੍ਰੋਨ ਟੋਨੇਲ ਰਿਮੂਵਲ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਕਰਵਾ ਸਕਦੇ ਹੋ। ਤੁਸੀਂ ਇਹਨਾਂ ਦੇ ਕੋਲੋਂ ਸਕਿਨ ਦਾ ਤੇ ਚਮੜੀ ਦੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 9166888888 916 688 8888। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ 9166888888। ਨਾ ਮੈਂ ਕਹਿੰਦੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲੇ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ 1 ਹਾਲ ਹੈਗਾ। ਨਾ ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰ ਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਏਸ਼ੀਅਨ ਕੈਸ਼ ਐਂਡ ਕੈਰੀ ਸੈਕਰਾਮੈਂਟੋ, ਜੋ ਕਿ ਹੁਣ ਖੁੱਲ ਚੁੱਕਾ ਹੈ 9203 ਫਾਲਸਮ ਬੋਲੇਵਾਰਡ ਸੈਕਰਾਮੈਂਟੋ ਵਿਖੇ। ਏਸ਼ੀਅਨ ਕੈਸ਼ ਐਂਡ ਕੈਰੀ ਸੈਕਰਾਮੈਂਟੋ ਤੋਂ ਤੁਸੀਂ ਲੈ ਸਕਦੇ ਹੋ ਅਨਸਟਿਚ ਸੂਟ, ਕਸਟਮ ਮੇਡ ਸੂਟ, ਰੈਡੀਮੇਡ ਸੂਟ, ਪੰਜਾਬੀ ਜੁੱਤੀ, ਜੁਐਲਰੀ, ਰੁਮਾਲਾ ਸਾਹਿਬ ਤੇ ਹਰ ਤਰ੍ਹਾਂ ਦੀ ਇੰਡੀਅਨ, ਪਾਕਿਸਤਾਨੀ ਤੇ ਫਿਜੀਅਨ ਗਰੋਸਰੀ ਤੇ ਫਰੈਸ਼ ਸਬਜ਼ੀ ਦੇ ਨਾਲ ਫਰੈਸ਼ ਫਰੂਟ ਵੀ।
ਹਰ ਤਰ੍ਹਾਂ ਦੀ 4 ਪਾਉਂਡ ਦਾਲ $3.99 ਅਤੇ ਸਾਰੇ ਆਟੇ ਸੇਲ ਤੇ ਹਨ। ਤੁਸੀਂ ਇਹਨਾਂ ਤੋਂ ਹਰ ਤਰ੍ਹਾਂ ਦੇ ਭਾਂਡੇ ਲੈ ਸਕਦੇ ਹੋ। ਇਹਨਾਂ ਕੋਲੋਂ ਜਾਗੋ ਦੀ ਡੈਕੋਰੇਸ਼ਨ ਦਾ ਸਮਾਨ ਮਿਲਦਾ ਹੈ। ਹੋਰ ਜਾਣਕਾਰੀ ਲਈ ਕਾਲ ਲਾਡੀ ਭੁੱਲਰ 916 917 5866 916 917 5866। ਜਰੂਰ ਪਹੁੰਚੋ। ਏਸ਼ੀਅਨ ਕੈਸ਼ ਐਂਡ ਕੈਰੀ ਸੈਕਰਾਮੈਂਟੋ। ਐਡਰੈਸ 9203 ਫਾਲਸਮ ਬੁਲੇਵਾਰਡ ਸੈਕਰਾਮੈਂਟੋ। ਨੰਬਰ 916 917 5866 916 917 5866। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਹੈ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਹਾਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹਾਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਮਾਤ ਬੋਲੀ ਨੂੰ ਲੋੜੀਂਦਾ ਦੇਵੋ ਮਾਣ ਦੋਸਤੋ, ਖੇਤੀ ਸਾਂਭ ਲਓ ਨਾ ਛੱਡ ਜਾਏ ਪ੍ਰਾਣ ਦੋਸਤੋ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਸਤਿੰਦਰ ਸਰਤਾਜ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਸੁਣਦੇ ਰਹੋ, ਜਿਉਂਦੇ ਵਸਦੇ ਰਹੋ, ਰੱਬ ਰੱਖਾ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ ਮੁੜ ਕੇ ਇੱਕ ਵਾਰੀ ਫੇਰ। ਸ਼ੁਕਰੀਆ ਜੀ। ਤੇ ਆਪਾਂ ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਉੱਤੇ ਜੇ ਨਜ਼ਰ ਬਣਾਈਏ ਵੀ ਸੁਖਪਾਲ ਖਹਿਰਾ ਕੇਸ ਤੋਂ ਬਚਣ ਲਈ ਪਹੁੰਚੇ ਕੋਰਟ ਦੀ ਸ਼ਰਨ ਦੇ ਵਿੱਚ। ਦੇਖੋ, ਸੁਖਪਾਲ ਖਹਿਰੇ ਕੋਲ ਆਪਣੀ ਖੈਰ ਮਨਾਉਣ ਲਈ ਹੋਰ ਕੁਝ ਬਚਿਆ ਵੀ ਨਹੀਂ ਸੀ। ਕੋਰਟ ਦੀ ਸ਼ਰਨ ਚ ਉਹਨੂੰ ਜਾਣਾ ਹੀ ਪੈਣਾ ਸੀਗਾ ਜੀ। ਹੁਣ ਕੋਰਟ ਚੋਂ ਗਿਆ ਤੇ ਇੱਕੇ ਦਿਨ ਇੱਕ ਕੋਰਟ ਚ ਨਹੀਂ, ਦੋ ਕੋਰਟਾਂ ਚ ਪਹੁੰਚ ਗਿਆ। ਉਹਦਾ ਮੁੰਡਾ ਜਿਹੜਾ ਵਕੀਲ ਆ, ਬਹੁਤ ਘੱਟ ਲੋਕ ਸ਼ਾਇਦ ਇਸ ਗੱਲ ਬਾਰੇ ਜਾਣਦੇ ਹੋਣੇ ਆ, ਮਹਿਤਾਬ ਸਿੰਘ ਖਹਿਰਾ ਉਹਦਾ ਨਾਮ ਆ। ਇੱਕ ਰਿਟ ਤੇ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਪਾਈ ਆ ਚੈਲੰਜ ਦੇ ਰੂਪ ਚ, ਜਿਹੜੇ ਸਮਨ ਫਾਜ਼ਿਲਕਾ ਕੋਰਟ ਤੋਂ ਜਾਰੀ ਹੋਇਆ ਜੀ। ਦੂਜੀ ਅਪਡੇਟ ਇਹ ਆ ਕਿ ਇੱਕ ਇਹਨਾਂ ਨੇ ਪਟੀਸ਼ਨ ਜਾ ਕੇ ਪਾਈ ਆ ਉਸੇ ਅਦਾਲਤ ਦੇ ਵਿੱਚ ਜਿੱਥੋਂ ਇਹ ਸਮਨ ਜਾਰੀ ਹੋਇਆ। ਜਾਰੀ ਹੋਣ ਤੋਂ ਭਾਵ ਇਹ ਆ ਕਿ ਕੱਲ ਜਿਹੜੀ ਅਦਾਲਤ ਦੀ ਨਾਜ਼ਰ ਬ੍ਰਾਂਚ ਹੁੰਦੀ ਆ ਉਹਦੇ ਚੋਂ ਸੰਮਣ ਕੱਟ ਕੇ ਤੋੜ ਦਿੱਤੇ ਗਏ ਆ। ਇਹਦਾ ਮਤਲਬ ਆ ਕਿ ਇੱਕ ਅੱਧ ਦਿਨ ਤੱਕ ਉਹ ਸੰਮਣ ਹੈ ਜਿਹੜੇ ਖਹਿਰਾ ਸਾਹਿਬ ਨੂੰ ਰਿਸੀਵ ਹੋ ਸਕਦੇ ਆ। ਇਸ ਕਰਕੇ ਹੁਣ ਸੁਖਪਾਲ ਸਿੰਘ ਖਹਿਰਾ ਕੋਲ ਨਾ ਤੇ ਬਹੁਤਾ ਸਮਾਂ ਬਚਿਆ ਤੇ ਨਾ ਬਹੁਤੇ ਬਦਲ ਬਚੇ ਆ। ਇਸ ਕਰਕੇ ਉਹਨਾਂ ਨੂੰ ਅਦਾਲਤ ਦਾ ਰੁਖ ਤੈਅ ਕਰਨਾ ਹੀ ਪੈਣਾ ਸੀਗਾ, ਸੋ ਉਹਨਾਂ ਨੇ ਕਰ ਲਿਆ। ਪਰ ਦੂਜੀ ਚੀਜ਼ ਜਿਹੜੀ ਅੱਜ ਸਾਰਾ ਦਿਨ ਵਾਪਰੀ ਆ ਉਹ ਇਹ ਆ ਕਿ ਅਕਾਲੀ ਦਲ ਨੇ ਐਲਾਨ ਕਰ ਦਿੱਤਾ ਕਿ ਅਸੀਂ 7 ਤਰੀਕ ਤੱਕ ਵੇਖਾਂਗੇ, ਜੇ ਅਰਵਿੰਦ ਕੇਜਰੀਵਾਲ ਨੇ ਇਹਨੂੰ ਪਾਰਟੀ ਚੋਂ ਨਾ ਕੱਢਿਆ ਤੇ ਫਿਰ ਅਸੀਂ ਇਹਦੇ ਘਰ ਦਾ ਘਰਾਓ ਕਰਾਂਗੇ ਕੇਜਰੀਵਾਲ ਦਾ। ਹੁਣ ਘਰਾਓ ਦੀ ਕਮਾਂਡ ਸ਼ਾਇਦ ਮਜੀਠੀਆ ਸਾਹਿਬ ਕਰਨ, ਕਿਉਂਕਿ ਉਹ ਕੱਲ ਮੰਗ ਪੱਤਰ ਵੀ ਦੇ ਆਏ ਅਸੈਂਬਲੀ ਦੇ ਸਪੀਕਰ ਨੂੰ ਕਿ ਇਹਨੂੰ ਬਰਖਾਸਤ ਕਰਨਾ ਚਾਹੀਦਾ। ਤਰ੍ਹਾਂ ਤਰ੍ਹਾਂ ਦੀਆਂ ਮੰਗਾਂ ਕਰਦੇ ਪਏ ਆ। ਦੂਜੀ ਚੀਜ਼ ਅੱਜ ਇਹ ਹੋਈ ਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਜਵਾਬ ਦਿੱਤਾ। ਉਹ ਕਹਿੰਦਾ ਜੀ ਕਿ ਦੇਖੋ ਭਾਈ ਸਾਹਿਬ, ਸਾਡਾ ਇਸ ਮਾਮਲੇ ਨਾਲ ਕੋਈ ਲਾਗਾ ਦੇਗਾ ਨਹੀਂ ਹੈ, ਇਹ ਸਾਰੀ ਅਦਾਲਤੀ ਪ੍ਰਕਿਰਿਆ, ਅਸੀਂ ਇਹਦੇ ਨਾਲ ਕੀ ਲੈਣਾ ਦੇਣਾ ਰੱਖਣਾ। ਤੀਜੀ ਚੀਜ਼ ਜਿਹੜੀ ਅੱਜ ਇਸ ਮਾਮਲੇ ਦੇ ਵਿੱਚ ਵਾਪਰੀ ਆ ਉਹ ਇਹ ਆ ਕਿ ਆਮ ਆਦਮੀ ਪਾਰਟੀ ਦਾ ਇੱਕ ਲੀਡਰ ਭੁਪਿੰਦਰ ਸਿੰਘ ਗੋਰਾ ਉਹ ਵੀ ਬੋਲ ਪਿਆ। ਕਮਾਲ ਦੀ ਗੱਲ ਆ ਕਿ ਉਹਨੇ ਅਸਤੀਫਾ ਮੰਗ ਲਿਆ ਆਪ ਹੀ। ਸੁਖਪਾਲ ਸਿੰਘ ਖਹਿਰਾ ਦਾ ਕਹਿੰਦਾ ਕਿ ਅਸਤੀਫਾ ਦਿਓ। ਜਦੋਂ ਸੁਖਪਾਲ ਸਿੰਘ ਖਹਿਰਾ ਨੂੰ ਪੁੱਛਿਆ ਕਿ ਤੇਰੇ ਤੇ ਪਾਰਟੀ ਦੇ ਵਿੱਚੋਂ ਹੀ ਲੋਕ ਕਹਿੰਦੀ ਜਾਂਦੇ ਆ ਕਿ ਤੂੰ ਅਸਤੀਫਾ ਦੇ ਕੇ ਪਾਸੇ ਹੋ ਜਾ, ਤੇ ਉਹ ਕਹਿੰਦਾ ਕਿ ਇਹ ਕੁਛ ਲੋਕ ਹੈ ਜਿਹੜੇ ਉਹ ਦੂਸਰੀਆਂ ਪਾਰਟੀਆਂ ਨੇ ਸਾਡੀ ਪਾਰਟੀ ਦੇ ਵਿੱਚ ਪਲਾਂਟ ਕੀਤੇ ਹੋਏ ਆ। ਸੋ ਸੁਖਪਾਲ ਸਿੰਘ ਖਹਿਰਾ ਦੂਜੇ ਪਾਸੇ ਤੁਹਾਨੂੰ ਪਤਾ ਹੀ ਹੈ, ਜਦੋਂ ਬੋਲਦਾ ਫਿਰ
ਲਾਪਾ ਕਰ ਦਿੰਦਾ। ਭੁਪਿੰਦਰ ਸਿੰਘ ਗੋਰਾ ਪੁੱਛਿਆ ਜੀ ਤੁਹਾਨੂੰ, ਉਹ ਕਹਿੰਦਾ ਮੈਂ ਨਹੀਂ ਜਾਣਦਾ, ਇੱਕ ਤੇ ਭੁਪਿੰਦਰ ਸਿੰਘ ਗੋਰਾ ਉਹ ਜਿਹੜਾ ਟਾਊਟ ਜਿਹਾ ਹੁੰਦਾ ਸੀਗਾ ਫਲਾਣੀ ਸਰਕਾਰ 'ਚ, ਕਿਤੇ ਉਹ ਨਾ ਹੋਵੇ, ਮੈਨੂੰ ਬਾਕੀ ਬਹੁਤਾ ਪਤਾ ਨਹੀਂ ਹੈ। ਉਹਨੇ ਇਹ ਗੱਲ ਨਿਬੇੜ ਦਿੱਤੀ। ਪਰ ਸੁਖਪਾਲ ਸਿੰਘ ਖਹਿਰੇ ਲਈ ਸੁੱਖ ਦਾ ਸਾਹ ਅੱਜ ਇਸ ਪਾਸੇ ਜ਼ਰੂਰ ਆਇਆ ਕਿ ਭਗਵੰਤ ਮਾਨ ਉਹਦੇ ਹੱਕ 'ਚ ਬੋਲਿਆ। ਵੈਸੇ ਬਹੁਤ ਦਿਨਾਂ ਦੀ ਚੁੱਪੀ ਸੀਗੀ, ਸਾਰਿਆਂ ਨੂੰ ਰੜਕਦੀ ਪਈ ਸੀ ਕਿ ਜਿਹੜਾ ਇਹਨਾਂ ਦਾ ਇੱਥੋਂ ਦੀ ਟੀਮ ਦਾ ਕਪਤਾਨ ਹੈ ਭਗਵੰਤ ਮਾਨ, ਉਹ ਆਪਣੇ ਇਸ ਸੁਖਪਾਲ ਸਿੰਘ ਖਹਿਰੇ ਦੇ ਹੱਕ 'ਚ ਕਿਉਂ ਨਹੀਂ ਬੋਲਦਾ ਪਿਆ ਜੀ। ਉਹ ਬੋਲਿਆ, ਉਹ ਕਹਿੰਦਾ ਜੀ ਕਿ ਸੁਖਪਾਲ ਸਿੰਘ ਖਹਿਰਾ ਬਹੁਤ ਵਧੀਆ ਲੀਡਰ ਆ। ਸੁਖਪਾਲ ਸਿੰਘ ਖਹਿਰਾ ਜਿਹੜਾ ਉਹ ਇਸ ਮਾਮਲੇ ਦੇ ਵਿੱਚ ਲੱਗਦਾ ਇਹ ਆ ਕਿ ਕਿਸੇ ਸਾਜ਼ਿਸ਼ ਦਾ ਸ਼ਿਕਾਰ ਹੋ ਗਿਆ। ਸਾਨੂੰ ਇਸ ਕਾਨੂੰਨੀ ਵਿਵਸਥਾ ਤੋਂ ਪੂਰਾ ਭਰੋਸਾ ਕਿ ਉਹਦੇ ਨਾਲ ਨਿਆਂ ਕਰੇਗੀ। ਬੋਲਿਆ ਤੇ ਹੈ, ਭਾਵੇਂ ਬੜਾ ਸੰਕੋਚ ਕੇ ਜੇ ਬੋਲਿਆ। ਔਰ ਇਹ ਬੋਲਣੀ ਉਹਨਾਂ ਦੀ ਉਦੋਂ ਸ਼ੁਰੂ ਹੋਈ ਆ ਜਦੋਂ ਇੱਕ ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਨਾਲ ਦੱਸਦੇ ਇਹਨਾਂ ਦੀ ਮੀਟਿੰਗ ਹੋਈ ਆ। ਹੁਣ ਅਰਵਿੰਦ ਕੇਜਰੀਵਾਲ ਨੇ ਸ਼ਾਇਦ ਹੋ ਸਕਦਾ ਖਹਿਰੇ ਨੂੰ ਪੁੱਛਿਆ ਹੋਵੇ ਕਿ ਭਾਈ ਵੇਖੀ ਕਿਤੇ ਮੇਰੇ ਨਾਲ ਉਹ ਨਾ ਕਰਾ ਦੀ, ਜਿਵੇਂ ਉਹ ਇਹਨਾਂ ਦਾ ਇੱਕ ਮੰਤਰੀ ਹੁੰਦਾ ਸੀਗਾ ਤੇ ਉਹਦੀ ਜਾਲੀ ਡਿਗਰੀ ਦਾ ਰੌਲਾ ਪੈ ਗਿਆ, ਸਾਰੇ ਦੇਸ਼ ਦੇ ਵਿੱਚ ਰੌਲਾ ਪੈ ਗਿਆ। ਤੇ ਕੇਜਰੀਵਾਲ ਸਾਹਿਬ ਕਹਿੰਦੇ ਸੀ ਮੈਂ ਇਹਨੂੰ ਪੁੱਛਿਆ, ਸਾਡਾ ਬੰਦਾ ਇਹੋ ਜਿਹਾ ਹੋ ਹੀ ਨਹੀਂ ਸਕਦਾ। ਤੇ ਜਦੋਂ ਪੁਲਿਸ ਵਾਲੇ ਉਹਨੂੰ ਉਸੇ ਕਾਲਜ 'ਚ ਹੀ ਲੈ ਗਏ ਜਿੱਥੋਂ ਉਹਨੇ ਕਿਹਾ ਸੀਗਾ ਕਿ ਮੈਂ ਡਿਗਰੀ ਕੀਤੀ, ਉਹਨੂੰ ਪੁੱਛਿਆ ਕਿ ਆਹ ਜਿਹੜਾ ਤੇਰਾ ਕਾਲਜ ਆ, ਚੱਲ ਇੰਨਾ ਹੀ ਦੱਸ ਦੇ ਕਿ ਤੇਰਾ ਕਲਾਸਰੂਮ ਕਿੱਥੇ ਹੁੰਦਾ ਸੀਗਾ। ਉਹ ਦੌਰ ਭੋਰਾ ਵੇਖੀ ਜਾਂਦਾ ਸੀ ਕਾਲਜ ਵੱਲ ਕਿ ਮੈਂ ਕਿੱਥੇ ਦੱਸਾਂ। ਸੋ ਐਸੀ ਨੌਬਤ ਨਾ ਹੋਵੇ, ਹੋ ਸਕਦਾ ਕਿ ਕੇਜਰੀਵਾਲ ਨੇ ਵਰਚਾ ਕੇ ਪੁੱਛਿਆ ਵੀ ਹੋਵੇ। ਸੋ ਉਸ ਮੀਟਿੰਗ ਤੋਂ ਬਾਅਦ ਹੀ ਹੈ ਕਿ ਭਗਵੰਤ ਮਾਨ ਬੋਲਿਆ ਜ਼ਰੂਰ ਆ। ਹੁਣ ਅੱਗੇ ਸੁਖਪਾਲ ਸਿੰਘ ਖਹਿਰਾ ਦਾ ਭਵਿੱਖ ਹੈ ਜਿਹੜਾ ਉਹ ਜਾ ਕੇ ਅਟਕ ਜਾਂਦਾ ਹੈ ਅਦਾਲਤੀ ਕਾਰਵਾਈ ਤੇ। ਅਦਾਲਤਾਂ ਹੁਣ ਦੋ ਅਦਾਲਤਾਂ ਕੀ ਫੈਸਲਾ ਕਰਦੀਆਂ, ਦੋਵਾਂ ਚੋਂ ਇੱਕ ਨੇ ਵੀ ਇਹਦੇ ਪੱਖ 'ਚ ਫੈਸਲਾ ਕਰ ਦਿੱਤਾ ਤੇ ਫਿਰ ਇਹਦੀ ਬੱਲੇ ਬੱਲੇ ਆ। ਕਿਉਂਕਿ ਜੇ ਥੱਲੜੀ ਅਦਾਲਤ ਇਹਦੀ ਚੁਣੌਤੀ ਨੂੰ ਸਵੀਕਾਰ ਕਰ ਲੈਂਦੀ ਕਿ ਠੀਕ ਆ ਇਹ ਸਮਨਿੰਗ ਜਿਹੜੀ ਨਹੀਂ ਬਣਦੀ, ਤਾਂ ਫਿਰ ਤੇ ਮੁੱਦਾ ਹੀ ਖਤਮ ਆ। ਤੇ ਜੇ ਹਾਈ ਕੋਰਟ ਹੇਠਲੀ ਅਦਾਲਤ ਦੀ ਇਸ ਸਮਨਿੰਗ ਨੂੰ ਰੱਦ ਕਰ ਦੇ ਤਾਂ ਵੀ ਖੇਡ ਖਤਮ ਆ। ਤੇ ਜੇ ਦੋਵਾਂ ਚੋਂ ਇੱਕ ਇਸ ਮਾਮਲੇ ਨੂੰ ਜਾਇਜ਼ ਮੰਨ ਲੈਂਦੀ ਆ ਤੇ ਫਿਰ ਮੁਸ਼ਕਲਾਂ ਜਿਹੜੀਆਂ ਉਹ ਖੜੀਆਂ ਦੀਆਂ ਖੜੀਆਂ ਰਹਿਣਗੀਆਂ। ਖਾਸ ਤੌਰ ਤੇ ਜੇ ਹੇਠਲੀ ਅਦਾਲਤ ਇਸ ਇਹਨਾਂ ਦੀ ਅਪੀਲ ਨੂੰ ਰੱਦ ਕਰ ਦਿੰਦੀ ਹੈ ਤੇ ਉੱਤੋਂ ਹਾਈ ਕੋਰਟ ਫਿਰ ਉਸ ਅਪੀਲ ਨੂੰ ਜੋ ਰੱਦ ਕੀਤੀ ਇਹਨਾਂ ਦੀ ਉਹਨੂੰ ਬਹਾਲ ਕਰ ਦਿੰਦੀ ਆ ਤੇ ਮੁਸ਼ਕਲਾਂ ਫਿਰ ਬਹੁਤ ਵੱਧ ਜਾਂਦੀਆਂ। ਜੀ ਜੀ ਜੀ। ਤੇ ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਹਿੰਦੂ ਆਗੂ ਦੀ ਹੱਤਿਆ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਦਾ ਦਾਅਵਾ ਪੰਜਾਬ ਸਰਕਾਰ ਦੇ ਉਲਟ। ਦੇਖੋ ਪੰਜਾਬੀ ਦਾ ਮੁਹਾਵਰਾ, ਵੈਸੇ ਹੁਣ ਤੇ ਘੱਟ ਮੁਹਾਵਰੇ ਬੋਲਦੇ ਆ ਜੀ, ਪਹਿਲਾਂ ਬਜ਼ੁਰਗ ਬੜਾ ਬੋਲਦੇ ਹੁੰਦੇ ਸੀ ਮੁਹਾਵਰੇ, ਕਹਾਣੀਆਂ, ਕਹਾਵਤਾਂ, ਅਖੌਤਾਂ। ਬਹੁਤ ਪੁਰਾਣਾ ਮੁਹਾਵਰਾ ਹੈ, ਕਹਿੰਦੇ ਹੁੰਦੇ ਆ ਕਿ ਹੋਸ਼ੇ ਦੀ ਜ਼ੁਬਾਨ ਪੱਤ ਦਾ ਕਾਣ, ਕਿ ਜੇ ਹੋਸ਼ਾ ਬੋਲੇਗਾ ਤੇ ਉਹਨੇ ਆਪਣੀ ਪੱਤ ਦਾ ਹੀ ਕਾਣ ਕਰਨਾ, ਹੋਰ ਕੁਛ ਨਹੀਂ ਨੁਕਸਾਨ ਕਰਨਾ ਉਹਨੇ ਆਪਣਾ ਜੀ। ਸਾਡੇ ਇੱਥੋਂ ਦੇ ਲੀਡਰ ਵੀ ਆ ਜਿਹੜੇ ਉਹ ਬਹੁਤੇ ਹੋਸ਼ੇ ਹੀ ਆ, ਇਕੱਲੇ ਹਾਕਮ ਧਿਰ ਦੇ ਨਹੀਂ, ਜਿਹੜੇ ਆਪੋਜੀਸ਼ਨ ਦੇ ਵਿੱਚ ਬੈਠੇ ਆ ਉਹ ਵੀ ਹੋਸ਼ੇ ਹੀ ਆ। ਇਸ ਮਾਮਲੇ ਦੇ ਵਿੱਚ ਖਾਸ ਤੌਰ ਤੇ ਜੋ ਕਤਲੋਗਾਰਤ ਹੁੰਦੀ ਪਈ ਮਾੜੀ ਆ, ਜਿਹੜੀ ਇਹ ਕਤਲੋਗਾਰਤ ਚੱਲਦੀ ਪਈ ਆ ਸਿਲਸਿਲੇਵਾਰ ਢੰਗ ਦੇ ਨਾਲ, ਇਸ ਮਾਮਲੇ ਦੇ ਵਿੱਚ ਤੇ ਹੋਸ਼ੇਪਣ ਤੋਂ ਕੰਮ ਲੈਂਦੇ ਆ। ਦੇਖੋ ਜਿੱਦਣ ਇਹ ਕਤਲ ਹੋਇਆ ਅੰਮ੍ਰਿਤਸਰ ਵਾਲਾ, ਤੱਤ ਫੱਟ ਸਾਰੀਆਂ ਪਾਰਟੀਆਂ ਦੇ ਲੀਡਰ ਜਿਹੜੇ ਉਹਨਾਂ ਨੇ ਬਿਆਨ ਛਾਪੇ। ਹੁਣ ਤਾਰਾਂ ਜਿਹੜੀਆਂ ਝੱਟ ਦੀ ਝੱਟ ਜੋੜ ਦਿੱਤੀਆਂ ਗਈਆਂ ਕੈਨੇਡਾ ਤੱਕ ਵੀ ਜੀ। ਲੀਡਰਾਂ ਦੇ ਦੋ ਦੇ ਨਾਂ ਵੀ ਲੈ ਦਿੱਤੇ ਗਏ, ਕੈਨੇਡੀ ਲੀਡਰ ਬਹੁਤ ਤਗੜੇ ਸਿੱਖ ਲੀਡਰ ਹੈ ਜਿਹੜੇ, ਦੋ ਉਹਨਾਂ ਦੇ ਨਾਂ ਵੀ ਲੈ ਦਿੱਤੇ ਗਏ ਕੈਪਟਨ ਅਮਰਿੰਦਰ ਸਿੰਘ ਵੱਲੋਂ। ਹੁਣ ਦੇਖੋ ਉਸੇ ਮਾਮਲੇ ਦੇ ਵਿੱਚ ਇਹਨਾਂ ਦੀ ਪੁਲਿਸ ਜਿਹੜੀ ਆ ਅੰਮ੍ਰਿਤਸਰ ਪੁਲਿਸ, ਉਹ ਖੁਲਾਸਾ ਕੀ ਕਰਦੀ ਪਈ, ਉਹ ਕਹਿੰਦੇ ਕਿ ਇਹ ਕਤਲ ਹੈ ਜਿਹੜਾ ਉਹ ਨਿੱਜੀ ਰੰਜਿਸ਼ ਦੇ ਚੱਲਦੇ ਹੋਏ। ਬਿਲਕੁਲ ਦੇਖੋ ਜਾਂ ਤੇ ਪੁਲਿਸ ਝੂਠੀ ਆ ਜਾਂ ਸਰਕਾਰ ਝੂਠੀ ਆ, ਲੀਡਰ ਝੂਠੇ ਆ। ਔਰ ਕਮਾਲ ਦੀ ਗੱਲ ਤੇ ਇਹ ਆ ਕਿ ਪੁਲਿਸ ਸਹੀ ਸਾਬਤ ਕਰ ਚੁੱਕੀ ਹੈ ਤਕਰੀਬਨ ਕਿ ਇਹ ਜਿਹੜਾ ਮਾਮਲਾ ਸੀਗਾ ਇਹ ਦਰਅਸਲ ਆਪਸੀ ਲੈਣ ਦੇਣ ਦਾ ਵੀ ਸੀਗਾ। ਦੋ ਗੈਂਗ, ਦੋ ਧੜੇ ਆ ਜਿਹੜੇ ਉਹ ਲੈਣ ਦੇਣ ਤੋਂ ਕੁਛ ਲੰਮੇ ਸਮੇਂ ਤੋਂ ਝਗੜਦੇ ਆ ਰਹੇ ਸਨ। ਔਰ ਇਸੇ ਝਗੜੇ ਦਾ ਹੀ ਇਹ ਸਿੱਟਾ, ਕਿਉਂਕਿ ਜਿਹੜਾ ਬੰਦਾ ਮਰਨ ਵਾਲਾ ਦੱਸਦੇ ਇਹ ਵੀ ਨੜੇ ਸੱਟੇ ਵਰਗੇ ਕੰਮਾਂ ਦੇ ਵਿੱਚ ਕਿਤੇ ਨਾ ਕਿਤੇ ਇਨਵੋਲਵ ਜਾਪਦਾ ਹੈ। ਹਾਲਾਂਕਿ ਅਧਿਕਾਰਤ ਤੌਰ ਤੇ ਪੁਲਿਸ ਨੇ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ, ਇਹ ਕਹਿੰਦੇ ਆ ਕਿ ਭਲਕੇ ਅਸੀਂ ਸਭ ਕੁਝ ਸਾਫ਼ ਕਰ ਦਿਆਂਗੇ। ਪਰ ਕੁੰਵਰ ਵਿਜੇ ਪ੍ਰਤਾਪ ਜਿਹੜਾ ਇੱਥੇ ATS ਦਾ IG ਹੈ, ਬਹੁਤ ਕਾਬਲ ਅਫਸਰ ਆ, ਉਹਨੇ ਇਹ ਗੱਲ ਜ਼ਰੂਰ ਕਹਿਤੀ, ਉਹ ਕਹਿੰਦਾ ਕਿ ਕਿਸੇ ਦੀਆਂ ਗੱਲਾਂ ਤੇ ਯਕੀਨ ਨਾ ਕਰੋ। ਕਮਾਲ ਦੀ ਗੱਲ ਹੈ ਕਿ ਉਹ ਕਿਸੇ ਦੀਆਂ ਗੱਲਾਂ ਤੇ ਯਕੀਨ ਨਾ ਕਰੋ ਕਹਿ ਰਿਹਾ ਕਿ ਦੋ ਜਿਹੜੇ ਫਿਰਕੇ ਆ, ਖਾਸ ਤੌਰ ਤੇ ਦੋ ਫਿਰਕੇ ਆ, ਇਹ ਆਪਸੀ ਤਣਾਅ ਦਾ ਸ਼ਿਕਾਰ ਨਾ ਹੋ ਜਾਣ।
ਉਹ ਕਹਿੰਦਾ ਕਿ ਕਿਸੇ ਦੀਆਂ ਗੱਲਾਂ ਤੇ ਯਕੀਨ ਨਾ ਕਰੋ, ਇਹ ਅੱਤਵਾਦੀ ਗਤੀਵਿਧੀ ਨਹੀਂ ਹੈ। ਹੁਣ ਉਹ ਕਹਿ ਕਿਹਨੂੰ ਰਿਹਾ? ਸਿੱਧੇ ਤੌਰ ਤੇ ਸਰਕਾਰ ਨੂੰ, ਕਿ ਇਹਨਾਂ ਦੀਆਂ ਗੱਲਾਂ ਤੇ ਯਕੀਨ ਨਾ ਕਰੋ। ਇਹ ਘਟਨਾ ਜਿਹੜੀ ਉਹ ਆਪਸੀ ਲਾਗ ਡਾਟ ਦਾ ਨਤੀਜਾ ਵਾ। ਸੋ ਮੇਰੇ ਗੱਲ ਦੇ ਨਾਲ ਇਹਨਾਂ ਦੇ ਪੱਲੇ ਬਚਦਾ ਕੱਖ ਨਹੀਂ ਹੈ। ਜੇ ਚੰਗੇ ਹੋਣ ਤੇ ਸੁਧਰ ਜਾਣ, ਪਰ ਹਾਲੇ ਵੀ ਕਹੀ ਜਾਂਦੇ ਆ। ਅੱਜ ਵੀ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆ, ਉਹ ਕਹਿੰਦਾ ਜੀ ਕਿ ਪੰਜਾਬ ਦੇ ਵਿੱਚ ਜੋ ਗੜਬੜੀ ਚੱਲਦੀ ਪਈ ਆ, ISI ਸਾਜ਼ਿਸ਼ ਕਰਦੀ ਪਈ, ਅਸੀਂ ਕਾਮਯਾਬ ਨਹੀਂ ਹੋਣ ਦਿਆਂਗੇ। NIA ਦਾ ਵੀ ਕੋਈ ਹਵਾਲਾ ਦਿੱਤਾ ਜਾ ਰਿਹਾ, ਉਹਨਾਂ ਨੇ ਵੀ ਸੰਸਾ ਜ਼ਾਹਰ ਕੀਤਾ ਹੈ ਕਿ ਕਿਤੇ ਨਾ ਕਿਤੇ ਇਹ ਤਾਰਾਂ ਜਿਹੜੀਆਂ ਕੈਨੇਡਾ ਤੇ ਜਰਮਨ ਦੇ ਵਿੱਚ ਜੁੜਦੀਆਂ। ਦੇਖੋ ਇਹ ਬਿਆਨ ਹੀ ਆ ਸਾਰੇ। ਜਦੋਂ ਇਹੋ ਜਿਹੀ ਗੱਲ ਤੁਹਾਡੇ ਸਾਹਮਣੇ ਆਉਂਦੀ ਆ, ਤੁਸੀਂ ਆਪਣੇ ਪੱਧਰ ਤੇ ਇਸ ਤਰ੍ਹਾਂ ਦਾ ਬਿਆਨ ਨਾ ਛਾਪੋ। ਹੁਣ ਭਗਵੰਤ ਮਾਨ ਨੇ ਵੀ ਇਸ ਮਾਮਲੇ 'ਚ ਬਿਆਨ ਦਿੱਤਾ ਸੀਗਾ, ਤੁਹਾਨੂੰ ਯਾਦ ਹੋਣਾ, ਅਕਾਲੀ ਦਲ ਦੇ ਲੀਡਰਾਂ ਨੇ ਵੀ ਦਿੱਤਾ ਸੀਗਾ। ਤਾਂ ਬਿਨਾਂ ਕਿਸੇ ਜਾਂਚ ਪੜਤਾਲ ਤੋਂ, ਬਿਨਾਂ ਕਿਸੇ ਤੱਥ ਤੋਂ, ਆਧਾਰ ਤੋਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਤੋਂ, ਬੰਡਲਬਾਜ਼ੀ ਤੋਂ ਬਚਣਾ ਚਾਹੀਦਾ, ਕਿਉਂਕਿ ਇਹ ਮਸਲੇ ਜਿਹੜੇ ਹੁੰਦੇ ਆ ਉਹ ਇੰਟਰਨੈਸ਼ਨਲ ਲੈਵਲ ਦੇ ਆ, ਡਿਪਲੋਮੈਟਿਕ ਪੱਧਰ ਦੇ ਹੁੰਦੇ ਆ। ਜੇ ਕੋਈ ਇਸ ਤਰ੍ਹਾਂ ਦੀ ਤਾਰ ਕਿਸੇ ਪਾਸੇ ਜੁੜਦੀ ਆ, ਉਹਦੇ ਲਈ ਸਾਡੀ ਹੋਮ ਮਿਨਿਸਟਰੀ ਹੈਗੀ ਆ, ਉਹ ਬਿਆਨ ਜਾਰੀ ਕਰੇ ਔਰ ਉਹ ਵਰਜੇ। ਜਿਹੜੇ ਵੀ ਦੇਸ਼ ਦੇ ਵਿੱਚ ਇਸ ਤਰ੍ਹਾਂ ਦੀਆਂ ਕੋਈ ਤਾਕਤਾਂ ਬੈਠੀਆਂ ਜੋ ਇੱਥੇ ਖਲਲ ਪਾਉਂਦੀਆਂ, ਤੇ ਫਿਰ ਉਹ ਕਵੇ, ਹੋਮ ਮਿਨਿਸਟਰੀ ਕਵੇ ਆਪਣੇ ਪੱਧਰ ਤੇ। ਇੱਥੇ ਐਵੇਂ ਬਿਆਨ ਛਾਪਤੇ ਨਾ ਅਗਲੇ ਦਿਨ ਆਪ ਹੀ ਉਹ ਅਖਬਾਰ 'ਚ ਖਬਰ ਪੜ੍ਹ ਕੇ ਦੂਜਾ ਕੋਈ ਪੜ੍ਹੇ ਜਾਂ ਨਾ ਪੜ੍ਹੇ ਖੁਸ਼ ਹੋਈ ਜਾਣਾ ਕਿ ਮੇਰਾ ਬਿਆਨ ਲੱਗਾ, ਮੇਰਾ ਬਿਆਨ ਲੱਗਾ। ਇਹ ਕੰਮ ਛੱਡ ਦੇਣਾ ਚਾਹੀਦਾ। ਇਹਦੇ 'ਚ ਦੇਖੋ ਹੁਣ ਕੈਨੇਡਾ ਬੈਠੇ ਤੇ ਘੱਟ ਬਦਨਾਮ ਹੁੰਦੇ ਆ ਜਿਹੜੇ ਲੋਕਾਂ ਤੇ ਨਿਸ਼ਾਨੇ ਇਹ ਸਾਧਦੇ ਆ। ਸਭ ਤੋਂ ਪਹਿਲਾਂ ਬਦਨਾਮ ਕੌਣ ਹੁੰਦਾ? ਬਦਨਾਮ ਇਹਨਾਂ ਦੀ ਆਪ ਦੀ ਸਟੇਟ ਹੁੰਦੀ ਆ। ਇੱਕ ਪਾਸੇ ਇਹ ਵਪਾਰੀਆਂ ਨੂੰ ਹੋਕੇ ਦੇਣ ਡਏ ਆ ਕਿ ਆਜੋ ਆਜੋ ਸਾਡੇ ਇੱਥੇ ਵਪਾਰ ਕਰੋ, ਦੂਸਰੇ ਪਾਸੇ ਆਪ ਹੀ ਕਹੀ ਜਾਂਦੇ ਆ ਅਸੀਂ ਦੇਖੋ ਜੀ 7 ਅੱਤਵਾਦੀ ਮੈਡਿਊਲ ਫੜ ਲਏ, ਉਹਦੇ 'ਚ 43 ਅੱਤਵਾਦੀ ਫੜ ਲਏ। ਕਿਹੜੇ ਅੱਤਵਾਦੀ? WhatsApp ਤੇ ਚੈਟ ਕਰਦੇ ਫੜ ਲਏ, ਉਹ ਅੱਤਵਾਦੀ ਫੜ ਲਏ। ਸੋ ਇਹਨਾਂ ਨੂੰ ਥੋੜਾ ਜਿਹਾ ਸੂਝ ਬੂਝ ਤੋਂ ਕੰਮ ਲੈਣ ਦੀ ਜ਼ਰੂਰਤ ਹੈ। ਏਜੰਸੀਆਂ ਆਪ ਦਾ ਕੰਮ ਕਰਨ, ਪੜਤਾਲ ਕਰਨ, ਉਸ ਤੋਂ ਬਾਅਦ ਕਿਸੇ ਨਤੀਜੇ ਤੇ ਪਹੁੰਚਦੀਆਂ, ਉਹ ਆਪਣੇ ਪੱਧਰ ਤੇ ਬਿਆਨ ਦੇਣ। ਇਹ ਐਵੇਂ ਘਰੇ ਬੈਠੇ ਉੱਥੇ ਜਾਂਚਾਂ ਪੜਤਾਲਾਂ ਕਰਕੇ ਬਿਆਨ ਦੇ ਦਿੰਦੇ ਆ। ਔਰ ਸਾਡੀਆਂ ਹਾਲੇ ਤੱਕ ਜਿਹੜੀਆਂ ਜਾਂਚ ਏਜੰਸੀਆਂ, ਕਮਾਲ ਦੀ ਗੱਲ ਹੈ, ਉਹ ਤੇ ਕਿਸੇ ਕੇਸ ਨੂੰ ਟ੍ਰੇਸ ਹੀ ਨਹੀਂ ਕਰ ਸਕੀਆਂ। ਗਗਨੇਜੇ ਵਾਲਾ ਨਹੀਂ, ਮਾਤਾ ਚੰਦ ਕੌਰ ਵਾਲਾ ਨਹੀਂ, ਬੇਅਦਬੀਆਂ ਵਾਲਾ ਨਹੀਂ, ਕੋਈ ਕੇਸ ਹਾਲੇ ਤੱਕ ਉਹਨਾਂ ਨੇ ਹੱਲ ਨਹੀਂ ਕੀਤਾ। ਇਹ ਪਤਾ ਨਹੀਂ ਕਿਹੜੀ ਖੁਰਦਬੀਨ ਨਾਲ ਵੇਖ ਲੈਂਦੇ ਆ ਕਿ ਜਿਹੜਾ ਇੱਥੇ ਵਾਰਦਾਤ ਕਰਕੇ ਗਿਆ ਉਹ ਫਲਾਣੀ ਥਾਂ ਤੇ ਬੈਠਾ, ਉਹ ਭਾਵੇਂ ਦਿਸੇ ਨਾ ਦਿਸੇ, ਉਹਦੇ ਪਿੱਛੇ ਜਿਹੜਾ ਬੈਠਾ ਕੋਈ ਕੈਨੇਡਾ ਕੋਈ ਜਾਪਾਨ, ਉਹਨੂੰ ਦੇਖ ਲੈਂਦੇ ਆ ਦੂਰਬੀਨ ਰਾਹੀਂ। ਪਤਾ ਨਹੀਂ ਦੂਰਬੀਨ ਕਿੱਥੋਂ ਬਣਾਈ ਇਹਨਾਂ ਨੇ ਸਾਈ ਤੇ। ਜੀ ਵਾਕਈ ਜੀ। ਤੇ ਮਿੰਟੂ ਜੀ, ਅਗਲੀ ਜਿਹੜੀ ਗੱਲ ਕਰੀਏ ਸਮਾਜਿਕ ਤਾਣੇ ਬਾਣੇ ਨਾਲ ਜੁੜੀ ਹੋਈ ਗੱਲ ਆ ਵੀ ਲੰਗਰ 'ਚੋਂ ਦਾਲ ਲਿਜਾਣ ਤੇ ਦਲਿਤ ਕੁੜੀ ਨੇ ਬੇਇੱਜ਼ਤੀ ਤੋਂ ਪਰੇਸ਼ਾਨ ਹੋ ਕੇ ਜ਼ਹਿਰ ਖਾ ਲਿਆ। ਦੇਖੋ ਇਹ ਕਾਫੀ ਪਰੇਸ਼ਾਨ ਕਰਨ ਵਾਲੀ ਖਬਰ ਆ। ਹੁਣ ਇਸ ਖਬਰ ਦੇ ਕਈ ਪਹਿਲੂ ਵੀ ਸਾਹਮਣੇ ਆਉਂਦੇ ਪਏ ਆ। ਜਿਹੜਾ ਪ੍ਰਬੰਧਕ ਜਿਹਦੇ ਤੇ ਦੋਸ਼ ਲੱਗਦੇ ਪਏ ਆ ਕਿ ਉਸ ਪ੍ਰਬੰਧਕ ਨੇ ਕੁੜੀ ਨੂੰ ਰੋਕਿਆ, ਕੁੜੀ ਨੂੰ ਕਾਫੀ ਉਹਨੇ ਉੱਚਾ ਨੀਵਾਂ ਬੋਲਿਆ, ਤੇ ਜਿਹੜੀ ਲਿਫਾਫੇ 'ਚ ਦਾਲ ਪਾ ਕੇ ਆਪਣੀ ਮਾਂ ਵਾਸਤੇ ਲੈ ਕੇ ਚੱਲੀ ਸੀ ਕਿਉਂਕਿ ਉਹ ਬਿਮਾਰ ਹੈ, ਉਹਨੂੰ ਏਦਾਂ ਲੱਗਿਆ ਕਿ ਸਬਜ਼ੀ ਭਾਜੀ ਉਹਦੇ ਤੋਂ ਨਹੀਂ ਬਣਨੀ, ਉਹ ਦਾਲ ਵਾਪਸ ਲੰਗਰ ਦੇ ਵਿੱਚ ਪਵਾਈ ਗਈ। ਉਹ ਪ੍ਰਬੰਧਕ ਕਹਿੰਦਾ ਕਿ ਜੀ ਮੈਂ ਕੁੜੀ ਨੂੰ ਕੋਈ ਬਹੁਤਾ ਉੱਚਾ ਨੀਵਾਂ ਨਹੀਂ ਬੋਲਿਆ, ਮੈਂ ਸਿਰਫ ਉਹਨੂੰ ਇੰਨਾ ਆਖਿਆ ਕਿ ਇਹ ਜੂਠ ਮਾਠ ਲੱਗਦੀ ਆ, ਲੰਗਰ ਦੇ ਜਿਹੜੇ ਭਾਂਡੇ ਉਹਨਾਂ ਨੂੰ ਹੱਥ ਇਸ ਤਰ੍ਹਾਂ ਨਹੀਂ ਲਾਈਦੇ। ਤੇ ਫਿਰ ਉਹ ਦਾਲ ਜਿਹੜੀ ਵਾਪਸ ਪਵਾ ਲਈ ਗਈ ਹੈ ਕਿ ਇਹ ਲੰਗਰ ਹੈ ਜਿਹੜੇ ਘਰਾਂ ਵਾਸਤੇ ਨਹੀਂ ਹੁੰਦੇ। ਇੰਨੀ ਗੱਲ ਹੋਈ ਹੈ, ਇਸ ਤੋਂ ਵੱਧ ਗੱਲ ਨਹੀਂ ਹੋਈ। ਪ੍ਰਬੰਧਕ ਤੇ ਇਹ ਗੱਲ ਕਹਿੰਦਾ, ਪਰ ਮੁਕੱਦਮਾ ਤੇ ਦਰਜ ਹੋ ਗਿਆ ਨਾ। ਦੂਜੇ ਪਾਸੇ ਉਸ ਕੁੜੀ ਨੇ ਜ਼ਹਿਰ ਖਾ ਲਿਆ। ਕੋਈ ਮਾੜੀ ਮੋਟੀ ਗੱਲ ਤੋਂ ਤੇ ਇਸ ਤਰ੍ਹਾਂ ਜ਼ਹਿਰ ਨਹੀਂ ਖਾਂਦਾ। ਇਹ ਵੀ ਸੋਚਣ ਵਾਲੀ ਗੱਲ, ਵਿਚਾਰਨ ਵਾਲੀ ਗੱਲ ਆ। ਹੁਣ ਦੂਜੀ ਗੱਲ ਜਿਹੜੀ ਪ੍ਰਬੰਧਕ ਸਾਹਿਬ ਕਰਦੇ ਪਏ ਆ ਕਿ ਦੇਖੋ ਜੀ ਅਸੀਂ ਤੇ ਕਿਹਾ ਕਿ ਭਾਂਡਿਆਂ ਨੂੰ ਜੂਠੇ ਹੱਥ ਲੱਗਦੇ ਆ, ਤੇ ਜਦੋਂ ਜੂਠੇ ਹੱਥ ਲੱਗ ਹੀ ਗਏ, ਲਿਫਾਫਾ ਉਹਦੇ ਹੱਥ 'ਚ ਸੀ ਤੇ ਵਾਪਸ ਦਾਲ ਜਾ ਕੇ ਭਾਂਡਿਆਂ 'ਚ ਪਵਾਈ ਹੋਊਗੀ, ਜੂਠ ਮਾਠ ਤੇ ਉਦੋਂ ਵੀ ਅੰਦਰ ਗਈ ਹੋਊਗੀ ਨਾ ਭਾਂਡਿਆਂ ਦੇ। ਸੋ ਇਹ ਥੋੜੀ ਜਿਹੀ ਇਹਨਾਂ ਨੂੰ ਆਪਣੀ ਮਾਨਸਿਕਤਾ, ਜਿਹੜੇ ਇਸ ਤਰ੍ਹਾਂ ਦੇ ਪ੍ਰਬੰਧਕ ਆ, ਉਹਨਾਂ ਨੂੰ ਥੋੜੀ ਜਿਹੀ ਉਦਾਰਵਾਦੀ ਬਣਾਉਣੀ ਚਾਹੀਦੀ ਹੈ। ਸੰਗਤ ਤੇ ਪੰਗਤ ਦਾ ਦਸਤੂਰ ਆ, ਸੰਗਤ ਤੇ ਪੰਗਤ ਦੀ ਬਹੁਤ ਮਹਾਨ ਰਵਾਇਤ ਆ, ਪਰ ਕਈ ਥਾਈਂ ਕਈ ਮੌਕਿਆਂ ਤੇ ਲੰਗਰ ਆਪ ਵੀ ਲੋੜਵੰਦ ਕੋਲ ਪਹੁੰਚਦਾ। ਅਸੀਂ ਉਹ ਸਾਖੀ ਸੁਣਦੇ ਹੀ ਆ ਨਾ ਬਾਬੇ ਨਾਨਕ ਵਾਲੀ। ਵੈਸੇ ਅੱਜ ਬਾਬੇ ਨਾਨਕ ਦਾ ਗੁਰਪੁਰਬ ਵੀ ਹੈ ਮੇਰੇ ਖਿਆਲ ਦੇ ਨਾਲ, ਕੱਲ ਨੂੰ, ਜਿਹੜੀ ਸਾਖੀ
ਕੱਲ ਨੂੰ ਜੀ ਸਾਡੇ ਜੀ। ਮਿਲਾਂ ਦਾ ਇੱਕ ਦਿਨ ਪਹਿਲਾਂ ਤੁਹਾਡੇ ਹੋ ਜਾਣਾ। ਜੀ ਸੋ ਸਵੇਰ ਸ਼ਾਮ ਦਾ ਫਰਕ ਹੈ, ਕੱਲ ਨੂੰ ਹੋਏਗਾ। ਚਲੋ ਮੈਂ ਗਲਤੀ ਮੰਨਦਾ, ਮੈਨੂੰ ਪਤਾ ਨਹੀਂ ਉਹਦੇ ਬਾਰੇ। ਗੁਰੂ ਨਾਨਕ ਬਾਰੇ ਅਸੀਂ ਸਾਖੀ ਸੁਣਦੇ ਆ ਨਾ ਕਿ ਉਹ ਆਪ ਗਏ ਸਾਧੂਆਂ ਕੋਲ, ਭੁੱਖੇ ਸਾਧੂਆਂ ਨੂੰ ਉਹਨਾਂ ਨੇ ਭੋਜਨ ਛਕਾਇਆ, ਉਹ ਲੰਗਰ ਲੈ ਕੇ ਆਪ ਹੀ ਗਏ ਸੀ ਨਾ ਲੋੜਵੰਦ ਕੋਲ। ਜੇ ਮੰਨ ਲਓ ਕੋਈ ਲੋੜਵੰਦ ਬੰਦਾ ਨਹੀਂ ਆ ਸਕਦਾ ਤੇ ਇਹਦੇ ਚ ਕੀ ਹਰਜਾ? ਜੇ ਲੰਗਰ ਉਹਦੇ ਕੋਲ ਪਹੁੰਚ ਜਾਵੇ ਤਾਂ ਮੇਰੇ ਖਿਆਲ ਦੇ ਨਾਲ ਥੋੜੀ ਜੀ ਇਹੋ ਜੀ ਸਾਡੀ ਮੈਂਟੈਲਿਟੀ ਜਿਹੜੀ ਬਣੀ ਇੱਥੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਦੀ, ਉਹਨੂੰ ਚੇਂਜ ਕਰਨ ਦੀ ਜ਼ਰੂਰਤ ਹੈ, ਉਹਨੂੰ ਬਦਲਣ ਦੀ ਜ਼ਰੂਰਤ ਆ ਕਿ ਦੇਖੋ ਇੰਨਾ ਵੀ ਜ਼ਿਆਦਾ ਤੁਸੀਂ ਨਾ ਕਰੋ ਕਿ ਕੋਈ ਦਾਲ ਲੈ ਹੀ ਗਿਆ, ਜੇ ਗਲਤੀ ਕਰ ਲਈ ਉਹਨੂੰ ਪਿਆਰ ਦੇ ਨਾਲ ਸਮਝਾ ਦਿਓ। ਜੇ ਸਮਝਾਉਣਾ ਵੀ ਆ ਕੁਛ, ਉਹਨੂੰ ਅਦਬ ਦੇ ਨਾਲ, ਉਹਨੂੰ ਪਿਆਰ ਸਤਿਕਾਰ ਦੇ ਨਾਲ ਕਿ ਇਹ ਜਿਹੜੀਆਂ ਚੀਜ਼ਾਂ ਨੇ ਉਹ ਰਾਹੋ ਰੀਤਾਂ ਦੇ ਨਾਲ ਬੱਝੀਆਂ ਹੋਈਆਂ, ਤੁਸੀਂ ਇਸ ਤਰ੍ਹਾਂ ਨਾ ਕਰੋ। ਪਰ ਕੁਛ ਨਾ ਕੁਛ ਤੇ ਵਾਪਰਿਆ ਨਾ ਇਹੋ ਜਿਹਾ, ਜਿਹੜਾ ਉਹ ਕੁੜੀ ਨੇ ਜ਼ਹਿਰ ਖਾਧਾ, ਹੁਣ ਮੁਕੱਦਮਾ ਵੀ ਦਰਜ ਹੋ ਗਿਆ। ਪਰ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਇਸ ਮਾਮਲੇ ਤੇ ਜਿੰਨੀ ਕਿਰਕਰੀ ਹੋਈ ਹੈ ਖਾਸ ਤੌਰ ਤੇ ਗੁਰੂ ਘਰ ਦੇ ਪ੍ਰਬੰਧਾਂ ਦੀ, ਉਹਦੀ ਭਰਪਾਈ ਤੇ ਕਿਤੋਂ ਵੀ ਨਹੀਂ ਹੋਣੀ। ਜ਼ਰੂਰਤ ਆ ਕਿ ਇਹੋ ਜਿਹੇ ਲੋਕ ਜਿਹੜੇ ਪ੍ਰਬੰਧ ਨੂੰ ਸਾਂਭਦੇ ਦੇਖਦੇ ਆ, ਉਹ ਥੋੜਾ ਬਹੁਤ ਸੋਚ ਕੇ ਚੱਲਣ, ਥੋੜਾ ਬਹੁਤ ਵਿਚਾਰ ਕੇ ਚੱਲਣ, ਕਿਉਂਕਿ ਮੁੜ ਕੇ ਇਹ ਅਸਲ ਦੇ ਵਿੱਚ ਭੰਡੀ ਦਾ ਸਾਧਨ ਬਣ ਜਾਂਦਾ। ਜਿਹੜੇ ਗੁਰੂ ਘਰਾਂ ਦੇ ਆਲੋਚਕ ਆ ਇਹ ਇਹੋ ਜਿਹੇ ਨੁਕਤਿਆਂ ਨੂੰ ਬਹੁਤ ਸ਼ਿੱਦਤ ਦੇ ਨਾਲ ਉਭਾਰਦੇ ਅੱਗੇ। ਜੀ ਜੀ ਜੀ। ਤੇ ਅਗਲੀ ਆਪਾਂ ਮਿੰਟੂ ਜੀ ਗੱਲ ਕਰ ਲਈਏ ਵੀ ਨਰਿੰਦਰ ਮੋਦੀ ਦਾ ਬਿਆਨ ਵੀ ਕਾਂਗਰਸ ਜੋਕਰਾਂ ਦਾ ਟੋਲਾ, ਵੈਸੇ ਹੋਰ ਵੀ ਕਈ ਕੁਝ ਉਹਦਾ ਕਹਿ ਚੁੱਕੇ ਆ, ਪਰ ਇਹ ਵੀ ਬੜਾ ਦਿਲਚਸਪ ਜਿਹਾ ਬਿਆਨ ਆਇਆ। ਦੇਖੋ ਬੜੀ ਨੀਵੇਂ ਪੱਧਰ ਦੀ ਇੱਥੇ ਸਿਆਸਤ ਚੱਲਦੀ ਪਈ ਆ। ਕਾਂਗਰਸ ਜੋਕਰਾਂ ਦਾ ਟੋਲਾ, ਕਾਂਗਰਸ ਦੇ ਵਿੱਚ ਤੇ ਬਿਰਧ ਵੀ ਹੋਣਗੇ ਨਾ 70-80 ਸਾਲ ਦੇ, 90 ਸਾਲ ਦੇ। ਔਰ ਜਿਹੜਾ ਇਸ ਦੇਸ਼ ਦਾ ਰਾਸ਼ਟਰਪਤੀ ਰਹਿ ਕੇ ਗਿਆ ਅੱਗੇ ਪ੍ਰਣਬ ਮੁਖਰਜੀ, ਉਹ ਤੇ ਕਾਂਗਰਸ ਦੇ ਵਿੱਚੋਂ ਹੀ ਆਇਆ ਨਾ। ਜਿਹੜਾ ਪ੍ਰਧਾਨ ਮੰਤਰੀ ਪਿਛਲਾ ਰਹਿ ਕੇ ਗਿਆ ਉਹ ਵੀ ਤੇ ਕਾਂਗਰਸ ਦੇ ਵਿੱਚ ਹੀ ਹੈ ਨਾ, ਮਨਮੋਹਨ ਸਿੰਘ। ਜਿਹੜੇ ਬਿਰਧ ਉਹਨਾਂ ਦੇ ਵਿੱਚ ਬੰਦੇ ਬੈਠੇ ਆ, ਇਹ ਜੋਕਰ ਸ਼ਬਦ ਔਰ ਜੋਕਰਾਂ ਦਾ ਟੋਲਾ ਕਹਿਣਾ ਕਾਂਗਰਸ ਨੂੰ ਤੇ ਬੜੀ ਗਲਤ ਗੱਲ ਹੈ। ਅਸੀਂ ਤੇ ਇਹ ਵੀ ਨਹੀਂ ਕਹਿ ਸਕਦੇ ਕਿ ਕਾਂਗਰਸ ਘਪਲੇਬਾਜ਼ਾਂ ਦੀ ਪਾਰਟੀ ਹੈ, ਕਿਉਂਕਿ ਘਪਲੇ ਗਿਣਤੀ ਦੇ ਲੋਕਾਂ ਨੇ ਕੀਤੇ ਹੋਣਗੇ। ਸਾਰੇ ਜਿੰਨੇ ਉਹਨਾਂ ਦੇ ਕਾਂਗਰਸ ਦੇ ਕਾਰਕੁਨ ਆ ਪੂਰੇ ਇੰਡੀਆ ਦੇ ਵਿੱਚ, ਉਹ ਸਾਰੇ ਦੇ ਸਾਰੇ ਚ ਨਹੀਂ ਘਪਲੇਬਾਜ਼, ਸਾਰਿਆਂ ਦੇ ਘਰ ਤੇ ਨਹੀਂ ਹਿੱਸਾ ਪੁੱਟੀ ਜਾਂਦੀ। ਸੋ ਤੋਲ ਕੇ ਬੋਲਣਾ ਚਾਹੀਦਾ। ਪਰ ਇਸ ਸਮੇਂ ਰਾਜਨੀਤੀ ਹੈ ਜਿਹੜੀ ਬਹੁਤ ਹੌਲੇ ਮਿਆਰ ਤੇ ਬਹੁਤ ਹੇਠਲੇ ਮਿਆਰ ਤੇ ਚਲੇ ਗਈ ਆ। ਦੇਖੋ ਹੋਣ ਕੀ ਡਿਆ, ਰਾਹੁਲ ਗਾਂਧੀ ਦੇ ਟਵਿੱਟਰ ਅਕਾਊਂਟ ਤੇ ਇਹਨਾਂ ਨੇ ਸਵਾਲ ਚੁੱਕੇ ਕਿ ਰਾਹੁਲ ਗਾਂਧੀ ਦੇ ਜਿਹੜੇ ਟਵੀਟ ਆ ਉਹਨਾਂ ਨੂੰ ਰੀਟਵੀਟ ਵੱਖ-ਵੱਖ ਮੁਲਕਾਂ ਚੋਂ ਕੀਤਾ ਜਾਂਦਾ ਔਰ ਉਹ ਲੋਕ ਪੇਡ ਆ। ਬਾਅਦ ਦੇ ਵਿੱਚ ਰਾਹੁਲ ਗਾਂਧੀ ਨੇ ਕੀ ਕੀਤਾ ਕਿ ਕੁੱਤੇ ਦੀ ਫੋਟੋ ਲਾ ਕੇ ਟਵੀਟ ਦੇ ਵਿੱਚ ਕਹਿੰਦਾ ਕਿ ਮੇਰੇ ਟਵੀਟ ਤੇ ਇਹ ਕਰਦਾ। ਤੇ ਅੱਗੇ ਭਾਜਪਾ ਵਾਲਿਆਂ ਨੇ ਵੀ ਇਹੋ ਕੰਮ ਕੀਤਾ। ਉਹਦੇ ਮੁਕਾਬਲੇ ਇੱਕ ਵੱਡਾ ਸਾਰਾ ਕੁੱਤਾ, ਕਹਿੰਦੇ ਉਹ ਕੁੱਤਾ ਤਾਂ ਕੁਛ ਵੀ ਨਹੀਂ, ਆਹ ਕੁੱਤਾ ਦੇਖੋ। ਉੱਥੋਂ ਦਾ ਜਿਹੜਾ ਗੁਜਰਾਤ ਦਾ ਮੁੱਖ ਮੰਤਰੀ ਹੈ ਮਿਸਟਰ ਵਿਜੇ ਰੂਪਾਨੀ, ਉਹਨੇ ਤੇ ਰਾਹੁਲ ਗਾਂਧੀ ਨੂੰ ਚਮਗਿੱਦੜ ਤੱਕ ਕਹਿ ਦਿੱਤਾ। ਕਹਿੰਦਾ ਕਿ ਇਹ ਜਿਹੜਾ ਗੁਜਰਾਤ ਦਾ ਵਿਕਾਸ ਇਹਨੂੰ ਦੀਦਾ ਨਹੀਂ, ਇਹ ਤੇ ਚਮਗਿੱਦੜ ਹੈ, ਕਿਉਂਕਿ ਚਮਗਿੱਦੜਾਂ ਨੂੰ ਨਹੀਂ ਦਿਸਦਾ, ਬਾਕੀ ਸਾਰੇ ਲੋਕਾਂ ਨੂੰ ਦਿਸੀ ਜਾਂਦਾ। ਇਹ ਕਦੇ ਗਧੇ ਦੀ ਰਾਜਨੀਤੀ ਸ਼ੁਰੂ ਹੋ ਜਾਂਦੀ, ਕਦੇ ਕੁੱਤੇ ਦੀ ਰਾਜਨੀਤੀ ਸ਼ੁਰੂ ਹੋ ਜਾਂਦੀ ਹੈ, ਕਦੇ ਇੱਥੇ ਚਮਗਿੱਦੜਾਂ ਦੀ ਰਾਜਨੀਤੀ ਸ਼ੁਰੂ ਹੋ ਜਾਂਦੀ ਆ, ਹੁਣ ਜੋਕਰਾਂ ਦੀ ਰਾਜਨੀਤੀ ਸ਼ੁਰੂ ਹੋ ਗਈ ਹੈ। ਰਾਜਨੀਤੀ ਮੁੱਦਿਆਂ ਦੀ ਸ਼ੁਰੂ ਨਹੀਂ ਹੁੰਦੀ ਪਈ। ਸਹੀ ਗੱਲ ਹੈ। ਮੇਰੇ ਖਿਆਲ ਦੇ ਨਾਲ ਪ੍ਰਧਾਨ ਮੰਤਰੀ ਨੂੰ ਇਹੋ ਜਿਹੇ ਸ਼ਬਦ ਨਹੀਂ ਬੋਲਣੇ ਚਾਹੀਦੇ। ਦੂਜੇ ਬੋਲਦੇ ਸੋ ਬੋਲੀ ਜਾਣ, ਪਰ ਪ੍ਰਧਾਨ ਮੰਤਰੀ ਕੰਮ ਸ਼ੁਰੂ ਕਰਦਾ ਗਧੇ ਵਾਲਾ ਵੀ ਜਿਹੜਾ ਇੱਥੇ ਗਧੀ ਗੇੜ ਪਾਇਆ ਸੀ, ਉਹ ਪ੍ਰਧਾਨ ਮੰਤਰੀ ਤੋਂ ਕਿਤੇ ਨਾ ਕਿਤੇ ਸ਼ੁਰੂ ਹੋਇਆ ਸੀਗਾ। ਜੀ ਜੀ, ਇਹ ਜਾਨਵਰਾਂ ਦੀਆਂ ਗੱਲਾਂ ਕਰਨ ਲੱਗੇ ਹੋਏ ਨੇ ਸਾਰੇ ਜਾਣੇ, ਪਤਾ ਨਹੀਂ ਕੀ ਦੱਸਣਾ ਚਾਹੁੰਦੇ ਨੇ। ਤੇ ਮਿੰਟੂ ਜੀ ਆਪਾਂ ਇੱਥੇ ਇੱਕ ਬ੍ਰੇਕ ਲਵਾਂਗੇ ਤੇ ਇਸ ਤੋਂ ਬਾਅਦ ਦੇ ਵਿੱਚ ਹੁਣ ਆਪਾਂ ਕਾਲਸ ਲੈਣੀਆਂ ਸ਼ੁਰੂ ਕਰਾਂਗੇ। ਸਰੋਤਿਓ, ਜੇਕਰ ਤੁਸੀਂ ਵੀ ਕਾਲ ਕਰਕੇ ਕੋਈ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਮਿੰਟੂ ਗੁਰਸਰੇ ਜੀ ਨੂੰ, ਹੁਣ ਤੁਸੀਂ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ ਨੰਬਰ 408-272 5200 4082725200 ਦੇ ਉੱਤੇ। ਤੇ ਮਿਲਦੇ ਹਾਂ ਆਪਣੇ ਸਰੋਤਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ 'ਚ। ਥੈਂਕਸਗਿਵਿੰਗ ਤੇ ਬਲੈਕ ਫਰਾਈਡੇ ਤੇ ਚੀਨਾ ਜੁਐਲਰਸ ਦੀ 8ਵੀਂ ਧਮਾਕਾ ਸੇਲ 23 ਅਤੇ 24 ਨਵੰਬਰ ਨੂੰ ਮਿਸ ਨਾ ਕਰ ਦੇਣਾ। ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ
22 कैरेट सोने दी ज्वेलरी सेल प्राइस ते इंडिया तो घट रेट ते गारंटी। ਡਾਇਮੰਡ ਜੁਐਲਰੀ ਤੇ 50 ਤੋਂ 70% ਆਫ ਤੇ ਦੋਨੋਂ ਦਿਨ ਪਹਿਲੇ 50 ਕਸਟਮਰਸ ਦੇ ਲਈ ਲੱਕੀ ਡਰਾ, ਜਿਸ ਵਿੱਚ 10 ਕਸਟਮਰਸ ਨੂੰ ਡਾਇਮੰਡ ਰਿੰਗ ਅਤੇ 20 ਕਸਟਮਰ ਲਈ 골ਡ ਆਈਟਮ ਤੇ ਬਾਕੀ 70 ਜਾਣਿਆਂ ਲਈ ਸਪੈਸ਼ਲ ਗਿਫਟ। ਆਪਣੇ ਪੁਰਾਣੇ ਗਹਿਣੇ ਲੈ ਆਓ ਤੇ ਬਿਨਾਂ ਕੋਈ ਕਾਟ ਕੱਟੇ ਨਵੇਂ ਗਹਿਣੇ ਬਦਲ ਕੇ ਲੈ ਜਾਓ। ਸਵਿਸ ਮੇਡ 골ਡ ਬਿਸਕਟ 골ਡ ਦੇ ਰੇਟ ਨਾਲ ਸਿਰਫ $15 ਹੋਰ ਦੇ ਕੇ ਖਰੀਦੋ। ਇਹ ਆਫਰ ਚੀਨਾ ਜੁਐਲਰਸ ਦੇ ਵੱਲੋਂ ਇੰਦਰਜੀਤ ਚੀਨਾ ਜੀ ਦੇ ਰਹੇ ਨੇ, ਕਿਉਂਕਿ ਉਹਨਾਂ ਨੂੰ ਵੀ ਹੈ ਆਪਣੇ ਕਸਟਮਰਸ ਦਾ ਖਿਆਲ। ਨਾਲੇ ਲਾਈਨ 'ਚ ਖੜਿਆਂ ਦੀ ਚਾਹ ਪਾਣੀ ਨਾਲ ਸੇਵਾ ਵੀ ਕਰਦੇ ਨੇ, ਸੋ ਪਹੁੰਚਣਾ ਨਾ ਭੁੱਲਣਾ। 23 ਅਤੇ 24 ਨਵੰਬਰ ਨੂੰ ਸਵੇਰੇ 9 ਤੋਂ ਸ਼ਾਮ 6 ਵਜੇ ਤੱਕ। ਚੀਨਾ ਜੁਐਲਰਸ 7454 ਸਟਾਕਟਨ ਬੁਲੇਵਾਰਡ ਸਵੀਟ ਏ ਸੈਕਰਾਮੈਂਟੋ। ਕਾਲ 9169563094 916 956 3094। ਹਾਂ ਯਾਦ ਕਰਵਾ ਦਈਏ, ਥੈਂਕਸਗਿਵਿੰਗ ਤੇ ਬੈਂਕ ਬੰਦ ਹੁੰਦੇ ਨੇ, ਕੈਸ਼ ਪਹਿਲਾਂ ਹੀ ਕਢਾ ਲਿਓ। ਸੈਕਰਾਮੈਂਟੋ ਦੀ ਰਿਪਬਲਿਕ ਲੌਜਿਸਟਿਕ ਸਰਵਿਸ ਵਾਲਿਆਂ ਨੂੰ ਇਸ ਮੌਕੇ ਡਿਸਪੈਚਰ ਕਸਟਮਰ ਸਰਵਿਸ ਰੈਪ ਦੀ ਤੁਰੰਤ ਜ਼ਰੂਰਤ ਹੈ। ਵਧੀਆ ਤਨਖਾਹ ਦਾ ਵਾਅਦਾ ਕਰਦੇ ਹਨ, 90 ਦਿਨਾਂ ਬਾਅਦ ਮੈਡੀਕਲ ਬੈਨੀਫਿਟ ਤੇ 1 ਸਾਲ ਬਾਅਦ 401k ਮਿਲੇਗਾ। ਬੋਨਸ ਅਤੇ ਪ੍ਰੋਫਿਟ ਸ਼ੇਅਰਿੰਗ ਵੀ ਹੋਵੇਗੀ। ਘੱਟੋ ਘੱਟ 1 ਸਾਲ ਦਾ ਐਕਸਪੀਰੀਅੰਸ ਹੋਵੇ, ਜੇਕਰ ਨਹੀਂ ਤਾਂ ਹਾਈ ਸਕੂਲ ਡਿਪਲੋਮਾ GED ਦੇ ਨਾਲ 1-2 ਸਾਲ ਐਕਸਪੀਰੀਅੰਸ ਵਾਲੇ ਵੀ ਅਪਲਾਈ ਕਰ ਸਕਦੇ ਹਨ। ਅਤੇ ਨਾਲ ਹੀ ਡਰਾਈ ਲੋਡਸ ਵਾਸਤੇ ਕੈਰੀਅਰਸ ਦੀ ਵੀ ਜ਼ਰੂਰਤ ਹੈ। ਹੋਰ ਜਾਣਕਾਰੀ ਲਈ ਕਾਲ ਸਤਬੀਰ ਭੰਗਲ ਜਾਂ ਐਸ਼ਲੀ 916 446 2257 9164462257। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਆਪ ਜੀ ਦਾ ਸੁਰਿੰਦਰ ਛਿੰਦਾ। ਸਤਿ ਸ਼੍ਰੀ ਅਕਾਲ, ਮੈਂ ਰਣਜੀਤ ਬਾਵਾ। ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 408 272 2500। ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਓਹੋ ਜੀ, ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕੈਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ! ਐ ਹੀ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ। ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ, ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ, ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਕਰ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ। ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ। ਬਸ ਛੇਤੀ ਕਾਲ ਕਰੋ ਤੇ ਅੱਜ ਹੀ ਬੁੱਕ ਕਰਾਓ। ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ 26 ਮੈਸੀ ਕੋਰਟ ਸੈਕਰਾਮੈਂਟੋ। ਫੋਨ 916673078822 ਤੇ 9163963853। ਯਾਦ ਹੈ ਨਾ, ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ ਸੈਕਰਾਮੈਂਟੋ। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ, ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਂਦਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 5304155959 530 415 5959। ਮੈਨੀ ਹੇਅਰ 5303007663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। You're listening to Punjabi Radio USA. KOBO Yuba City 1450 AM. KIID Sacramento 1470 AM. KWRU Fresno 1300 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ, ਤੇ ਮੇਰੇ ਨਾਲ ਇਸ ਟਾਈਮ ਜੁੜੇ ਹੋਏ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਲਸਰੀਆ ਜੀ। ਮਿੰਟੂ ਜੀ ਸਵਾਗਤ ਹੈ, ਜੀ ਆਇਆਂ ਨੂੰ ਜੀ ਇੱਕ ਵਾਰੀ ਫੇਰ ਜੀ। ਸ਼ੁਕਰੀਆ ਜੀ। ਤੇ ਬਿਲਕੁਲ ਸਰੋਤੇ, ਹੁਣ ਆਪਾਂ ਤੁਹਾਡੀਆਂ ਕਾਲਸ ਲੈ ਰਹੇ ਹਾਂ। ਤੁਸੀਂ ਵੀ ਕਾਲ ਕਰਕੇ ਜੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਮਿੰਟੂ ਜੀ ਨੂੰ ਤਾਂ ਕਾਲ ਕਰੋ। ਨੰਬਰ ਹੈਗਾ ਜੀ 408 272 5200 4082725200 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਤੇ ਆਪਣੇ ਕਾਲਰਸ ਦੇ ਵੱਲ ਵੱਧਦੇ ਆ। ਸਾਡੇ ਨਾਲ ਪਹਿਲੇ ਕਾਲਰ ਜੁੜ ਚੁੱਕੇ ਨੇ ਸੁੱਚਾ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਰਾਜ ਕਰਨਵੀਰ ਸਿੰਘ ਜੀ, ਮਿੰਟੂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਪਹਿਲੀ ਗੱਲ ਤਾਂ ਮਿੰਟੂ ਜੀ, ਮੈਂ ਤੁਹਾਡੀ ਇੰਟਰਵਿਊ ਸੁਣ ਰਿਹਾ ਸੀ ਸੰਧਾਵਾਲੀ ਦੇ ਨਾਲ, ਤੇ ਸੁਣ ਕੇ ਤੁਹਾਡੀ ਲਾਈਫ ਵੀ ਬਹੁਤ ਹਾਰਡ ਤਰੀਕੇ ਨਾਲ ਗੁਜ਼ਰੀ ਹੈ ਜੀ। ਇਹਦੇ ਵਿੱਚ ਚਲੋ ਤੁਸੀਂ ਵਧਾਈ ਦੇ ਪਾਤਰ, ਮੁੜ ਕੇ ਤੁਸੀਂ ਬੈਕ ਆ ਗਏ ਹੋ। ਤੇ ਦੂਸਰਾ, ਮੈਂ ਮਾਛੀਵਾੜਾ ਸਾਹਿਬ ਤੋਂ ਬਿਲੋਂਗ ਕਰਦਾ, ਮੈਂ ਜਨਵਰੀ 6 ਤੇ ਆਵਾਂ ਤੇ ਤੁਹਾਨੂੰ ਆ ਕੇ ਮਿਲਾਂਗੇ, ਤੁਸੀਂ ਬੰਦੇ ਬਹੁਤ ਵਧੀਆ। ਤੇ ਤੀਸਰਾ ਮੇਰੀ ਇਹ ਗੱਲ ਆ ਵੀ ਜਿੱਦਾਂ ਹੁਣ ਸੁਖਪਾਲ ਸਿੰਘ ਖਹਿਰੇ ਦਾ ਰੌਲਾ ਪਾਤਾ ਇਹਨਾਂ ਨੇ, ਹਨਾ, ਉਹਦੇ ਵਿੱਚ ਕਾਰਨ ਕੀ ਹੈ ਵੀ ਸੁਖਪਾਲ ਸਿੰਘ ਖਹਿਰਾ ਇੱਕ ਬੁਲਾਰਾ, ਜਿਹੜਾ ਤਾਬ ਦਾ ਬੁਲਾਰਾ ਹੈ ਔਰ ਸੱਚਾ ਸੁੱਚਾ ਬੰਦਾ ਹੈ, ਜਿੱਤੇ ਕੋਈ ਦਾਗ ਨਹੀਂ, ਬੇਦਾਗ ਬੰਦਾ ਹੈ, ਜਿਹਨੇ ਸਬਸਿਡੀ ਵੀ ਸਾਰਿਆਂ ਨੂੰ ਪਹਿਲਾਂ ਕੈਂਸਲ ਕੀਤੀ ਆ, ਇਹਨਾਂ 'ਚ ਕਿਸੇ ਨੇ ਨਹੀਂ ਕੀਤੀ। ਹੁਣ ਕਾਰਨ ਇਹੀ ਆ ਵੀ ਉਹ ਉਹਨੂੰ ਘੇਰਨਾ ਚਾਹੁੰਦੇ ਨੇ, ਵੀ ਇਹੀ ਬੋਲਦਾ ਵੀ ਇਹਦਾ ਮੂੰਹ ਬੰਦ ਕਰੋ, ਹਰੇਕ ਨੂੰ ਇਹ ਘੇਰਦਾ, ਬੰਦ ਨਾ ਕਰੋ, ਦੱਸੋ ਇਹਦੇ ਬਾਰੇ ਮਾੜਾ ਜਿਹਾ ਜੀ। ਦੇਖੋ, ਇਹ ਗੱਲ ਤੇ ਸਾਰੇ ਮੰਨਦੇ ਪਏ ਆ ਕਿ ਸੁਖਪਾਲ ਸਿੰਘ ਖਹਿਰਾ ਜਿਹੜਾ ਉਹ ਬੇਦਾਗ ਸ਼ਖਸੀਅਤ ਆ, ਉਹਦਾ ਕੋਈ ਵੀ ਇਹੋ ਜਿਹਾ ਕੰਮਕਾਰ ਅੱਜ ਤੱਕ ਇਹੋ ਜਿਹਾ ਨਹੀਂ ਜਾਪਦਾ ਜਿਹਨੂੰ ਆਪਾਂ ਦਾਗੀ ਕਹੀਏ। ਪਰ ਜਿਹੜਾ ਇਹ ਮੁੱਦਾ ਹੈ ਨਾ, ਇਹ ਮੁੱਦਾ ਅੱਜ ਦਾ ਨਹੀਂ, ਇਹ ਮੁੱਦਾ ਤੇ ਉਦੋਂ ਦਾ ਜਦੋਂ ਖਹਿਰਾ ਕਾਂਗਰਸ ਦੇ ਵਿੱਚ ਹੁੰਦਾ ਸੀ। ਇਹ ਕੇਸ ਦਰਅਸਲ ਉਦੋਂ ਦਾ ਇੱਕ ਚੀਜ਼। ਦੂਜੀ ਚੀਜ਼ ਇਹ ਆ ਕਿ ਦੇਖੋ, ਇਹ ਜਿਹੜਾ ਮੁੱਦਾ, ਇਹ ਅਸਲ ਦੇ ਵਿੱਚ ਹੁਣ ਮੁੱਦਾ ਕਹਿ ਲਓ ਜਾਂ ਮੁਰਦਾ ਕਹਿ ਲਓ, ਜਿਹੜਾ ਗੱਡਿਆ ਹੋਇਆ ਪੱਟਿਆ ਗਿਆ ਦੁਬਾਰਾ, ਇਹ ਉਸ ਦਿਨ ਪੱਟਿਆ ਗਿਆ ਜਿਸ ਦਿਨ ਕੇਸ ਇਹ ਖਤਮ ਹੋਇਆ। ਮਤਲਬ ਕਿ ਜਿਹੜਾ ਕੇਸ ਇਹ ਚੱਲਿਆ ਲਗਭਗ ਪੌਣੇ 3 ਸਾਲ, ਉਹਦਾ ਚਲਾਨ ਵੀ ਪੇਸ਼ ਹੋਇਆ, ਜਾਂਚ ਪੜਤਾਲ ਵੀ ਹੋਈ, ਗਵਾਹੀਆਂ ਵੀ ਹੋਈਆਂ, ਉਹਦੇ ਚ ਕਿਤੇ ਵੀ ਸੁਖਪਾਲ ਖਹਿਰਾ ਦਾ ਜ਼ਿਕਰ ਨਹੀਂ ਹੈ ਜੀ। ਅੰਤਲੇ ਦਿਨ, ਹੁਣ ਅੰਤਲੇ ਦਿਨ ਹੀ ਸਰਕਾਰੀ ਵਕੀਲ ਕਿਉਂ ਜਾਗਿਆ, ਇਹ ਬਹੁਤ ਵੱਡਾ ਕੁਐਸਚਨ ਮਾਰਕ ਹੈ, ਕਿਉਂਕਿ ਸਰਕਾਰੀ ਵਕੀਲ ਹੈ ਨਾ, ਕਿਉਂ ਜਾਗਿਆ? ਇਹ ਤੇ ਹੁਣ ਸੁਖਪਾਲ ਸਿੰਘ ਖਹਿਰਾ ਜਾਣੇ ਜਾਂ ਵਕੀਲ ਜਾਣੇ ਜਾਂ ਵਕੀਲ ਦੇ ਉੱਤੇ ਬੈਠੇ ਲੋਕ ਜਾਣਨ। ਹੁਣ ਅਦਾਲਤ ਨੂੰ ਤੇ ਅਸੀਂ ਕਿੰਤੂ ਪਰੰਤੂ ਦੇ ਦਾਇਰੇ 'ਚ ਨਹੀਂ ਲਿਆ ਸਕਦੇ, ਪਰ ਵਕੀਲ ਸਾਹਿਬ ਤੇ ਅਸੀਂ ਸਵਾਲ ਜ਼ਰੂਰ ਖੜਾ ਕਰ ਸਕਦੇ ਹਾਂ ਕਿ ਸਾਰੇ ਚੱਲਦੇ ਟ੍ਰਾਇਲ ਦੇ ਵਿੱਚ ਉਹਨਾਂ ਨੂੰ ਜਾਗ ਕਿਉਂ ਨਹੀਂ ਆਈ। ਜੇ ਸੁਖਪਾਲ ਸਿੰਘ ਖਹਿਰਾ ਨੂੰ ਉਹ ਸਮਝਦੇ ਆ ਕਿ ਸਮਨ ਕਰਕੇ ਸੱਦਣਾ ਜ਼ਰੂਰੀ ਹੈ, ਤਾਂ ਇੰਨਾ ਸਮਾਂ ਕਿਉਂ ਉਹ ਸੁੱਤੇ ਰਹੇ? ਇਹ ਸਭ ਤੋਂ ਵੱਡਾ ਸਵਾਲ ਆ। ਦੂਜੀ ਚੀਜ਼ ਇਹ ਆ ਕਿ ਦੇਖੋ, ਸੁਖਪਾਲ ਸਿੰਘ ਖਹਿਰਾ ਜੇ ਵਿਦਾ ਗਿਆ ਤੇ ਫਿਰ ਨਿਕਲ ਜਾਊਗਾ, ਕੋਈ ਵੱਡੀ ਗੱਲ ਨਹੀਂ ਹੈਗੀ। ਇਸ ਤਰ੍ਹਾਂ ਦੀਆਂ ਔਂਕੜਾਂ ਜਿਹੜੀਆਂ ਆਮ ਬੰਦੇ ਤੇ ਵੀ ਆਉਂਦੀਆਂ ਹੁੰਦੀਆਂ, ਤੇ ਫਿਰ ਵੀ ਪੋਲੀਟੀਸ਼ੀਅਨਸ ਨੇ ਇਹਨਾਂ ਦਾ ਬਹੁਤ ਵੱਡੇ ਵੱਡੇ ਮਹਾਰਥੀਆਂ ਦੇ ਨਾਲ ਵਾਸਤਾ ਹੁੰਦਾ। ਸੋ ਮੇਰੇ ਖਿਆਲ ਦੇ ਨਾਲ ਸੁਖਪਾਲ ਸਿੰਘ ਖਹਿਰਾ ਦੀ ਇਹ ਪ੍ਰੀਖਿਆ, ਵੈਸੇ ਉਹਦੀ ਅੱਗੇ ਵੀ ਪ੍ਰੀਖਿਆ ਹੋ ਚੁੱਕੀ, ਉਹਦੇ ਚ ਤਾਂ ਇੱਕ ਵਾਰੀ ਤਰਪਾਲ ਚੋਰੀ ਦਾ ਕੇਸ ਵੀ ਦਰਜ ਕਰ ਦਿੱਤਾ ਗਿਆ ਸੀਗਾ, ਇੱਕ ਨਮੋਸ਼ੀ ਵਾਲੀ ਗੱਲ ਹੈ, ਉਹਦੇ ਚ ਵੀ ਉਹ ਨਿਕਲ ਗਿਆ ਸੀਗਾ। ਸੋ ਘਬਰਾਉਣ ਵਾਲੀ ਗੱਲ ਨਹੀਂ, ਜੇ ਤੁਸੀਂ ਉਹਨਾਂ ਦੇ ਸਮਰਥਕ ਹੋ ਤਾਂ ਨਿਕਲ ਜਾਣਗੇ ਉਹ ਵੀ, ਜੇ ਉਹ ਬੇਦੋਸ਼ੀ ਹੋਏ। ਜੇ ਉਹਨੇ ਮਾੜਾ ਕੰਮ ਕੀਤਾ ਤੇ ਭਾਈ ਫਿਰ ਤੇ ਉਹਨੇ ਭੁਗਤਣੀਆਂ ਹੀ ਆ। ਰਹੀ ਗੱਲ ਤੁਹਾਡੇ ਆਉਣ ਦੀ, ਤੁਸੀਂ ਆਇਓ, ਮੈਂ ਤੁਹਾਡਾ ਇੰਤਜ਼ਾਰ ਕਰੂੰਗਾ, ਤੇ ਠੰਡ ਹੋਣੀ ਆ, ਫਿਰ ਤੁਹਾਨੂੰ ਚਾਹ ਦਾ ਕੱਪ ਵੀ ਪਿਆਵਾਂਗੇ, ਤੇ ਨਾਲੇ ਜੇ ਟਾਈਮ ਤੁਹਾਡੇ ਕੋਲ ਹੋਇਆ ਤੇ ਤੁਹਾਨੂੰ ਸਾਗ ਵੀ ਖਵਾਵਾਂਗੇ। ਕਿਆ ਬਾਤ ਹੈ, ਚਲੋ ਜੀ, ਥੈਂਕ ਯੂ। ਤੇ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਅਮਰਿੰਦਰ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਕਨਵੀਰ ਜੀ ਤੇ ਮਿੰਟੂ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਆਪਣੀ ਪਹਿਲਾਂ ਵੀ ਗੱਲ ਹੋਈ ਸੀ, ਮੈਂ ਤੁਹਾਡੇ ਗਵਾਂਢੀ ਸੂਬੇ ਹਨੂੰਮਾਨਗੜ੍ਹ ਤੋਂ ਇੱਥੇ ਹੀ ਰਹਿਣਾ, ਹਿਊਸਟਨ ਚ, ਤੇ ਮੈਂ ਸਾਡੇ ਸੂਬੇ ਬਾਰੇ ਗੱਲ ਕਰਨੀ ਹੈ। ਇੱਕ ਤੁਹਾਨੂੰ ਖਿਆਲ ਹੋਊਗਾ ਵੀ 2 ਵੀਕ ਪਹਿਲਾਂ ਇੱਕ ਖਬਰ ਆਈ ਸੀ ਕਿ ਜਿਹੜੇ ਪੁਲਿਸ ਵਾਲੇ ਹੈਗੇ ਆ, ਜਿਹੜੇ ਥੱਲੇ ਵਾਲੇ ਡਿਪਾਰਟਮੈਂਟ ਵਾਲੇ ਹੈ, ਨਾ ਕਿ ਔਨ ਟਾਪ ਵਾਲੇ, ਉਹਨਾਂ ਦੀਆਂ ਤਨਖਾਹਾਂ ਕੱਟ ਲਈਆਂ ਗਈਆਂ, ਤੇ ਕਹਿੰਦੇ ਕਿ ਇਹ ਗਲਤੀ ਨਾਲ ਜ਼ਿਆਦਾ ਦਿੱਤੀਆਂ ਜਾ ਰਹੀਆਂ ਸੀ 1 ਸਾਲ ਤੋਂ। ਤੇ ਜਦੋਂ ਉਹਨਾਂ ਨੇ ਗੱਲ ਉਠਾਈ ਤੇ ਉੱਪਰ ਵਾਲੇ ਕਹਿੰਦੇ ਵੀ ਅਸੀਂ ਤੁਹਾਡਾ ਸਾਥ ਨਹੀਂ ਦੇਣਾ, ਹੋ ਸਕਦਾ ਸਾਡੀਆਂ ਨਾ ਕੱਟੀਆਂ ਜਾਣ, ਕਦੇ ਹੁਣ ਤੁਸੀਂ ਕੱਟੀਆਂ। ਬਿੱਲ ਅਸੀਂ 200 ਜੀ ਦਾ ਬਿੱਲ ਸੀ ਬਿਜਲੀ ਦਾ, 400 ਸੀ, ਉਹਦਾ 20,000 ਗਲਤੀ ਨਾਲ ਆਉਂਦਾ ਵੀ ਸੁਣਿਆ, ਲੱਖ ਵੀ ਆਉਂਦਾ ਸੁਣਿਆ ਪਿੱਛੇ ਜੇ। ਪਰ ਇਹ ਨਵਾਂ ਹੀ ਮੁੱਦਾ ਉੱਠ ਕੇ ਆ ਗਿਆ, ਕਹਿੰਦੇ ਤਨਖਾਹਾਂ ਵੱਧ ਗਈਆਂ। ਜੀ ਜੀ, ਥੈਂਕ ਯੂ। ਇਹ ਉਹ ਕਾਫੀ ਰੌਲਾ ਪਿਆ ਉੱਥੇ ਤੁਹਾਡੇ ਸੂਬੇ ਦੇ ਵਿੱਚ, ਪੁਲਿਸ ਦੀਆਂ ਜਿਹੜੀਆਂ ਤਨਖਾਹਾਂ ਕੱਟੀਆਂ ਗਈਆਂ, ਮੇਰੇ ਖਿਆਲ ਦੇ ਨਾਲ ਉਹ ਕੱਟੀਆਂ ਗਈਆਂ ਨਹੀਂ, ਹੋ ਸਕਦਾ ਕਿ ਜਾਣ ਬੁੱਝ ਕੇ ਕਟਵਾਈਆਂ ਗਈਆਂ ਹੋਣ। ਏਡੀ ਵੱਡੀ ਗਲਤੀ ਨਹੀਂ ਹੋ ਸਕਦੀ ਕਿ ਸਾਰੇ ਪੁਲਿਸ ਮੁਲਾਜ਼ਮਾਂ ਦੀਆਂ ਔਰ ਬਹੁਤ ਸਾਰੇ ਪੁਲਿਸ ਮੁਲਾਜ਼ਮਾਂ ਦੀਆਂ ਤਨਖਾਹਾਂ ਕੱਟੀਆਂ ਜਾਣ। ਉੱਦਾਂ ਰਾਜਸਥਾਨ ਸਰਕਾਰ ਅੱਜ ਕੱਲ ਕਿੱਦਾਂ ਦੇ ਕੰਮ ਕਰਦੀ ਪਈ ਆ, ਉਹ ਤੁਹਾਡੇ ਤੋਂ ਬਿਹਤਰ ਕੋਈ ਨਹੀਂ ਜਾਣਦਾ ਹੋਣਾ। ਬੇਸ਼ੱਕ ਹਾਲੇ ਉਹ ਕਾਨੂੰਨ ਲਿਆ ਰਹੇ, ਕਾਲਾ ਕਾਨੂੰਨ ਜੇ ਉਹ ਲੈ ਆਂਦਾ ਫਿਰ ਤੇ ਸਭ ਕੁਛ ਹੀ ਹੈ ਜਿਹੜਾ ਉਹਨਾਂ ਦਾ ਨੱਪਿਆ ਜਾਣਾ। ਤੇ ਜੇ ਉਹ ਕਾਲਾ ਕਾਨੂੰਨ ਨਾ ਆਇਆ, ਕਾਲੇ ਨੂੰ ਤਾਲੇ ਲੱਗੇ, ਤਾਂ ਫਿਰ ਇਹਨਾਂ ਦਾ ਬਹੁਤ ਕੁਛ ਨਿਕਲ ਆਉਣਾ। ਵਸੁੰਧਰਾ ਰਾਜੇ ਸਰਕਾਰ ਜਿਹੜੀ ਹੈ, ਜਿਸ ਤਰੀਕੇ ਦਾ ਉਹਨਾਂ ਨੇ ਰਾਜ ਭਾਗ ਉੱਥੇ ਕੀਤਾ, ਉਹ ਬਹੁਤ ਕਿਸਮ ਦਾ ਵਿਵਾਦਾਂ ਚ ਇਕੱਲੇ ਘਪਲੇਬਾਜ਼ੀ ਨਹੀਂ, ਉੱਥੇ ਤੇ ਇੰਨੀ ਜ਼ਿਆਦਾ ਖਜ਼ਾਨੇ ਦੀ ਦੁਰਵਰਤੋਂ ਹੋਈ ਹੈ। ਮੈਂ ਦੇਖਦਾ ਪਿਆ ਸਾਂ ਕਿ ਇਹ ਲਗਭਗ 40 ਦੇ ਕਰੀਬ ਐਸੇ ਉਹਨਾਂ ਦੇ ਸ਼ਖਸ ਆ
ਜਿਹੜੇ ਕੈਬਨਿਟ ਮੰਤਰੀ ਦੇ ਬਰੋਬਰ ਰੈਂਕ ਭੋਗੀ ਜਾਂਦੇ ਆ, ਯਾਨੀ ਜਿਨ੍ਹਾਂ ਨੂੰ ਕੈਬਨਿਟ ਦਾ ਰੈਂਕ ਕਿਸੇ ਹਾਲਤ 'ਚ ਮਿਲ ਹੀ ਨਹੀਂ ਸਕਦਾ, ਸਾਰੀਆਂ ਸਹੂਲਤਾਂ ਉਹ ਲਈ ਜਾਂਦੇ ਆ। ਇਹ ਉਦੋਂ ਤੱਕ ਹੀ ਆ ਜਦੋਂ ਤੱਕ ਇਹਨਾਂ ਦੀ ਲੱਗੀ ਫੱਬੀ ਚੱਲਦੀ ਆ। ਜੇ ਸਰਕਾਰ ਕਿਤੇ ਬਦਲ ਗਈ ਰਾਜਸਥਾਨ 'ਚ ਤਾਂ ਇਹਨਾਂ ਨੂੰ ਸਾਥ ਦੇਣਾ ਪਊਗਾ। ਜੀ ਜੀ ਅਗਲੇ ਕਾਲਰ ਆਪਣੇ ਨਾਲ ਮਿੰਟੂ ਜੀ ਜੁੜੇ ਨੇ, ਰਾਜ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਵੀਰ ਜੀ ਇੱਕ ਖਬਰ ਸੁਣੀ ਸੀਗੀ ਕਿ ਜਿਹੜੇ ਕਿਸਾਨਾਂ ਨੇ ਜਿਹੜੀਆਂ ਪਿੰਡਾਂ ਵਾਲੀਆਂ ਸੁਸਾਇਟੀਆਂ ਨੇ ਉਹਨਾਂ ਦੇ ਪੈਸੇ ਨਹੀਂ ਵਾਪਸ ਕਰੇ। ਆ ਬਿਜਾਈ ਵੇਲੇ ਉਹਨਾਂ ਨੂੰ ਰੇਹ ਲੈਣ ਦੇ ਵਿੱਚ ਮੁਸ਼ਕਲ ਆ ਸਕਦੀ ਵੀ ਸੁਸਾਇਟੀਆਂ ਦੇ ਵਿੱਚ ਸਮਾਨ ਹੀ ਨਹੀਂ ਆਇਆ ਹੈਗਾ। ਇਹ 'ਚ ਕਿੰਨੀ ਕੁ ਸੱਚਾਈ ਆ? ਇੱਕ ਸੀਗਾ ਜੀ ਇੱਕ ਮੰਨਾ ਅਕਾਲੀ ਦਲ ਦਾ ਹੀ ਆ ਤੇ ਉਹਦੀ ਮਜੀਠੀਏ ਦੇ ਖਿਲਾਫ ਵਾਹਵਾ ਵੀਡੀਓ ਵਾਇਰਲ ਹੋ ਰਹੀ ਆ। ਉਹਨਾਂ ਦੋਨਾਂ ਦੀ ਕੀ ਲੜਾਈ ਹੈ ਜੀ? ਆਈਡੀਆ ਇਹਦੇ ਬਾਰੇ ਧੰਨਵਾਦ ਜੀ। ਜੀ ਥੈਂਕ ਯੂ ਜੀ। ਦੇਖੋ ਜਿਹੜੀ ਉਹ ਸੁਸਾਇਟੀਆਂ ਵਾਲੀ ਗੱਲ ਆ, ਵੈਸੇ ਤੇ ਖਾਦ ਆਈ ਆ, ਹੁਣ ਖਾਦ ਆ ਗਈ ਹੈ, ਖਾਦ ਦੀ ਕੋਈ ਸਮੱਸਿਆ ਨਹੀਂ ਹੈ। ਖਾਦ ਦੀ ਸਮੱਸਿਆ ਉਹਨੂੰ ਆਉਣੀ ਹੈ ਜਿੰਨੇ ਪੈਸੇ ਨਹੀਂ ਭਰੇ, ਜਿਹੜਾ ਡਿਫਾਲਟ ਹੋ ਗਿਆ, ਕਿਉਂਕਿ ਇਹਨਾਂ ਦੇ ਨੋਟੀਫਿਕੇਸ਼ਨ ਵਾਲੇ ਮਸਲੇ ਮੇਰੇ ਖਿਆਲ ਦੇ ਨਾਲ ਐਤਕੀ ਵੀ ਹੱਲ ਨਹੀਂ ਹੋਣੇ, ਹਾਲੇ ਵੀ ਸਮਾਂ ਲੱਗ ਜਾਣਾ ਇਹਨਾਂ ਨੂੰ। ਤਾਂ ਉਹ ਜਿਹੜੇ ਡਿਫਾਲਟਰ ਹੈ ਉਹ ਦੂਜਿਆਂ ਦੇ ਮੂੰਹ ਵੱਲ ਵੇਂਦੇ ਰਹਿਣਗੇ, ਦੂਜਿਆਂ ਨੂੰ ਤੇ ਖਾਦ ਮਿਲ ਜਾਣੀ ਹੈ ਜੀ। ਖਾਦ ਦੀ ਕੋਈ ਦਿੱਕਤ ਨਹੀਂ, ਖਾਦ ਮਿਲ ਜਾਊਗੀ। ਜਿੱਥੋਂ ਤੱਕ ਤੁਸੀਂ ਮੰਨੇ ਦੀ ਗੱਲ ਕਹੀ ਹੈ, ਜਿਹੜਾ ਮੰਨਾ ਅਸਲ ਦੇ ਵਿੱਚ ਜਿੰਨਾ ਕੁ ਮੈਨੂੰ ਪਤਾ ਹੈ ਇਹ ਕਦੇ ਮਜੀਠੀਏ ਦਾ ਹੀ ਸਾਥੀ ਹੁੰਦਾ ਸੀਗਾ, ਇਹਨਾਂ ਦੇ ਨਾਲ ਹੀ ਰਹਿੰਦਾ ਹੁੰਦਾ ਸੀਗਾ। ਫੇਰ ਬਾਅਦ ਦੇ ਵਿੱਚ ਟੁੱਟੀਆਂ ਤੜਕ ਕਰਕੇ ਪਹਿਲਾਂ ਤੇ ਮਜੀਠੀਆ ਤੇ ਸਿੱਧੂ ਵੀ ਇਕੱਠੇ ਹੀ ਰਹਿੰਦੇ ਹੁੰਦੇ ਸੀਗੇ। ਬਾਅਦ ਦੇ ਵਿੱਚ ਸਾਰਾ ਇਹਨਾਂ ਦਾ ਜਿਹੜਾ ਟੋਲਾ ਸੀਗਾ ਉਹ ਖਿੰਡ ਪੁੰਡ ਗਿਆ। ਕਾਰ ਸੰਧੂ ਵੀ ਨਿਕਲ ਗਿਆ, ਉਹ ਵੀ ਇਸੇ ਟੋਲੇ ਦੇ ਵਿੱਚ ਸੀਗਾ। ਇਹ ਮਨਪ੍ਰੀਤ ਮੰਨਾ ਜਿਹੜਾ, ਜਿੱਥੋਂ ਤੱਕ ਇਹਦੇ ਪਿਛੋਕੜ ਦਾ ਪਤਾ ਕਿ ਬੜੇ ਸਧਾਰਨ ਪਰਿਵਾਰ ਚ ਉੱਠਿਆ, ਪਿਤਾ ਵੀ ਇਹਦਾ ਕਾਉਂਸਲਰ ਸੀਗਾ, ਸ਼ਾਇਦ ਪ੍ਰਧਾਨ ਵੀ ਸੀਗਾ। ਤਾਂ ਇਹ ਮੰਨਾ ਬਾਅਦ ਦੇ ਵਿੱਚ ਇੱਧਰ ਆ ਗਿਆ। ਹੁਣ ਇਹ ਵਿਰੋਧ ਤਾਂ ਬਹੁਤ ਕਰਦਾ ਪਿਆ ਇਹਨਾਂ ਦੀ, ਕਿਉਂਕਿ ਘਰ ਦਾ ਭੇਤੀ ਹੈ ਨਾ, ਇਹਨੂੰ ਸਾਰੀਆਂ ਗੱਲਾਂ ਦਾ ਪਤਾ। ਇਹ ਵਿਰੋਧ ਤਾਂ ਬੜੀ ਸ਼ਿੱਦਤ ਦੇ ਨਾਲ ਕਰਦਾ ਪਿਆ ਇਹਨਾਂ ਦੀ, ਇੱਥੋਂ ਤੱਕ ਕਿ ਬੀਬੀ ਜਗੀਰ ਕੌਰ ਦੇ ਖਿਲਾਫ ਵੀ ਮੈਮੋਰੰਡਮ ਦੇ ਕੇ ਇਹ ਹੀ ਆਇਆ ਉੱਥੇ ਅਕਾਲ ਤਖਤ ਦੇ ਜਥੇਦਾਰ ਨੂੰ ਮੰਗੇ ਨੇ ਕੀਤੀ ਆ ਕਾਂਗਰਸ ਬਣੀ ਹੋਈ, ਉਹਨੂੰ ਵੀ ਤਲਬ ਕਰੋ। ਜੇ ਤੁਸੀਂ ਸੁੱਚਾ ਸਿੰਘ ਲੰਗਾਹ ਨੂੰ ਪੰਥ ਚੋਂ ਛੇਕਿਆ ਤੇ ਬੀਬੀ ਜਗੀਰ ਕੌਰ ਤੇ ਕਾਰਵਾਈ ਕਿਉਂ ਨਹੀਂ? ਤਾਂ ਇਹਦੇ ਖਿਲਾਫ ਹੁਣ ਮਜੀਠੀਆ ਗਰੁੱਪ ਹੈ ਜਿਹੜਾ, ਉਹ ਕਿਤੇ ਨਾ ਕਿਤੇ ਦਬਾਅ ਬਣਾਉਣ ਦਾ ਯਤਨ ਕਰਦਾ ਪਿਆ। ਜਵਾਬੀ ਕਾਰਵਾਈ ਚ ਉਹਨੇ ਸ਼ਾਇਦ ਕੋਈ ਵੀਡੀਓ ਪਾਈ ਹੋਣੀ ਜਿਹਦਾ ਤੁਸੀਂ ਜ਼ਿਕਰ ਕਰਦੇ ਹੋ, ਮੈਂ ਤੇ ਵੇਖੀ ਨਹੀਂ। ਬਾਕੀ ਮਨਪ੍ਰੀਤ ਮੰਨਾ ਕਿਸੇ ਸਮੇਂ ਇਹਨਾਂ ਦਾ ਹੀ ਸਾਥੀ ਹੁੰਦਾ ਸੀ, ਪਰ ਬਾਅਦ ਚ ਬਾਗੀ ਹੋ ਕੇ ਉਹ ਕਾਂਗਰਸ ਚ ਚਲੇ ਗਿਆ। ਜੀ ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਪ੍ਰਗਟ ਸਿੰਘ ਬਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ, ਤੁਹਾਨੂੰ ਦੋਨੋਂ ਵੀਰਾਂ ਨੂੰ ਤੇ ਸਾਰੇ ਪੰਜਾਬੀ ਰੇਡੀਓ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਖਹਿਰਾ ਸਾਹਿਬ ਤੇ ਕਾਫੀ ਛਾ ਗਏ ਆ ਜੀ, ਅੱਗੇ ਰਹਿੰਦੇ ਸੀ ਉਹ ਪ੍ਰੈਸ 'ਚ, ਹੁਣ ਸਾਰੀ ਪ੍ਰੈਸ ਹੀ ਉਹਨਾਂ ਨੇ ਕਬਜ਼ਾ ਕਰ ਲਿਆ। ਮੈਂ ਪੜ੍ਹ ਰਿਹਾ ਸੀ ਖਬਰ, ਮਾਨ ਤੇ ਖਹਿਰਾ ਨੂੰ ਝਾੜਨ ਲਈ ਗੁਪਤ ਮੀਟਿੰਗ ਹੋਈ ਪਟਿਆਲੇ 'ਚ ਆਪ ਵਾਲਿਆਂ ਦੀ, ਪਹਿਲਾਂ ਹੀ ਇਹਦੇ ਤੋਂ ਰੌਲਾ ਪੈਣ ਤੋਂ। ਪਉ ਇੰਡੀਆ ਜਿਹੜਾ ਆਪ ਦੀ ਪਾਰਟੀ ਦਾ, ਉਹਨੇ ਚਿੱਠੀ ਲਿਖੀ ਆ ਜੀ, ਜਿੰਨੇ ਪੂਲੇ ਨੂੰ ਅੰਦਰ ਕਰਾਇਆ ਤੇ ਸਾਰਾ ਕੇਸ ਚੁੱਕਿਆ ਸੀ। ਬਿਕਰਮ ਸਿੰਘ ਸ਼ਾਇਦ ਐਕਸ ਸਰਵਿਸਮੈਨ ਬਿਕਰਮ ਸਿੰਘ ਜੀ ਤੋਂ ਮਾਝਾ, ਪਹਿਲਾਂ ਗੁਰਦਾਸਪੁਰ ਤੇ ਅੱਗੇ ਸਾਰੇ ਝੜ ਗਏ। ਇਹ ਆਂਦੇ ਵੀ ਐਵੇਂ ਬਰਸਾਤੀ ਟੱਟੂ ਹੀ ਜਿਹਨਾਂ ਇਲੈਕਸ਼ਨ ਲੜੀ। ਹੁਣ ਪਊ ਇੰਡੀਆ ਵੀ ਚਿੱਠੀ ਲਿਖ ਕੇ ਆਉਂਦਾ ਵੀ ਕੇਜਰੀਵਾਲ ਸੰਵਿਧਾਨਕ ਲੜਾਈ ਤੇ ਆਵੇ, ਜੇ ਸਾਫ਼ ਹੋਊਗਾ ਤੇ ਕੋਈ ਨਹੀਂ ਫੇਰ ਆਜੂ। ਮੈਂ ਤੇ ਚਿੱਠੀ ਲਿਖੀ ਆ ਵੀ ਦੱਸ ਵੀ ਆਪਣੀ ਪਾਰਟੀ ਦੇ ਅਸੂਲ ਹੈਗੇ ਕਿ ਨਹੀਂ ਹੈਗੇ। ਤੇ ਪਹਿਲਾਂ ਵੀ ਮੀਟਿੰਗ ਹੋਈ ਹੈ, ਇਹ ਪਾਟੋ ਧਾੜ ਤੇ ਤੀਲਾ ਹੋਣੀ ਸ਼ੁਰੂ ਹੋ ਗਈ ਹੈ ਜੀ। ਖੈਰੇ ਦਾ ਤੇ ਭਾਵੇਂ ਜੋ ਮਰਜ਼ੀ ਬਣੇ, ਉਹ ਤੇ ਸੱਚੇ ਸੁੱਚੇ ਹੋਏ ਤੇ ਬਾਹਰ ਆ ਜਾਣਗੇ ਜਿੱਦਾਂ ਤੁਸੀਂ ਦੱਸਿਆ, ਪਰ ਪਾਰਟੀ ਦਾ ਕੀ ਬਣੂਗਾ ਜੀ ਪੰਜਾਬ 'ਚ? ਜੀ ਥੈਂਕ ਯੂ ਜੀ। ਜੇ ਇਹਨਾਂ ਦਾ ਇਹ ਸੰਕਟ ਵੱਧ ਗਿਆ ਜੀ ਤੇ ਫਿਰ ਤੇ ਨੁਕਸਾਨ ਹੋਏਗਾ ਹੋਏਗਾ, ਭਾਵੇਂ ਸੁਖਪਾਲ ਖਹਿਰਾ ਮੁੜ ਕੇ ਵਿਦੋਸ਼ਾ ਵੀ ਸਾਬਤ ਹੋ ਜੇ। ਜੇ ਇਹਨਾਂ ਦੀ ਪਾਟੋ ਧਾਪ ਨੁਕਸਾਨ ਕਰ ਗਈ ਤੇ ਫਿਰ ਉਸ ਨੁਕਸਾਨ ਦੀ ਭਰਪਾਈ ਤੇ ਨਹੀਂ ਨਾ ਹੋਏਗੀ। ਦੂਜੀ ਚੀਜ਼ ਇਹ ਆ ਕਿ ਦੇਖੋ, ਜਿਹੜੀ ਗੱਲ ਆ ਕਿ ਕੁਝ ਲੋਕ ਹੈ ਜਿਹੜੇ ਉਹ ਇਹਨਾਂ ਦੇ ਵਿੱਚ ਭੇਜੇ ਹੋਏ ਵੀ ਬੈਠੇ ਆ, ਜਿਵੇਂ ਅੱਜ ਸੁਖਪਾਲ ਖਹਿਰਾ ਨੇ ਗੱਲ ਕਹੀ ਆ, ਉਹ ਮੌਕਾ ਕਮੌਕਾ ਦੇਖ ਲੈਂਦੇ ਆ, ਫਿਰ ਉਹਨਾਂ ਕੋਲ ਨੁਕਸਾਨ ਕਰਕੇ ਉਹ ਆਪਣਾ ਮਿਸ਼ਨ ਪੂਰਾ ਹੋਣ ਉਪਰੰਤ ਉੱਥੇ ਚਲੇ ਜਾਂਦੇ ਜਿੱਥੋਂ ਆਏ ਹੁੰਦੇ ਆ। ਇਹ ਸਾਰੀਆਂ ਚੀਜ਼ਾਂ ਨੇ, ਪਰ ਜੇ ਸਿਧਾਂਤ ਵੇਖੀਏ ਤਾਂ ਸਿਧਾਂਤ ਤੇ ਇਹੋ ਹੀ ਕਹਿੰਦੇ ਆ ਕਿ ਇਹਨੂੰ ਪਾਸੇ ਹੋ ਜਾਣਾ ਚਾਹੀਦਾ। ਇੰਗਲੈਂਡ ਦੇ ਇੱਕ ਮੰਤਰੀ ਨੇ ਕੱਲ ਅਸਤੀਫਾ ਦਿੱਤਾ ਨਾ,
ਇੰਗਲੈਂਡ ਦੇ ਮੰਤਰੀ ਨੇ, ਬਰਤਾਨੀਆ ਦੇ ਮੰਤਰੀ ਨੇ। ਉਹਦੇ ਤੇ ਦੋਸ਼ ਇਹ ਸੀਗਾ ਕਿ 10-11 ਸਾਲ ਪਹਿਲਾਂ ਇੱਕ ਟੈਲੀਵਿਜ਼ਨ ਚੈਨਲ ਦੀ ਪ੍ਰੈਜ਼ੈਂਟਰ ਨੂੰ ਉਹਨੇ ਗਲਤ ਢੰਗ ਨਾਲ ਛੋਹਿਆ ਸੀ ਜਾਂ ਨਹੀਂ, ਇਲਜ਼ਾਮ ਤੇ ਲੱਗਾ ਨਾ, ਤੇ ਇਲਜ਼ਾਮ ਤੇ ਚੱਲ ਰਹੀ ਪਾਸੇ ਹੋ ਗਿਆ। ਹੁਣ ਇਹੀ ਜੇ ਸਿਧਾਂਤ ਆਪਾਂ ਇਹਨਾਂ ਲੀਡਰਾਂ ਤੇ ਲਾਗੂ ਕਰੀਏ, ਲੀਡਰ ਤੇ ਇੱਕੋ ਜਿਹੀ ਆ ਨਾ, ਬੇਸ਼ੱਕ ਸਿਸਟਮ ਦਾ ਫਰਕ ਹੋਏਗਾ। ਸਿਧਾਂਤ ਤੇ ਉਹ ਕਹਿੰਦੇ ਆ ਕਿ ਜੇ ਤੁਹਾਡੇ ਤੇ ਕੋਈ ਐਲੀਗੇਸ਼ਨ ਲੱਗਾ ਤੁਸੀਂ ਕੁਰਸੀ ਛੱਡ ਕੇ ਪਾਸੇ ਹੋ ਜਾਓ, ਜਦੋਂ ਦੋਸ਼ ਮੁਕਤ ਹੋ ਜਾਂਦੇ ਹੋ ਤਾਂ ਛਾਤੀ ਚੌੜੀ ਕਰਕੇ ਆ ਕੇ ਬੈਠ ਜਾਓ। ਪਰ ਹੁਣ ਚੱਕਰ ਇਹ ਆ ਕਿ ਦੇਖੋ, ਆਮ ਆਦਮੀ ਪਾਰਟੀ ਦੀ ਪ੍ਰੋਬਲਮ ਇਹ ਆ ਕਿ ਉਹਨਾਂ ਨੇ ਵੱਖਰੀ ਤਰ੍ਹਾਂ ਦੀ ਰਾਜਨੀਤੀ ਕਰਨ ਦੀ ਜਿਹੜੀ ਸੀਗੀ ਨਾ, ਉਹ ਰੱਟ ਲਾਈ ਸੀਗੀ ਪੂਰੇ ਦੇਸ਼ ਨੂੰ। ਉਹ ਉੱਥੇ ਆ ਕੇ ਫਸ ਜਾਂਦੇ ਆ, ਉਹਨਾਂ ਦੇ ਕੋਲ ਹੁਣ ਕੋਈ ਜਵਾਬ ਨਹੀਂ। ਪਰ ਜੇ ਅਸੀਂ ਓਵਰਆਲ ਦੇਖੀਏ ਤੇ ਜਿਸ ਦਿਨ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਸਹੁੰ ਚੁੱਕੀ ਸੀਗੀ 2007 ਦੇ ਵਿੱਚ, ਤੇ ਉਹਨਾਂ ਦੇ ਉੱਤੇ ਵੀ ਤੇ ਕਰਪਸ਼ਨ ਦੇ ਚਾਰਜਸ ਸੀਗੇ ਨਾ, ਜਿਹੜੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਲੱਗੇ ਸੀਗੇ। ਤੇ ਜਿੱਦਣ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਬਣਿਆ, ਉਹਦੇ ਖਿਲਾਫ ਵੀ ਤੇ ਪੱਤਰਕਾਰ ਨੂੰ ਕੁੱਟਣ ਦਾ ਇੱਕ ਕੇਸ ਚੱਲਦਾ ਪਿਆ ਸੀਗਾ। ਹੁਣ ਇਸੇ ਤਰ੍ਹਾਂ ਦਾ ਇਲਜ਼ਾਮ ਤੇ ਬਿਕਰਮਜੀਤ ਮਜੀਠੀਆ ਤੇ ਵੀ ਲੱਗਾ ਨਾ, ਇਲਜ਼ਾਮ ਹੀ ਲੱਗਾ ਸੀ। ਈਡੀ ਨੇ ਉਹਨੂੰ ਵੀ ਤਲਬ ਹੀ ਕੀਤਾ ਸੀ, ਹੁਣ ਇਹਨੂੰ ਵੀ ਅਦਾਲਤ ਨੇ ਤਲਬ ਹੀ ਕੀਤਾ ਇੱਕ ਵਾਰੀ। ਸੋ ਇਹ ਜਾਂ ਤੇ ਸਿਧਾਂਤ ਦਾ ਪੈਮਾਨਾ ਸਾਰਿਆਂ ਤੇ ਲਾਗੂ ਹੋਵੇ। ਹੁਣ ਦੇਖੋ ਕਾਂਗਰਸ ਵਾਲੇ ਆ, ਮੈਨੂੰ ਤੇ ਹਾਸਾ ਆਉਂਦਾ ਕਾਂਗਰਸ ਤੋਂ ਕਿ ਉਹ ਕਿਹੜੇ ਮੂੰਹ ਦੇ ਨਾਲ ਇਸ ਬੰਦੇ ਦਾ ਅਸਤੀਫਾ ਮੰਗਦੇ ਪਏ ਆ। ਕਾਂਗਰਸ ਦਾ ਜਿਹੜਾ ਮੰਤਰੀ ਆ, ਹੁਣ ਮੌਜੂਦਾ ਮੰਤਰੀ, ਜਿੱਦਣ ਇਹਨੇ ਸਹੁੰ ਚੁੱਕੀ ਆ ਦੂਜੀ ਵਾਰੀ, ਮੌਜੂਦਾ ਮੁੱਖ ਮੰਤਰੀ ਹੈ ਜਿਹੜਾ, ਉਦਣ ਵੀ ਉਹਦੇ ਤੇ ਕੇਸ ਚੱਲਦੇ ਸੀ ਦੋ। ਔਰ ਕਮਾਲ ਦੀ ਗੱਲ ਆ ਕਿ ਜਿੱਦਣ ਸੁਖਪਾਲ ਖਹਿਰਾ ਪਹਿਲੀ ਵਾਰੀ ਇਸ ਕੇਸ ਦੇ ਵਿੱਚ ਫਸਿਆ, ਕਾਂਗਰਸ ਨੇ ਉਦਣ ਤੇ ਆਖਿਆ ਨਹੀਂ ਕਿ ਭਾਈ ਸੁਖਪਾਲ ਖਹਿਰਾ ਜੀ ਤੁਸੀਂ ਸਾਡੀ ਪਾਰਟੀ ਛੱਡ ਕੇ ਜਾਓ। ਉਦਣ ਤਾਂ ਕਾਂਗਰਸ ਸੀ, ਜਾਂ ਉਦਣ ਕਹਿੰਦੇ। ਔਰ ਜਿਹੜਾ ਚੇਅਰਮੈਨ ਦੇਬੀ ਫੜਿਆ ਗਿਆ ਹੈਰੋਇਨ ਦੇ ਨਾਲ ਫਾਜ਼ਿਲਕਾ 'ਚ, ਉਹ ਤੇ ਆਪ ਕਾਂਗਰਸ ਪਾਰਟੀ ਨਾਲ ਤਾਲੁਕ ਰੱਖਦਾ। ਜਦੋਂ ਇਹ ਸਾਰਾ ਕੁਝ ਚੱਲੀ ਜਾਂਦਾ ਤੇ ਫਿਰ ਕੱਲਾ ਸਿਧਾਂਤ ਸੁਖਪਾਲ ਖਹਿਰਾ ਆਪਣੇ ਤੇ ਲਾਗੂ ਕਦੇ ਨਹੀਂ ਕਰੇਗਾ। ਬਿਲਕੁਲ ਬਿਲਕੁਲ। ਤੇ ਇਹਨਾਂ ਦੀ ਜਿੱਦਾਂ ਇਹ ਪੁੱਛਦੇ ਸੀ ਵੀ ਉਹਨਾਂ ਦਾ ਕੀ ਬਣੂਗਾ, ਹੁਣ ਇਹਨਾਂ ਦਾ ਜਿਹੜਾ ਬਾਜਵਾ ਆ ਉਹ ਖੁੱਲ ਬੁੱਲ ਕੇ ਜਿਹੜਾ ਕਾਫੀ ਕੁਝ ਬੋਲੀ ਜਾਂਦਾ। ਕੱਲ ਵੀ ਆਪਾਂ ਖਬਰ ਕਵਰ ਕੀਤੀ ਸੀ। ਫਿਰ ਕਾਂਗਰਸ ਦਾ ਕੀ ਬਣੂਗਾ? ਇਹ ਸਾਰੀਆਂ ਪਾਰਟੀਆਂ ਦੇ ਵਿੱਚ ਇਹੀ ਕੁਝ ਰੌਲਾ ਰੱਪਾ ਚੱਲੀ ਜਾਂਦਾ। ਦੇਖੋ ਪ੍ਰਤਾਪ ਸਿੰਘ ਬਾਜਵਾ ਹੋਰਾਂ ਬਾਰੇ ਕੱਲ ਵੀ ਆਪਾਂ ਗੱਲ ਕੀਤੀ ਸੀਗੀ ਕਿ ਇਹ ਹਾਲ ਇਹਨਾਂ ਦੇ ਲਗਭਗ ਉਹੋ ਜਿਹੇ ਬਣਨ ਦੇ ਸੰਕੇਤ ਮਿਲਦੇ ਪਏ ਜਿਵੇਂ ਅੱਗੇ ਹੋਇਆ ਸੀਗਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ, ਕਿ ਕਾਂਗਰਸ ਦੇ ਵਿੱਚੋਂ ਹੀ ਕੁਝ ਪੈਦਾ ਹੋ ਗਏ ਸੀ ਤੇ ਕੁਝ ਬਾਦਲ ਸਾਹਿਬ ਨੇ ਕਰ ਦਿੱਤੇ ਸੀਗੇ ਵਿੱਚੋਂ ਹੀ, ਤੇ ਉਹ ਜਾ ਕੇ ਦਿੱਲੀ ਬਹਿ ਗਏ ਸੀਗੇ। ਮਾੜੀ ਜੀ ਗੱਲ ਹੁੰਦੀ ਸੀ, ਉਹ ਉੱਥੇ ਜਾ ਕੇ ਚਾਬੀ ਭਰ ਦਿੰਦੇ ਸੀ ਕਿ ਨਹੀਂ ਏਦਾਂ ਨਹੀਂ ਏਦਾਂ। ਬੀਬੀ ਭੱਠਲ ਸਭ ਤੋਂ ਮੋਹਰੀ ਹੁੰਦੀ ਸੀ ਉਹਨਾਂ ਦਿਨਾਂ 'ਚ, ਇਸੇ ਕਰਕੇ ਬੀਬੀ ਭੱਠਲ ਨੂੰ ਤਾਂ ਉਹਨਾਂ ਨੇ ਹੁਣ ਟਿਕਾਣੇ ਹੀ ਲਾਇਆ ਹੋਇਆ ਤੇ ਕੋਈ ਗੱਲ ਨਹੀਂ, ਤੇਰੇ ਪੁਰਾਣੀ ਕੋਠੀ ਦੇ ਬਿੱਲ ਬੁੱਲ ਭਰ ਦਿਆਂਗੇ, ਬੀਬੀ ਜੀ ਤੂੰ ਟਿੱਕੀ ਰਹਿ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਹਾਲ ਇਹਨਾਂ ਦਾ ਵੀ ਉਹੋ ਜਿਹਾ ਹੋਣ ਦਾ ਬਿਲਕੁਲ ਇਮਕਾਨ ਹੈਗਾ। ਪਰ ਆਮ ਆਦਮੀ ਪਾਰਟੀ ਦਾ ਜਿਹੜਾ ਹਾਲ ਆ, ਹਾਲ ਦੀ ਘੜੀ ਤੇ ਉਹਦੇ ਹਾਲ ਬਾਰੇ ਕੁਝ ਨਹੀਂ ਕਹਿ ਸਕਦੇ, ਪਰ ਹੋ ਸਕਦਾ ਕੱਲ ਨੂੰ ਕਿ ਹਾਲ ਉਹਨਾਂ ਦਾ ਜਿਹੜਾ ਉਹ ਇਸ ਹਾਲ ਤੋਂ ਥੱਲੇ ਦਰਜੇ ਦਾ ਹੋ ਜਾਵੇ। ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਪੌਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਮੈਂ ਪੁੱਛਣਾ ਚਾਹੁੰਦਾ ਜੀ, ਸੁਖਪਾਲ ਖਹਿਰਾ ਹੁਣ ਆਪਣੇ ਬੀਬੀ ਜਗੀਰ ਕੌਰ ਬਾਰੇ ਕਾਫੀ ਬਿਆਨ ਦਿੰਦੇ, ਤੁਸੀਂ ਕਿਸੇ ਔਰਤ ਬਾਰੇ ਤਾਂ ਬੋਲ ਨਹੀਂ ਸਕਦੇ, ਬੋਲਣਾ ਨਹੀਂ ਚਾਹੀਦਾ ਸਾਨੂੰ। ਹੁਣ ਜਿਹੜੇ ਇੱਦਾਂ ਦੀ ਜਿਹੜੀ ਪੋਲੀਟਿਕਸ ਹੈ, ਕੀ ਉਹ ਸੁਖਪਾਲ ਖਹਿਰਾ ਚਾਹੁੰਦਾ ਹੈਗਾ ਜਿਹੜਾ ਕਮਲਜੀਤ ਦੀ ਜਿਹੜੀ ਇਹਨੇ ਹੈਲਪ ਕੀਤੀ ਵੀ ਉਹੋ ਜਿਹੇ ਲੋਕ ਸਾਡੇ ਸਮਾਜ ਦੇ ਹੋਣ, ਸਾਡੇ ਪਰਿਵਾਰਾਂ ਦੇ ਵਿੱਚ ਗੰਦ ਖਿਲਾਰਨ? ਕੀ ਇਹ ਸ਼ੈਲੋ ਥਿੰਕਿੰਗ ਹੈ ਸੁਖਪਾਲ ਖਹਿਰਾ ਦੀ ਜਾਂ ਇਹੋ ਜਿਹੇ ਲੀਡਰਾਂ ਦੀ, ਜਾਂ ਇਹ ਡਰਟੀ ਪੋਲੀਟਿਕਸ ਅੱਗੇ ਆਪਣੇ ਇੱਜ਼ਤ ਜਿਹੜੀ ਸੀਗੀ ਕਿਸੇ ਦੇ ਘਰ ਦੀ, ਉਹ ਸਾਰੇ ਪਿੰਡ ਦੀ ਇੱਜ਼ਤ ਹੁੰਦੀ ਸੀ, ਪੋਲੀਟਿਕਸ ਬਾਅਦ 'ਚ ਹੁੰਦੀ ਸੀ। ਇਹੋ ਜਿਹੀਆਂ ਜਿਹੜੀਆਂ ਵਿਸ਼ੇਸ਼ ਤੇ ਮਲੀਸ਼ੀਅਸ ਜਿਹੜੀ ਪੋਲੀਟਿਕਸ ਜਾਂ ਮੀਡੀਆ ਵੀ ਇਹ ਵਰਸ ਹੋਊਗਾ ਕਿ ਜਾਂ ਕੋਈ ਕੰਮ ਦੀ ਗੱਲ ਕਰਨਗੇ ਆਪਣੇ ਸਮਾਜ ਦੀ ਜਾਂ ਆਪਣੇ ਸੁਧਾਰ ਦੀ, ਜਾਂ ਆਪਣੇ ਕੋਈ ਜਿਹੜੀਆਂ ਰੀਅਲ ਇਸ਼ੂਜ਼ ਹੈਗੀਆਂ ਜਾਂ ਪ੍ਰੋਬਲਮ ਜਾਂ ਸੋਲੂਸ਼ਨਸ ਹੈਗੇ? ਮੈਂ ਇਹ ਪੁੱਛਣਾ ਚਾਹੁੰਦਾ ਜੀ। ਕੀ ਕਿਹਾ ਇਹਨਾਂ ਨੇ? ਇਹ ਕਹਿੰਦੇ ਆ ਵੀ ਜਿਹੜਾ ਸੁਖਪਾਲ ਖਹਿਰਾ ਬਿਆਨ ਦਿੰਦੇ ਜਗੀਰ ਕੌਰ ਦੇ ਖਿਲਾਫ, ਉਹ ਬਹੁਤ ਇੱਕ ਹਿਸਾਬ ਦੇ ਨਾਲ ਜਿਹੜੀ ਮੰਦਭਾਗੀ ਗੱਲ ਆ, ਵੀ ਇਦਾਂ ਦੇ ਜਿਹੜੇ ਉਹਨਾਂ ਨੂੰ ਬਿਆਨ ਨਹੀਂ ਦੇਣੇ ਚਾਹੀਦੇ, ਵੀ ਜਿਹੜੀ ਔਰਤ ਦੀ ਇੱਜ਼ਤ ਆ ਪਹਿਲੋਂ ਹੁੰਦੀ ਸੀਗੀ, ਜਿਹੜੀ ਧੀ ਭੈਣ ਦੀ ਇੱਜ਼ਤ, ਤੇ ਪੋਲੀਟਿਕਸ ਬਾਅਦ 'ਚ, ਪਰ ਅੱਜ ਦੇ ਜ਼ਮਾਨੇ ਦੇ ਵਿੱਚ ਜਿਹੜਾ ਆ ਪੁੱਠਾ ਕੰਮ ਹੋ ਰਿਹਾ। ਨਹੀਂ ਦੇਖੋ, ਬਿਲਕੁਲ ਤੁਹਾਡੀ ਗੱਲ ਵਾਜਬ ਆ, ਕੋਈ ਕਿਸੇ ਤਰ੍ਹਾਂ ਦਾ ਵੀ ਕੰਮ ਕਰੇ, ਪਰ ਸਾਨੂੰ ਆਪਣੇ ਸ਼ਬਦ ਹੈ ਜਿਹੜੇ ਹਮੇਸ਼ਾ ਚੁਣ ਕੇ ਬੋਲਣ ਦਾ ਸਾਡਾ ਸੁਭਾਅ ਹੋਣਾ ਚਾਹੀਦਾ। ਇਹਦੇ 'ਚ ਕੋਈ ਗਲਤ ਗੱਲ ਨਹੀਂ ਜਿਹੜੀ ਇਹਨਾਂ ਨੇ ਕਹੀ ਆ, ਠੀਕ ਮੈਂ ਸਮਝਦਾ ਕਿ ਔਰਤ ਦੀ ਇੱਜ਼ਤ ਕਰਨੀ ਚਾਹੀਦੀ ਆ ਉਹਦੇ ਤੇ, ਪਰ ਉਹ ਅੱਗੋਂ ਕਿੰਨਿਆਂ ਕੁ ਦੀ ਇੱਜ਼ਤ ਕਰਦੀ ਇਹ ਵੀ ਤੇ ਵੇਖਣ ਵਾਲੀ ਗੱਲ ਹੈ ਨਾ। ਬੀਬੀ ਜਗੀਰ ਕੌਰ ਕਿਹੜਾ ਕਿਸੇ ਦਾ ਲਿਹਾਜ਼ ਕਰਦੀ ਹੈ? ਉਹ ਤੂੰ ਤੇ ਬਗੈਰ ਗੱਲ ਹੀ ਨਹੀਂ ਕਰਦੀ, ਜਦੋਂ ਆਪਦੀ ਆਈ ਤੇ ਆਈ ਹੋਵੇ ਤੇ ਉਹ ਤੇ ਫਿਰ ਬਹੁਤ ਕੁਛ ਕਹਿ ਜਾਂਦੀ ਹੈ। ਸੋ ਗੰਭੀਰਤਾ ਬੀਬੀ ਜਗੀਰ ਕੌਰ 'ਚ ਭਾਵੇਂ ਨਹੀਂ ਹੈ, ਚਲੋ ਉਹ ਗੱਲ ਵੱਖਰੀ ਹੈ ਸਿਆਸੀ ਤੌਰ ਤੇ, ਪਰ ਫਿਰ ਵੀ ਬਾਵਜੂਦ ਇਸ ਤੇ
ਇੱਜ਼ਤ ਜਿਹੜੀ ਆ ਉਹ ਬਣੀ ਰਹਿਣੀ ਚਾਹੀਦੀ ਆ। ਪਰ ਇੱਥੇ ਅੱਗੇ ਆਪਾਂ ਗੱਲ ਕਰਕੇ ਤੇ ਹਟੇ ਆ ਕਿ ਸਿਆਸਤ ਦਾ ਮਿਆਰ ਇੰਨਾ ਜ਼ਿਆਦਾ ਥੱਲੇ ਗਿਆ ਚਲਾ। ਭਾਰਤੀ ਜਨਤਾ ਪਾਰਟੀ ਦਾ ਮੌਜੂਦਾ ਵਿਧਾਇਕ ਇੱਕ, ਹੁਣ ਉਸ ਬੰਦੇ ਦਾ ਮੈਂ ਨਾਂ ਵੀ ਆਪਣੀ ਜ਼ਬਾਨ ਤੋਂ ਨਹੀਂ ਲੈਣਾ ਚਾਹੂੰਗਾ, ਉਸ ਬੰਦੇ ਨੇ ਇੱਕ ਵਾਰੀ ਬੀਬੀ ਸੋਨੀਆ ਗਾਂਧੀ ਬਾਰੇ ਇਹੋ ਜਿਹੀ ਟਿੱਪਣੀ ਕੀਤੀ ਸੀ ਕਿ ਬੋਲਦਿਆਂ ਸ਼ਰਮ ਆਉਂਦੀ ਆ। ਉਹਨੇ ਆਖਿਆ ਸੀਗਾ, ਮੈਂ ਵੈਸੇ ਹੋਊ ਤਾਂ ਨਹੀਂ ਕਹੂੰਗਾ, ਉਹਨੇ ਆਖਿਆ ਸੀਗਾ ਕਿ ਇਹ ਜਿਹੜੇ ਮਾਂ ਪੁੱਤ ਆ ਇਹਨਾਂ ਨੂੰ ਤੇ ਲੀੜਿਆਂ ਤੋਂ ਬਗੈਰ ਇਟਲੀ ਨੂੰ ਭੇਜ ਦੇਣਾ ਚਾਹੀਦਾ। ਇਹ ਗੱਲ ਹੈ ਕਹਿਣ ਵਾਲੀ। ਸੋ ਇੱਥੋਂ ਤੱਕ ਜਦੋਂ ਚਲੇ ਗਏ ਆ, ਫਿਰ ਅਸੀਂ ਹੁਣ ਉਮੀਦ ਕਰੀਏ ਕਿ ਇਹਦੇ 'ਚ ਔਰਤ ਦਾ ਸਨਮਾਨ ਵੱਧ ਜਾਵੇ, ਰਾਜਨੀਤੀ 'ਚ ਵੱਡੇ ਦਾ ਆਦਰ ਸਤਿਕਾਰ ਵੱਧ ਜਾਵੇ, ਘੱਟ ਆ। ਇਹ ਉਮੀਦ ਜਿਹੜੀ ਆ ਬਹੁਤ ਘੱਟ ਆ। ਪਰ ਜੇ ਪੱਧਰ ਹੋ ਜਾਵੇ ਜਿਵੇਂ ਤੁਸੀਂ ਸੋਚਦੇ ਹੋ, ਰਾਜਨੀਤਿਕ ਲੋਕ ਰਾਜਨੀਤੀ ਕਰਨ, ਇਸ ਤਰ੍ਹਾਂ ਦੀ ਦੂਸ਼ਣਬਾਜ਼ੀ ਨਾ ਕਰਨ, ਤਾਂ ਫਿਰ ਬਹੁਤ ਵਧੀਆ ਹੋ ਜਾਏਗੀ ਰਾਜਨੀਤੀ, ਘੱਟੋ ਘੱਟ ਬੋਲ ਬਾਣੀ ਦੇ ਪੱਖੋਂ। ਬਿਲਕੁਲ। ਤੇ ਇਹ ਵੀ ਨਾਲ ਦੇਖਣਾ ਚਾਹੀਦਾ ਵੀ ਇਹ ਤਾਂ ਬੀਬੀ ਆਲਰੇਡੀ ਦੋਸ਼ੀ ਕਰਾਰ ਆ। ਇਸ ਦੇ ਉੱਤੇ ਜਿਹੜੇ ਕੁੜੀ ਮਾਰਨ ਦੇ ਦੋਸ਼ ਸਾਬਤ ਹੋਏ ਆ, ਇੱਕ ਕਥਿਤ ਦੋਸ਼ੀ ਨਹੀਂ ਆ। ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਆਪਣੇ ਨਾਲ ਜੁੜੇ ਨੇ ਮਹਾਵੀਰ ਸਿੰਘ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਨਹੀਂ ਭਾਜੀ, ਮੇਰਾ ਕੁਐਸਚਨ ਥੋੜਾ ਹੁਣ ਖਹਿਰਾ ਸਾਹਿਬ ਤੋਂ ਹਟ ਗਿਆ ਨਹੀਂ। ਮੇਰਾ ਕੁਐਸਚਨ ਹੈਗਾ ਵੀ ਆਪਣੇ ਭਾਜੀ ਜਿਹੜਾ ਕ੍ਰਾਈਮ ਜਿੱਦਾਂ ਪੰਜਾਬ ਦੇ ਵਿੱਚ ਹੁਣ ਘਟਨਾ ਅੰਮ੍ਰਿਤਸਰ ਹੋਈ ਜਾਂ ਤੋਂ ਪਹਿਲਾਂ ਜਿੰਨੀਆਂ ਵੀ ਇਦਾਂ ਦੀਆਂ ਹੋਈਆਂ, ਕਿਉਂਕਿ ਹੁਣ ਖਬਰ ਆ ਰਹੀ ਸੀ ਕਿ ਦੋਸ਼ੀ ਫੜ ਲਏ ਗਏ ਆ, ਪਛਾਣ ਹੋ ਗਈ, ਪਰ ਅਕਸਰ ਹੁੰਦਾ ਜ਼ਿਆਦਾ ਇਦਾਂ ਆ ਕਿ ਗਲਤ ਮੁੰਡੇ ਫਸਾ ਕੇ, ਕਿਉਂਕਿ ਕਾਨੂੰਨ ਦਾ ਤੁਹਾਨੂੰ ਪਤਾ ਹੀ ਆ ਕਿ ਉਹਨਾਂ ਨੂੰ ਗਲਤ ਮੁੰਡੇ ਚੁੱਕ ਕੇ ਉਹਨਾਂ ਨੂੰ ਫਸਾਇਆ ਜਾਂਦਾ, ਜਿੱਦਾਂ ਪਹਿਲਾਂ ਵੀ ਪੰਜਾਬ ਦੇ ਧੱਕਾ ਹੁੰਦਾ ਰਿਹਾ ਕਿ ਕਿਤੇ ਦੁਬਾਰਾ ਉਦਾਂ ਦੀਆਂ ਹੁਣ ਗੱਲਾਂ ਤਾਂ ਨਹੀਂ ਹੋਣ ਲੱਗ ਪਈਆਂ ਕਿ ਫੇਰ ਗਲਤ ਮੁੰਡਿਆਂ ਨੂੰ ਫਸਾਇਆ ਜਾਵੇ ਤਾਂ ਅਸਲ ਦੋਸ਼ੀ ਫੜੇ ਨਾ ਜਾਣ। ਉਹਦੇ ਬਾਰੇ ਕੋਈ ਦੱਸੋ। ਥੈਂਕ ਯੂ ਜੀ। ਕੀ ਕਿਹਾ ਜੀ ਇਹਨਾਂ ਨੇ? ਮਿੰਟੂ ਜੀ ਪੁੱਛਦੇ ਸੀਗੇ ਵੀ, ਹਾਂਜੀ ਮਿੰਟੂ ਜੀ ਉਹ ਪੁੱਛ ਰਹੇ ਸੀਗੇ ਵੀ ਜਿੱਦਾਂ ਆਪਾਂ ਦੇਖ ਰਹੇ ਹਾਂ ਵੀ ਲਗਾਤਾਰ ਪੰਜਾਬ ਦੇ ਵਿੱਚ ਕ੍ਰਾਈਮ ਵੱਧ ਰਿਹਾ ਹੈ, ਪਰ ਜਿਹੜੇ ਬੰਦੇ ਫੜਦੇ ਆ ਉਹ ਕੋਈ ਵੀ ਜਿਹੜਾ ਕਈ ਵਾਰੀ ਫੜ ਕੇ ਲਿਜਾ ਜਾਂਦੇ ਨੇ, ਬੇਦੋਸ਼ੀਆਂ ਨੂੰ ਜਿਹੜਾ ਫਸਾਇਆ ਜਾਂਦਾ ਆ, ਤੇ ਕਿਤੇ ਉਹ ਦੌਰ ਕਿਤੇ ਦੁਬਾਰਾ ਤਾਂ ਨਹੀਂ ਆ ਰਿਹਾ ਵੀ ਜਿਹੜੇ ਅਸਲ ਕ੍ਰਿਮੀਨਲ ਆ ਉਹ ਬਚੀ ਜਾਣ ਤੇ ਦੂਜੇ ਜਿਹੜੇ ਬੇਦੋਸ਼ੀ ਆ ਉਹ ਫਸੀ ਜਾਣ? ਨਹੀਂ, ਦੇਖੋ ਭਾਰਤ ਦੇ ਵਿੱਚ ਜਦੋਂ ਹਰੇਕ ਪੁਲਿਸ ਮੁਕਾਬਲਾ ਦੂਜਾ ਝੂਠਾ ਸਾਬਤ ਹੋ ਜਾਂਦਾ, ਹਰੇਕ ਦੂਜਾ ਪੁਲਿਸ ਮੁਕਾਬਲਾ ਝੂਠਾ ਸਾਬਤ ਹੋ ਜਾਂਦਾ ਜੀ, ਤਾਂ ਫਿਰ ਇੱਥੇ ਅਸੀਂ ਇਹ ਤੇ ਨਹੀਂ ਕਹਿ ਸਕਦੇ ਕਿ ਸਾਰੇ ਸੱਚੇ ਹੀ ਫੜੇ ਜਾਂਦੇ ਆ। ਬਹੁਤ ਸਾਰੇ ਲੋਕ ਹੈ ਜਿਹੜੇ ਝੂਠੇ ਫੜੇ ਜਾਂਦੇ ਆ। ਜਿਹੜੇ ਦੌਰ ਦੀ ਤੁਸੀਂ ਗੱਲ ਕਰਦੇ ਹੋ, ਏਡੀ ਜਲਦੀ ਆਉਣ ਦੀ ਸੰਭਾਵਨਾ ਨਹੀਂ ਹੈਗੀ। ਹਾਲੇ ਕ੍ਰਾਈਮ ਹੈ, ਇੱਥੇ ਜੁਰਮ ਹੈ, ਔਰ ਸਭ ਤੋਂ ਵੱਡੀ ਚੁਣੌਤੀ ਇਸ ਸਮੇਂ ਹੈ ਸੰਗਠਿਤ ਜੁਰਮ ਦੀ, ਜਿਹੜੇ ਟੋਲਿਆਂ ਦੇ ਰੂਪ 'ਚ ਜੁਰਮ ਹੋ ਰਹੇ ਆ ਜਾਂ ਉਹਨਾਂ ਦੇ ਆਪਸੀ ਕਲੈਸ਼ ਹੋ ਰਹੇ ਆ। ਇਹਦੇ ਲਈ ਉਹਨੇ ਪਕੋਕਾ ਲਿਆ ਰਹੇ ਆ। ਪਕੋਕਾ ਅੱਗੇ ਕਿਸ ਤਰ੍ਹਾਂ ਦਾ ਪੱਕੇਗਾ ਉਹਦੇ ਬਾਰੇ ਥੋੜਾ ਜਿਹਾ ਮੈਨੂੰ ਵੀ ਸ਼ੱਕ ਆ। ਉਹਦੇ 'ਚ ਇਹ ਹੋਊਗਾ ਕਿ ਪੁਲਿਸ ਦੀਆਂ ਜਿਹੜੀਆਂ ਸ਼ਕਤੀਆਂ ਉਹਨਾਂ 'ਚ ਵਾਧਾ ਹੋ ਜਾਣਾ, ਪੁਲਿਸ ਕੋਲ ਅਸੀਮ ਸ਼ਕਤੀਆਂ ਹੋ ਜਾਣਗੀਆਂ। ਇੱਥੋਂ ਤੱਕ ਕਿ ਮੰਨ ਲਓ ਜਿਹੜਾ ਪੁਲਿਸ ਨੇ ਇੱਕ ਬਾਲੀਆ ਬਿਆਨ ਲਿਆ ਹੁੰਦਾ, ਵੈਸੇ ਹਾਲੇ ਇਹਨਾਂ ਨੇ ਡਰਾਫਟ ਤਿਆਰ ਕਰਨਾ, ਪਰ ਜਿੰਨਾ ਕੁ ਪਤਾ ਮੈਨੂੰ, ਮੰਨ ਲਓ ਇੱਕ ਬੰਦਾ ਪੁਲਿਸ ਦੀ ਹਿਰਾਸਤ ਦੇ ਵਿੱਚ, ਜੇ ਉਹਦੇ ਤੇ ਡੰਡਾ ਵਰਾਇਆ ਗਿਆ, ਉਹ ਬੰਦਾ ਤੇ ਕਹੂਗਾ ਜੋ ਮਰਜ਼ੀ ਲਿਖਾ ਲਓ, ਮੈਥੋਂ ਜੋ ਮਰਜ਼ੀ ਲਿਖਾ ਲਓ, ਮੈਂ ਲਿਖ ਲੈਂਦਾ, ਤਾਂ ਉਹ ਲਿਖ ਦੇਊਗਾ। ਹੁਣ ਉਹਦੇ 'ਚ ਇਹ ਹੋਊਗਾ ਕਿ ਜੇ ਮੰਨ ਲਓ ਪੁਲਿਸ ਹਿਰਾਸਤ 'ਚ ਬਿਆਨ ਦੇ ਦਿੱਤਾ ਕਿਸੇ ਨੇ, ਹਾਂਜੀ ਆ ਮੈਂ ਕੰਮ ਕੀਤਾ, ਉਹ ਬਿਆਨ ਹੈ ਜਿਹੜਾ ਮੁੜ ਕੇ ਉੱਥੇ ਅਦਾਲਤਾਂ 'ਚ ਮੰਨਿਆ ਜਾਊਗਾ। ਆਮ ਤੌਰ ਤੇ ਕੀ ਹੁੰਦਾ ਹੈ ਕਿ ਜਿਹੜਾ ਪੁਲਸੀਆ ਬਿਆਨ ਹੁੰਦਾ ਹੈ, ਇਕਬਾਲੀਆ ਬਿਆਨ ਜਿਹਨੂੰ ਆਪਾਂ ਕਹਿੰਦੇ ਨੇ, ਉਹ ਅਦਾਲਤ 'ਚ ਜਾ ਕੇ ਰੱਦ ਹੋ ਜਾਂਦਾ ਕਿ ਨਹੀਂ ਜੀ ਇਹਨਾਂ ਨੇ ਟੌਰਚਰ ਕਰਕੇ ਇਸ ਬੰਦੇ ਤੋਂ ਬਿਆਨ ਲਿਆ। ਮੰਨ ਲਓ ਇਹੋ ਜਿਹੀਆਂ ਸ਼ਕਤੀਆਂ ਆ ਜਾਣਗੀਆਂ ਪੁਲਿਸ ਕੋਲ, ਤਾਂ ਉਸ ਸੂਰਤ ਦੇ ਵਿੱਚ ਇਹ ਜਾਇਜ਼ ਨਜਾਇਜ਼ ਵਾਲਾ ਜਿਹੜਾ ਪਾੜਾ ਵੱਧ ਸਕਦਾ ਹੈ। ਇਹ ਸ਼ੱਕ ਜ਼ਰੂਰ ਆ। ਉੱਦਾਂ ਜੇ ਤੁਸੀਂ ਆਖੋ ਨਾ ਕਿ ਬਹੁਤ ਖਤਰਨਾਕ ਦੌਰ ਆ ਜਾਏਗਾ ਜਾਂ ਆ ਗਿਆ, ਉਹਦੀ ਸੰਭਾਵਨਾ ਹਾਲੇ ਹੈ ਨਹੀਂ, ਤੇ ਨਾ ਹੀ ਇਹ ਕੋਈ ਸੱਚਾਈ ਆ, ਤੇ ਨਾ ਹੀ ਅਸੀਂ, ਮੈਂ ਕਹਿੰਦਾ ਕਿ ਉਸ ਪਾਸੇ ਸੋਚੀਏ, ਅਸੀਂ ਸੌਖੀ ਮੰਗੀਏ ਕਿ ਇਹੋ ਜਿਹੇ ਦੌਰ ਨਾ ਹੀ ਆਉਣ, ਆ ਜਿਹੜੇ ਛੋਟੇ ਮੋਟੇ ਚੱਲਦੇ ਵੀ ਜਲਦੀ ਖਤਮ ਹੋ ਜਾਣ। ਜੀ ਜੀ। ਅਗਲੇ ਜਿਹੜੇ ਆਪਣੇ ਕਾਲਰ ਉਹਨਾਂ ਨਾਲ ਗੱਲ ਕਰਦੇ ਆ, ਜੁੜੇ ਹੋਏ ਨੇ ਜੀ ਆਪਣੇ ਨਾਲ ਸਤਵੰਤ ਸਿੰਘ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਿੱਟੂ ਭਾਜੀ। ਜੀ ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਗੁਰਪੁਰਬ ਦੀਆਂ ਵਧਾਈਆਂ ਜੀ। ਤੁਹਾਨੂੰ ਵੀ ਜੀ ਬਹੁਤ ਬਹੁਤ। ਤੇ ਮੈਂ ਮਿੱਟੂ ਭਾਜੀ ਨੂੰ ਇਹ ਕਹਿਣਾ ਚਾਹੁੰਦਾ ਸੀਗਾ ਕਿ ਜਿਹੜਾ ਠੰਡੇ ਦੁੱਧ 'ਚ ਹੁਣ ਉਬਾਲ ਆਇਆ, ਪ੍ਰਤਾਪ ਸਿੰਘ ਬਾਜਵਾ ਚੁੱਪ ਬੈਠਾ ਸੀ, ਚੁੱਪ ਤਾਂ ਨਹੀਂ ਕਿਹਾ ਜਾ ਸਕਦਾ ਉਹਨੂੰ, ਘੁੱਟਿਆ ਵਟਿਆ ਬੈਠਾ ਸੀ, ਹੁਣ ਉਬਾਲਾ ਦਿੱਤਾ ਉਹਨੇ। ਇਸ ਉਬਾਲੇ ਨਾਲ ਕੈਪਟਨ ਸਾਹਿਬ ਦੇ ਹੱਥਾਂ ਨੂੰ ਵੀ ਸੇਕ ਲੱਗੂਗਾ ਕਿ ਆਪਣੇ ਭਾਂਡੇ ਹੀ ਸਾੜ ਕੇ ਬਹਿ ਜਾਊਗਾ। ਨਾਲ ਹੀ ਵੀਰ ਦਵਿੰਦਰ ਸਿੰਘ ਵੀ ਹੋ ਗਿਆ, ਔਰ 6 ਨਵੰਬਰ ਹੀ ਦੋਨਾਂ ਦੀ ਤਰੀਕ ਆ। ਉਹ ਕਹਿੰਦਾ ਮੈਂ ਕੋਰਟ 'ਚ ਜਾ ਕੇ ਦਊਂਗਾ ਬਿਆਨ ਜੀ। ਉਹ ਕਹਿੰਦਾ ਮੈਂ 6 ਨਵੰਬਰ ਨੂੰ ਕੈਪਟਨ ਸਾਹਿਬ ਨੂੰ ਪੁੱਛੂੰਗਾ। ਇਹ ਕੋਈ
ਅੰਦਰ ਇਹਨਾਂ ਦੀ ਵੀ ਖਿਚੜੀ ਖਿੱਲਰਦੀ ਲੱਗਦੀ ਕਾਂਗਰਸੀਆਂ ਦੀ। ਜੀ ਥੈਂਕ ਯੂ ਜੀ। ਦੇਖੋ ਇਹ ਦੋਵੇਂ ਨਾ ਕੈਪਟਨ ਪੀੜਤ ਆ, ਦੋਵੇਂ ਬੰਦੇ ਇਹ ਕੈਪਟਨ ਤੋਂ ਪੀੜਤ ਆ। ਦੋਵਾਂ ਨੇ ਆਪੋ ਆਪਣਾ ਸਮਾਂ ਜਿਹੜਾ ਉਹ ਸੰਭਾਲਣ ਦਾ ਹੁਣ ਯਤਨ ਕਰਨਾ ਹੀ ਕਰਨਾ ਹੈ। ਵੀਰ ਦਵਿੰਦਰ ਸਿੰਘ ਜੀ ਗਏ ਅਦਾਲਤ ਦੇ ਵਿੱਚ, ਪਰ ਵੀਰ ਦਵਿੰਦਰ ਸਿੰਘ ਹੋਰਾਂ ਨੂੰ ਜੇ ਟਿਕਟ ਮਿਲ ਜਾਂਦੀ ਤੇ ਫਿਰ ਕੀ ਉਹ ਇਸ ਸੂਰਤ ਦੇ ਵਿੱਚ ਇੱਥੇ ਆ ਕੇ ਇਸ ਤਰ੍ਹਾਂ ਦਾ ਕਦਮ ਚੁੱਕਦੇ? ਇਹ ਵੀ ਆਪਣੇ ਆਪ ਦੇ ਵਿੱਚ ਸਵਾਲ ਹੈ ਵੱਡਾ। ਪਰ ਜਦੋਂ ਟਿਕਟ ਨਹੀਂ ਮਿਲੀ, ਉਹ ਬਾਗੀ ਹੋ ਗਏ ਫਿਰ ਦੁਬਾਰਾ, ਤਾਂ ਫਿਰ ਉਹਨਾਂ ਨੇ ਫੈਸਲਾ ਲਿਆ। ਚਲੋ ਉਹਨਾਂ ਦਾ ਨਿੱਜੀ ਫੈਸਲਾ, ਪੰਜਾਬ ਦਾ ਇਹੋ ਹੀ ਆ ਕਿ ਇਹ ਦੋਵੇਂ ਬੰਦੇ ਜਿਸ ਤਰੀਕੇ ਦੇ ਪੀੜਤ ਨੇ ਕੈਪਟਨ ਅਮਰਿੰਦਰ ਸਿੰਘ ਤੋਂ, ਲੱਗਦਾ ਕਿ ਉਹ ਮੌਕਾ ਸੰਭਾਲਦੇ ਪਏ ਆ। ਦੂਜੀ ਗੱਲ ਜਿਹੜੀ ਪ੍ਰਤਾਪ ਸਿੰਘ ਬਾਜਵਾ ਦੀ ਅਸਲ ਦੇ ਵਿੱਚ ਅਸਲੀ ਕਿੜ ਕੀ ਆ, ਉਹ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਚਿੱਠੀ ਲਿਖਤੀ ਸੀਗੀ ਸੋਨੀਆ ਗਾਂਧੀ ਨੂੰ ਜਦੋਂ ਇਹ ਪ੍ਰਧਾਨ ਸੀਗਾ। ਇਹਨੇ ਚਿੱਠੀ ਲਿਖ ਦਿੱਤੀ ਸੀ, ਔਰ ਚਿੱਠੀ ਵੀ ਠੀਕ ਉਸ ਵੇਲੇ ਲਿਖੀ ਗਈ ਸੀ ਜਦੋਂ ਵਿਕਰਮ ਮਜੀਠੀ ਵਾਲਾ ਰੌਲਾ ਪੈਂਦਾ ਪਿਆ ਸੀ। ਔਰ ਚਿੱਠੀ 'ਚ ਇਹ ਲਿਖਿਆ ਸੀਗਾ ਕਿ ਇਹਦੇ ਸੰਬੰਧ ਹੈ ਜਿਹੜੇ ਉਹ ਡਰੱਗ ਤਸਕਰਾਂ ਦੇ ਨਾਲ ਬਾਜਵੇ ਦੇ। ਉਸ ਚਿੱਠੀ ਦਾ ਅੱਜ ਤੱਕ ਮਲਾਲ ਹੈ ਜਿਹੜਾ ਪ੍ਰਤਾਪ ਸਿੰਘ ਬਾਜਵਾ ਨੂੰ ਆ, ਕਿਉਂਕਿ ਪ੍ਰਤਾਪ ਸਿੰਘ ਬਾਜਵਾ ਜਦੋਂ ਵੀ ਨਸ਼ੇ ਦੇ ਮੁੱਦੇ ਤੇ ਗੱਲ ਕਰਦਾ ਤਾਂ ਉਹ ਚਿੱਠੀ ਵਾਲਾ ਸਵਾਲ ਉਹਦੇ ਅੱਗੇ ਕੱਢ ਦਿੰਦੇ ਆ ਕਿ ਤੁਹਾਡੇ ਤੇ ਆਪਣੇ ਬੰਦੇ ਨੇ ਤੁਹਾਡੇ ਖਿਲਾਫ ਚਿੱਠੀ ਲਿਖੀ ਆ। ਉਹ ਜਿਹੜੀ ਚਿੱਠੀ ਵਾਲੀ ਕੌੜ ਆ ਨਾ, ਵੈਸੇ ਤਾਂ ਕਹਿੰਦੇ ਚਿੱਠੀ ਮਾਂ ਕਿਉਂ ਮਿੱਠੀ, ਪਰ ਇੱਥੇ ਚਿੱਠੀ ਵਾਲੀ ਜਿਹੜੀ ਕੁੜੱਤਨ ਹੈ ਉਹ ਗਾਏ ਬਗੈਰ ਨਿਕਲਦੀ ਰਹਿੰਦੀ। ਵੈਸੇ ਤੇ ਕਿੜਾ ਇਹਨਾਂ ਦੀਆਂ ਬਹੁਤ ਲੰਮੇ ਚਿਰ ਤੋਂ, ਜਦੋਂ ਬਾਜਵਾ ਪ੍ਰਧਾਨ ਸੀ ਤੇ ਸਿੱਧੇ ਤੌਰ ਤੇ ਕੈਪਟਨ ਅਮਰਿੰਦਰ ਦੇ ਧੜੇ ਨੇ ਇਹ ਹਰੇਕ ਮੋੜ ਤੇ ਜਾ ਕੇ ਇਹਦਾ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ ਹੈ, ਬਨਸਪਤ ਕੇ ਇਹਨਾਂ ਨੇ ਸਾਥ ਦੇਣਾ ਸੀ ਉਹਦਾ। ਜੀ ਦੂਜੇ ਪਾਸੇ ਜਿਹੜਾ ਹੁਣ ਪ੍ਰਤਾਪ ਸਿੰਘ ਬਾਜਵਾ, ਉਹ ਇਸ ਗੱਲ ਤੋਂ ਵੀ ਦੁਖੀ ਹੋਊਗਾ ਕਿਤੇ ਨਾ ਕਿਤੇ ਕਿ ਜਿਹੜੀ ਟਿਕਟ ਮੇਰੀ ਪਤਨੀ ਨੂੰ ਮਿਲਣ ਦੀ ਸੰਭਾਵਨਾ ਸੀ 2019 ਚ, ਉਹ ਟਿਕਟ ਵੀ ਕੈਪਟਨ ਅਮਰਿੰਦਰ ਨੇ ਟਿਕਟ ਕਟਾ ਕੇ ਗਾਂ ਕਿਸੇ ਦੀ ਝੋਲੀ ਚ ਪਾ ਦਿੱਤੀ ਹੈ। ਜੀ 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 ਬਿਲਕੁਲ। ਤੇ ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ, ਲਾਲੀ ਚੀਨਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਲਾਲੀ ਚੀਨਾ ਜੀ। ਲਾਲੀ ਚੀਨਾ ਜੀ ਰਾਜਕਰਨ ਵੀਰ ਜੀ ਸਤਿ ਸ਼੍ਰੀ ਅਕਾਲ, ਤੇ ਮਿੰਟੂ ਗੁਸਰੀਆ ਜੀ ਦੋਵੇਂ ਜੋੜ ਕੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਬਹੁਤ ਵੱਡਾ ਫੈਨ ਆ। ਤੇ ਵੀਰ ਜੀ ਤੁਹਾਡੀ ਜਿਹੜੀ ਮੂਵੀ ਅਗਲੇ ਸਾਲ ਆਣੀ ਆ, ਉਹਦਾ ਅਜੇ ਮਹੂਰਤ ਹੋਇਆ ਕਿ ਨਹੀਂ, ਉਹਦਾ ਬੇਸਬਰੀ ਨਾਲ ਵੇਟ ਕਰ ਰਹੇ ਆ। ਤੇ ਦੂਜਾ ਉਹ ਤੁਹਾਡਾ ਰੋਲ ਕੌਣ ਕਰ ਰਿਹਾ ਉਹਦੇ ਵਿੱਚ, ਤੇ ਸ਼ਹਿਬਾਜ਼ ਦਾ ਰੋਲ ਕੌਣ ਕਰ ਰਿਹਾ ਯਾਰ? ਮੈਂ ਬਹੁਤ ਐਕਸਾਈਟਡ ਹਾਂ ਭਾਈ ਤੁਹਾਡੀ ਮੂਵੀ ਬਾਰੇ ਜੀ, ਕਿਉਂਕਿ ਮੈਂ ਤੁਹਾਡਾ ਫੈਨ ਬਹੁਤ ਵੱਡਾ। ਥੈਂਕ ਯੂ ਲਾਲੀ ਚੀਨਾ ਜੀ। ਦੇਖੋ ਤੁਸੀਂ ਪਹਿਲੇ ਬੰਦੇ ਹੋ ਜਿਨ੍ਹਾਂ ਨੇ ਮੈਨੂੰ ਪੁੱਛਿਆ, ਨਹੀਂ ਤੇ ਮੇਰੇ ਤੇ ਘਰ ਦੇ ਵੀ ਨਹੀਂ ਕਦੇ ਪੁੱਛਦੇ ਕਿ ਤੇਰੀ ਫਿਲਮ ਕਦੋਂ ਆਉਣੀ ਹੈ। ਤੁਸੀਂ ਪੁੱਛਿਆ ਤੇ ਬੜੀ ਖੁਸ਼ੀ ਹੋਈ। ਦੇਖੋ ਮੈਨੂੰ ਉਹ ਸਾਦੇ ਪਏ ਆ ਪ੍ਰੋਡਕਸ਼ਨ ਵਾਲੇ ਚੰਡੀਗੜ੍ਹ, ਮੈਂ ਥੋੜਾ ਜਿਹਾ ਰੁਝਿਆ ਵਾਂ ਕਬੀਲਦਾਰੀ ਦੇ ਵਿੱਚ ਵੀ ਤੇ ਔਰ ਆਪਣੇ ਕੰਮ ਕਾਰਾਂ ਦੇ ਵਿੱਚ ਵੀ। ਹੁਣ ਟਾਈਮ ਕੱਢੂੰਗਾ, ਜਾਊਂਗਾ, ਫਿਰ ਗੱਲਬਾਤ। ਫਿਰ ਉਹਨਾਂ ਨੇ ਸਾਰੀ, ਕਿਉਂਕਿ ਸਕ੍ਰਿਪਟ ਆਪਣੇ ਹਿਸਾਬ ਕਿਤਾਬ ਨਾਲ ਤਿਆਰ ਕਰਨੀ ਸੀ, ਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਕਹਾਣੀ ਇੱਕ ਵਾਰੀ ਪਹਿਲਾਂ ਬਹਿ ਕੇ ਸੁਣੂੰਗਾ, ਚਾਹੇ ਸਾਰੀ ਰਾਤ ਉੱਥੇ ਲੱਗੇ। ਉਸ ਤੋਂ ਬਾਅਦ ਮੈਂ ਫਿਰ ਆਪਣੀ ਅਖੀਰਲੀ ਸਹਿਮਤੀ ਦਊਂਗਾ ਤੁਹਾਨੂੰ। ਜੇ ਉਹਦੇ ਚ ਕੋਈ ਬਦਲਾਅ ਕਰਨੇ ਪਏ ਤੇ ਮੈਂ ਕਰਾਊਂਗਾ। ਮੈਂ ਨਿਰਾ ਪੂਰਾ ਉਹ ਗੱਪ ਨਹੀਂ ਜਾਣ ਦੇਣਾ। ਦੂਜੀ ਚੀਜ਼ ਇਹ ਆ ਕਿ ਉਹ ਆਉਣ ਵਾਲੇ ਸਤੰਬਰ ਅਕਤੂਬਰ ਮਹੀਨੇ ਦੇ ਵਿੱਚ, ਆਉਣ ਵਾਲੇ ਸਾਲ 2018 ਚ ਆ ਜਾਏਗੀ ਫਿਲਮ, ਜੇ ਸਭ ਕੁਝ ਠੀਕ ਠਾਕ ਰਿਹਾ। ਔਰ ਮੇਰਾ ਰੋਲ ਜਿਹੜਾ ਮੇਰੀ ਜ਼ਿੰਦਗੀ ਦਾ ਰੋਲ ਆ ਉਹ ਕਰੂਗਾ ਮੁੰਡਾ ਜਿਹੜਾ ਥੀਏਟਰ ਦਾ ਐਕਟਰ ਆ, ਤੇ ਹੁਣ ਕਾਫੀ ਫਿਲਮਾਂ ਵੀ ਕਰ ਲਈਆਂ ਉਹਨੇ, ਦੇਵ ਖਰੋੜ। ਕਿਸੇ ਸਮੇਂ ਭਗਵੰਤ ਮਾਨ ਦਾ ਵੀ ਚੇਲਾ ਹੁੰਦਾ ਸੀਗਾ, ਦੇਵ ਖਰੋੜ ਉਹ ਕਰੇਗਾ। ਸੋ ਟੀਮ ਵਧੀਆ, ਮੁੰਡੇ ਬੜੇ ਟੈਲੈਂਟਡ ਨੇ। ਬਾਕੀ ਦੇਖੋ ਕਿਸ ਤਰ੍ਹਾਂ ਦਾ ਉਹ ਕੰਮ ਕਰਦੇ, ਮਿਹਨਤ ਕਰਦੇ ਆ। ਮੇਰੇ ਵਾਸਤੇ ਇਹ ਆ ਕਿ ਮੈਂ ਉਹਨਾਂ ਨੂੰ ਕਹਾਣੀ ਬਣਾ ਕੇ ਦਿੱਤੀ ਆ, ਔਰ ਮੇਰੀ ਕਹਾਣੀ 'ਚ ਉਹਨਾਂ ਨੇ ਕੰਮ ਕਰਨਾ। ਉਹਨਾਂ ਦਾ ਕੰਮ ਕਿਹੋ ਜਿਹਾ ਹੋਊਗਾ ਉਹ ਤੈਅ ਤੁਸੀਂ ਕਰਨਾ। ਸੋ ਤੁਸੀਂ ਫਿਲਮ ਬਾਰੇ ਪੁੱਛਿਆ ਮੇਰੇ ਬਾਰੇ, ਜਿਹੜਾ ਕਿ ਅਕਸਰ ਕੋਈ ਸਵਾਲ ਕਰਦਾ ਨਹੀਂ ਮੈਨੂੰ, ਉਹਦੇ ਲਈ ਤੁਹਾਡਾ ਧੰਨਵਾਦ ਜੀ। ਆਪਣੇ ਅਗਲੇ ਕਾਲਰ ਮਿੰਟੂ ਜੀ ਜੁੜੇ ਨੇ, ਅਜੈਬ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਦੋਨੋਂ ਭਰਾਵਾਂ ਤੋਂ ਅਜੈਬ ਸਿੰਘ ਬੋਲਦਾ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਆਪਣੇ ਜੋ ਅੱਜ ਕੱਲ ਖਹਿਰਾ ਸਾਹਿਬ ਦਾ ਚੱਲ ਰਿਹਾ ਜੀ, ਤੇ ਇਹਨਾਂ ਨੂੰ ਤਾਂ ਸਿਰਫ ਹਲੇ ਵੀ ਸਮਨਿੰਗ ਹੀ ਹੋਈ ਆ। ਇਹ ਤੋਂ ਪਹਿਲਾਂ ਤਾਂ ਬੜੇ ਵੱਡੇ ਕੰਮ ਹੋਏ ਆ ਜੀ, ਜਿੱਦਾਂ ਲਾ ਲਓ ਤੁਸੀਂ ਅਮਰੀਕਿਆਂ ਤੇ ਈਡੀ ਵਾਲਿਆਂ ਨੇ ਵੀ ਤਲਬ ਕਰ ਛੱਡਿਆ ਕਈ ਚਿਰ, ਤੇ ਉਹਨਾਂ ਨੂੰ ਅੱਜ ਤੱਕ ਕਿਸੇ ਨੇ ਪੁੱਛਿਆ ਨਹੀਂ। ਤੇ ਕੀ ਤੁਹਾਨੂੰ ਲੱਗਦਾ ਕਿ ਖਹਿਰਾ ਸਾਹਿਬ ਨੂੰ ਕੋਈ ਪ੍ਰੋਬਲਮ ਆ ਸਕਦੀ ਆ? ਦੂਜੀ ਬੇਨਤੀ ਇਹ ਆ ਜੀ, ਭਈ ਕਿਸੇ ਦੀ ਚੀਚੀ ਇੱਕ ਵਾਰੀ ਬੜੀ ਦਰਦ ਕਰਦੀ ਸੀ, ਬੜੇ ਸਾਲ ਉਹਨੇ ਕੀ ਕੀਤਾ ਜੀ, ਆਪਣਾ ਪੋਤਾ ਲਾਤਾ ਤੇ ਉਹ ਸਹੀ ਹੋ ਗਿਆ ਜੀ, ਕਹਿੰਦਾ ਰੋਜ਼ ਦੀ ਦਰਦ ਨਾਲੋਂ। ਪਲੀਜ਼ ਕਿਰਪਾ ਕਰੋ ਕਾਲਜ ਦੀ ਕਾਲ ਜਿਹੜੀ ਬੰਦ ਕਰੋ। ਰਾਤ ਨੂੰ ਵੀ ਪ੍ਰੋਬਲਮ ਹੁੰਦਾ ਪੰਨੂ ਸਾਹਿਬ ਦੇ ਪ੍ਰੋਗਰਾਮ 'ਚ, ਤੇ ਇਹੋ ਹੀ ਕੰਮ ਚੱਲਦਾ ਜੀ। ਇਹਨਾਂ ਨੂੰ ਬੜੇ ਰੈਡੀਓ ਤੇ ਜਾ ਕੇ ਪ੍ਰੋਬਲਮ ਦਿੰਦਾ ਜੀ, ਨਾ ਤੁਹਾਡੇ ਇਕੱਲੇ ਤੇ ਜੀ। ਗੱਲ ਇਹ ਆ ਅਜੈਬ ਸਿੰਘ ਜੀ ਵੀ ਆਪਾਂ ਕਿਸੇ ਦੀ ਆਵਾਜ਼ ਇੱਦਾਂ ਡੱਕ ਨਹੀਂ ਸਕਦੇ, ਰੋਕ ਨਹੀਂ ਸਕਦੇ। ਚਲੋ ਮੰਚ ਆ ਸਾਰਿਆਂ ਦਾ,
ਜਿਹੜਾ ਕਹਿਣ ਵਾਲਾ ਹੈ ਉਹਨੂੰ ਜੇ ਥੋੜ੍ਹਾ ਬਹੁਤਾ ਲਿਹਾਜ਼ ਹੋ ਜਾਵੇ ਤਾਂ ਆਪਾਂ ਉਹ ਅੱਡ ਗੱਲ ਆ, ਪਰ ਆਪਾਂ ਕਿਸੇ ਦੀ ਇੱਦਾਂ ਆਵਾਜ਼ ਨਾ ਰੋਕੀਏ ਤਾਂ ਚੰਗੀ ਗੱਲ ਆ। ਜੀ ਮਿੰਟੂ ਜੀ। ਜੀ ਜੀ ਬਿਲਕੁਲ, ਨਹੀਂ ਅਸੀਂ ਆਪਾਂ ਇਸੇ ਕਰਕੇ ਜੁੜੇ ਹਾਂ। ਅਸੀਂ ਵੀ ਬੇਨਤੀ ਕਰਦੇ ਹੁੰਦੇ ਹਾਂ ਕਿ ਤੁਸੀਂ ਵਿਚਾਰ ਦਿਓ, ਜੇ ਤੁਹਾਡਾ ਕੋਈ ਸਾਡੇ ਤੋਂ ਵੱਖ ਵੀ ਵਿਚਾਰ ਹੈ ਅਸੀਂ ਉਹਦਾ ਵੀ ਸਤਿਕਾਰ ਕਰਾਂਗੇ। ਜੇ ਕੋਈ ਊਣਤਾ ਹੀ ਸਾਡੀ ਤੁਸੀਂ ਕੱਢੋਗੇ ਅਸੀਂ ਉਹਦਾ ਵੀ ਸਵਾਗਤ ਕਰਦੇ ਹਾਂ। ਇਹ ਆਲੋਚਨਾ ਚੱਲਦੀ ਰਹਿਣੀ ਚਾਹੀਦੀ ਹੈ। ਸਾਡੇ ਸਮਾਜ ਦੇ ਵਿੱਚ ਆਲੋਚਨਾ ਦੀ ਬੜੀ ਕਮੀ ਆ, ਪਰ ਆਲੋਚਨਾ ਕਿਤੇ ਨਿੱਜੀ ਦਵੈਸ਼ ਦੇ ਅੰਦਰੋਂ ਨਾ ਨਿਕਲੀ ਹੋਵੇ, ਜਾਂ ਆਲੋਚਨਾ ਜਿਹੜੀ ਬੇਮਿਆਰੀ ਨਾ ਹੋਵੇ। ਇਹਨਾਂ ਕੋਲ ਖਿਆਲ ਰੱਖਣਾ ਚਾਹੀਦਾ। ਵਿਚਾਰ ਸਭ ਦੇ ਆਉਣੇ ਚਾਹੀਦੇ ਆ, ਵਿਚਾਰਾਂ ਦੇ ਨਾਲ ਹੀ ਆਪਣੀ ਸਾਂਝ ਹੈ, ਰਿਸ਼ਤਾ ਹੀ ਵਿਚਾਰਾਂ ਦਾ ਹੈ। ਕੋਈ ਸਵਾਲ ਇਹਨਾਂ ਦਾ ਹੈਗਾ ਤੇ ਰਾਜਕਰਮਵੀਰ ਸਿੰਘ? ਹਾਂਜੀ, ਉਹੀ ਪੁੱਛਦੇ ਸੀਗੇ ਵੀ ਜਿੱਦਾਂ ਖਹਿਰੇ ਹੁਣਾਂ ਦੀ ਗੱਲ ਕਰਦੇ ਸੀ ਵੀ ਇਹਨਾਂ ਤੋਂ ਵੱਡੇ ਵੱਡੇ ਕੇਸ ਵਾਲੇ ਉਹਨਾਂ ਨੂੰ ਨਹੀਂ ਕੋਈ ਹੱਥ ਪਿਆ, ਕੀ ਇਹਨਾਂ ਦਾ ਕੁਝ ਬਣੂਗਾ ਕਿ ਇਹ ਵੀ ਇੱਦਾਂ ਹੀ ਜਿਹੜੇ ਰਹਿ ਜਾਣਗੇ ਜਾਂ ਇਹ ਅੰਦਰ ਜਾਣਗੇ ਜਾਂ ਕੀ ਹੋਊਗਾ ਇਹਨਾਂ ਦਾ? ਨਹੀਂ ਦੇਖੋ, ਉਹ ਤੇ ਹੁਣ ਅਦਾਲਤਾਂ ਤੇ ਮੁਨਸਰ ਹੈ ਨਾ। ਜਿੱਦਾਂ ਆਪਾਂ ਗੱਲ ਕਰ ਚੁੱਕੇ ਹਾਂ ਕਿ 2 ਅਦਾਲਤਾਂ ਦੇ ਵਿੱਚ ਹੁਣ ਇਹਨਾਂ ਨੇ ਅਪੀਲ ਪਾਈ ਆ। ਖਬਰ ਤੇ ਵੀ ਆਉਂਦੀ ਪਈ ਆ ਕਿ ਫਾਜ਼ਿਲਕਾ ਜਿੱਥੋਂ ਇਹਨਾਂ ਨੂੰ ਸਮਨਿੰਗ ਹੋਈ ਆ ਉੱਥੇ ਵੀ ਜਾ ਕੇ ਇਹਨਾਂ ਨੇ ਅਪੀਲ ਪਾਈ ਆ ਉਸ ਸਮਨ ਦੇ ਵਿਰੁੱਧ। ਫਿਰ ਹਾਈ ਕੋਰਟ ਦੇ ਵਿੱਚ ਵੀ ਅਪੀਲ ਪਾਤੀ ਹੈ ਇਹਨਾਂ ਨੇ ਉਸ ਸਮਨ ਦੇ ਵਿਰੁੱਧ। ਮੰਨ ਲਓ ਹਾਈ ਕੋਰਟ ਉਸ ਸਮਨਿੰਗ ਨੂੰ ਰੱਦ ਕਰ ਦਿੰਦਾ ਹੈ, ਉਹ ਸਮਝਦਾ ਕਿਉਂਕਿ ਇਹ ਕੇਸ ਹੈ ਜਿਹੜਾ ਤੁਹਾਨੂੰ ਮੈਂ ਦੱਸਿਆ ਨਾ ਕਿ ਕਈ ਤਰ੍ਹਾਂ ਦੇ ਸਵਾਲਾਂ 'ਚ ਆ। ਹੁਣ ਦੇਖੋ ਖਹਿਰੇ ਨੂੰ ਸਮਨਿੰਗ ਕਦੋਂ ਹੁੰਦੀ ਹੈ? ਵੈਸੇ ਸਮਾਂ ਜੇ 1 ਅੱਧੇ ਮਿੰਟ ਦਾ ਹੋਵੇ ਤਾਂ ਮੈਂ ਤੁਹਾਨੂੰ ਪਿਛੋਕੜ ਦੱਸ ਦੇਣਾ ਥੋੜਾ ਜਿਹਾ ਇਸ ਕੇਸ ਦਾ ਸਾਰਾ, ਜਿਹੜੇ ਸਰੋਤੇ ਨੂੰ ਨਹੀਂ ਪਤਾ। ਦੇਖੋ ਅਸਲ 'ਚ ਹੋਇਆ ਕੀ ਸੀਗਾ ਕਿ ਫਾਜ਼ਿਲਕਾ ਦੇ ਲਾਗਿਓਂ ਇੱਕ ਪਿੰਡ ਹੈ ਢੰਡੀ ਕਦੀਮ, ਉੱਥੋਂ ਬੰਦੇ ਬਾਰਡਰ ਟਪਾ ਕੇ ਨਸ਼ਾ ਲਿਆਉਂਦੇ ਸੀਗੇ, ਲੈ ਕੇ ਜਾਂਦੇ ਸੀਗੇ। ਕਪੂਰਥਲਾ ਇਲਾਕੇ ਦੇ ਬੰਦੇ ਸੀਗੇ, ਉਹਨਾਂ ਦੇ ਵਿੱਚੋਂ ਇੱਕ ਬੰਦਾ ਸੀਗਾ ਉਹ ਦੇਬੀ, ਜਿਹੜਾ ਕਿਸੇ ਸਮੇਂ ਕਾਂਗਰਸ ਬੰਨਿਓ ਭੁਲੱਥ ਦੀ ਕਮੇਟੀ ਦਾ ਚੇਅਰਮੈਨ ਵੀ ਰਿਹਾ ਸੀਗਾ। ਉਹ ਬੰਦੇ ਜਦੋਂ ਫੜੇ ਗਏ, ਸੁਖਪਾਲ ਸਿੰਘ ਖਹਿਰਾ ਤੇ ਪੁਲਿਸ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਦੋਸ਼ ਲਾਇਆ ਸੀਗਾ ਕਿ ਅਸੀਂ ਕਾਲ ਡਿਟੇਲ ਕਢਾਈ ਆ, ਔਰ ਸੁਖਪਾਲ ਸਿੰਘ ਖਹਿਰਾ ਨੇ ਦੇਬੀ ਦੇ ਨਾਲ ਪਿਛਲੇ 3 ਮਹੀਨਿਆਂ 'ਚ 70 ਦਫਾ ਗੱਲਬਾਤ ਕੀਤੀ ਹੈ। ਔਰ ਫਿਰ ਅਗਲੇ ਦਿਨ ਇੱਕ ਪ੍ਰੈਸ ਕਾਨਫਰੰਸ ਹੋਰ ਕੀਤੀ ਸੀ ਬੜੇ ਵੱਡੇ ਪੁਲਿਸ ਅਧਿਕਾਰੀਆਂ ਨੇ। ਉਹਨਾਂ ਕਿਹਾ ਸੀਗਾ ਕਿ ਦੇਬੀ ਨੂੰ ਛਡਾਉਣ ਲਈ ਸੁਖਪਾਲ ਖਹਿਰਾ ਨੇ ਸਾਡੇ ਅਫਸਰਾਂ ਤੱਕ ਪਹੁੰਚ ਕੀਤੀ ਹੈ ਜੀ। ਠੀਕ ਹੈ ਜੀ। ਉਸ ਤੋਂ ਬਾਅਦ ਬਣਾ ਦਿੱਤੀ ਗਈ ਸੀਗੀ SIT, ਸਪੈਸ਼ਲ ਇਨਵੈਸਟੀਗੇਸ਼ਨ ਟੀਮ। ਹੁਣ ਇੱਥੇ ਦਿਲਚਸਪ ਗੱਲ ਇਹ ਆ ਕਿ SIT ਨੇ ਤੇ ਕੋਈ ਜਾਂਚ ਪੜਤਾਲ ਕੀਤੀ ਹੋਈ ਨਹੀਂ, ਤੇ ਜਦ ਕਿ ਪੁਲਿਸ ਨੇ ਉਦੋਂ ਤੱਕ ਚਲਾਨ ਵੀ ਪੇਸ਼ ਕਰ ਦਿੱਤਾ ਅਦਾਲਤ ਵਿੱਚ। ਪੁਲਿਸ ਨੇ ਉਸ ਚਲਾਨ ਦੇ ਵਿੱਚ ਕਿਤੇ ਵੀ ਸੁਖਪਾਲ ਖਹਿਰਾ ਦਾ ਜ਼ਿਕਰ ਹੀ ਨਹੀਂ ਕੀਤਾ। ਸੋ ਜਦੋਂ ਚਲਾਨ ਪੇਸ਼ ਹੋ ਗਿਆ, ਟ੍ਰਾਇਲ ਸ਼ੁਰੂ ਹੋ ਗਿਆ। ਪੌਣੇ 3 ਸਾਲ ਦੇ ਕਰੀਬ ਉਹ ਟ੍ਰਾਇਲ ਚੱਲਿਆ। ਉਹ ਟ੍ਰਾਇਲ ਜਿੱਦਣ ਖਤਮ ਹੋਇਆ, ਮਤਲਬ ਕਿ ਜਿੱਦਣ ਦੂਜੇ ਦੋਸ਼ੀਆਂ ਨੂੰ 20-20 ਸਾਲ ਦੀ ਕੈਦ ਹੋ ਗਈ, ਉਦੋਂ ਹੀ ਇਹ ਸਮਨਿੰਗ ਜਿਹੜੀ ਹੁੰਦੀ ਪਈ ਹੈ। ਹੁਣ ਇਹ ਤੇ ਕੋਈ ਕਾਨੂੰਨੀ ਮਾਹਰ ਹੀ ਦੱਸ ਸਕਦਾ ਆਪਾਂ ਨੂੰ ਕਿ ਇਹ ਸਮਨਿੰਗ ਵੈਲਿਡ ਹੈ ਜਾਂ ਅਨਵੈਲਿਡ ਹੈ, ਕਿ ਉਸ ਦਿਨ ਜਿਸ ਦਿਨ ਟ੍ਰਾਇਲ ਖਤਮ ਹੋਇਆ ਉਸ ਦਿਨ ਇਹਨੂੰ ਸਮਨਿੰਗ ਕੀਤੀ ਗਈ ਹੈ, ਜਦਕਿ ਚਲਾਨ 'ਚ ਇਹਦਾ ਨਾਂ ਨਹੀਂ, ਕਿਸੇ ਸ਼ਾਇਦ ਗਵਾਹ 'ਚ ਵੀ ਮੇਰੇ ਖਿਆਲ ਦੇ ਨਾਲ ਗਵਾਹੀ 'ਚ ਵੀ ਇਹਦਾ ਨਾਮ ਨਹੀਂ। SIT ਨੇ ਵੀ ਕੋਈ ਇਨਵੈਸਟੀਗੇਸ਼ਨ ਨਹੀਂ ਕੀਤੀ ਇਹਦੇ ਖਿਲਾਫ। ਸੋ ਜੇ ਕੱਲ ਨੂੰ ਇਹ ਸਮਨ ਕਿਸੇ ਕਾਨੂੰਨੀ ਨੁਕਤੇ ਦੇ ਆਧਾਰ ਤੇ ਰੱਦ ਹੋ ਜਾਂਦੇ ਆ, ਫਿਰ ਤੇ ਜਾਨ ਛੁੱਟ ਗਈ ਆ। ਤੇ ਜੇ ਹਾਈ ਕੋਰਟ 'ਚੋਂ ਰਾਹਤ ਨਹੀਂ ਮਿਲਦੀ, ਫਿਰ ਵੀ ਇੱਕ ਇਹਦੇ ਕੋਲ ਬਦਲ ਹੋਏਗਾ, ਇਹ ਸੁਪਰੀਮ ਕੋਰਟ ਤੱਕ ਜਾ ਸਕਦਾ। ਜੇ ਕਿਤੋਂ ਰਾਹਤ ਨਾ ਮਿਲੀ, ਫਿਰ ਤਾਂ ਰਾਹਤ ਨਾ ਮਿਲੀ ਦਾ ਮਤਲਬ ਇਹ ਕਿ ਆਫਤ ਸਿਰ ਤੇ ਆ ਗਈ। ਜੀ ਜੀ ਜੀ, ਬਿਲਕੁਲ ਬਿਲਕੁਲ। ਤੇ ਬਹੁਤ ਬਹੁਤ ਮਿੰਟੂ ਜੀ ਆਪਾਂ ਤੁਹਾਡਾ ਜਿਹੜਾ ਜੀ ਧੰਨਵਾਦ ਕਰਦੇ ਹਾਂ। ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਿਹੜੀਆਂ ਸਾਨੂੰ ਜਾਣਕਾਰੀ ਦਿੱਤੀਆਂ, ਸਰੋਤਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਸਮਾਂ ਅੱਜ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੈ। ਮਿਲਾਂਗੇ ਅਗਲੇ ਬੁਲੇਟਿਨ 'ਚ। ਉਦੋਂ ਤੱਕ ਲਈ ਬਹੁਤ ਪਿਆਰ ਸਤਿਕਾਰ ਸਰ ਨਿੱਘੀ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਤੇ ਸਰੋਤਿਓ ਇੱਥੇ ਜਿਹੜਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਤੇ ਜਾਣ ਤੋਂ ਪਹਿਲਾਂ ਤੁਹਾਨੂੰ ਜਿਹੜਾ ਜ਼ਰੂਰ ਦੱਸ ਜਾਈਏ ਵੀ ਜਿਹੜਾ ਪਰਸੋਂ ਨੂੰ ਗੁਰਦੁਆਰਾ ਸਾਹਿਬ ਟਾਇਰਾ ਬਿਊਨਾ ਯੂਬਾ ਸਿਟੀ ਵਿਖੇ ਬਹੁਤ ਹੀ ਵਿਸ਼ਾਲ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਜਿਹੜਾ ਆ ਉਹ ਸਜਾਇਆ ਜਾਣਾ ਆ। ਸੋ ਆਪ ਸਭ ਨੂੰ ਸੱਦਾ ਆ ਵੀ ਜ਼ਰੂਰ ਉੱਥੇ ਪਹੁੰਚੋ। ਪੰਜਾਬੀ ਰੇਡੀਓ USA ਦੀ ਟੀਮ ਅੱਜ ਜਿਹੜੀ ਆ ਦੁਪਹਿਰ ਤੱਕ ਉੱਥੇ ਜਿਹੜੀ ਉਹ ਪਹੁੰਚੇਗੀ। ਕੱਲ੍ਹ ਦਾ ਸਾਰਾ ਦਿਨ, ਪਰਸੋਂ ਦਾ ਦਿਨ, ਅੱਜ ਦਾ ਜਿਹੜਾ ਜੀ ਦੁਪਹਿਰੋਂ ਬਾਅਦ ਜਿਹੜੇ ਜੀ ਉੱਥੇ ਮੌਜੂਦ ਹੋਣਗੇ। ਗੱਲਾਂ ਬਾਤਾਂ ਕਰਾਂਗੇ, ਫੀਡਬੈਕ ਤੁਸੀਂ ਦਿਓ, ਕੀ ਚੰਗਾ ਲੱਗਦਾ ਹੈ, ਕਿਹਦੇ ਵਿੱਚ ਸੁਧਾਰ ਦੀ ਜ਼ਰੂਰਤ ਹੈ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਉੱਥੇ ਜਿਹੜੇ ਜੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ। ਬਾਕੀ ਇੰਟਰਨੈਟ ਰੇਡੀਓ ਸੈੱਟ ਜਿਹੜੇ ਆ ਉੱਥੇ ਮੌਜੂਦ ਹੋਣਗੇ। ਜਿਹੜੇ ਵੀ ਕੋਈ ਹੋਰ ਸੂਬਿਆਂ ਦੇ ਵਿੱਚ ਰਹਿੰਦੇ ਨੇ ਜਾਂ ਉਹਨਾਂ ਇਲਾਕਿਆਂ ਦੇ ਵਿੱਚ ਰਹਿੰਦੇ ਨੇ ਜਿੱਥੇ ਪੰਜਾਬੀ
ਪੰਜਾਬੀ ਰੇਡੀਓ USA ਦੀ ਟਰਾਂਸਮਿਸ਼ਨ ਡਾਇਰੈਕਟ ਤਰੰਗਾਂ ਦੇ ਰਾਹੀਂ ਨਹੀਂ ਪਹੁੰਚਦੀ, ਉੱਥੇ ਤੁਸੀਂ ਇੰਟਰਨੈਟ ਵਾਇਰਲੈਸ ਇੰਟਰਨੈਟ ਦੇ ਨਾਲ ਚੱਲਣ ਵਾਲੇ ਰੇਡੀਓ ਸੈੱਟ ਜਿਹੜੇ ਉਹ ਤੁਸੀਂ ਲੈ ਸਕਦੇ ਹੋ। ਅਤੇ ਬਹੁਤ ਹੀ ਜਿਹੜੇ ਆ ਜੀ ਇਸ ਟਾਈਮ ਸੇਲ ਪ੍ਰਾਈਸ ਦੇ ਉੱਤੇ ਜਿਹੜੇ ਲੱਗੇ ਆ 20% ਆਫ ਦੀ ਜਿਹੜੀ ਸੇਲ ਇਸ ਟਾਈਮ ਉਹਨਾਂ ਦੇ ਉੱਤੇ ਜਿਹੜੀ ਆ ਉਹ ਚੱਲ ਰਹੀ ਆ, ਤੁਸੀਂ ਉਦੋਂ ਉੱਥੇ ਖਰੀਦ ਸਕਦੇ ਹੋ। ਅਤੇ ਮੌਸਮ ਦੀ ਜੇ ਮੈਂ ਤੁਹਾਨੂੰ ਉੱਥੋਂ ਦੇ ਯੂਬਾ ਸਿਟੀ ਦੀ ਥੋੜ੍ਹੀ ਜਾਣਕਾਰੀ ਦਿੰਦਾ ਜਾਵਾਂ, ਅੱਜ ਕਹਿੰਦੇ ਆ ਸ਼ਾਮ ਨੂੰ ਜਿਹੜਾ ਮੀਂਹ ਪੈਣ ਦੇ ਅਸਾਰ ਆ, ਅਤੇ ਕੱਲ੍ਹ ਸਵੇਰੇ ਜਿਹੜੇ ਮੀਂਹ ਪੈਣ ਦੇ ਅਸਾਰ ਆ। ਬਾਕੀ ਦਿਨ ਜਿਹੜਾ ਉਹ ਕਲੀਅਰ ਰਹੂਗਾ। ਐਤਵਾਰ ਨੂੰ ਮੀਂਹ ਦੇ ਜਿਹੜੇ ਕੋਈ ਚਾਂਸ ਨਹੀਂ ਆ। ਸੋ ਜਿਸ ਦਿਨ ਨਗਰ ਕੀਰਤਨ ਸਜਾਇਆ ਜਾਣਾ ਆ ਉਸ ਦਿਨ ਉੱਥੇ ਜਿਹੜੀ ਆ ਮੀਂਹ ਨਹੀਂ ਪੈਣਾ। ਸੋ ਬਹੁਤ ਵਧੀਆ ਗੱਲ ਆ। ਸਿਰਫ 10% ਚਾਂਸ ਆ, ਯਾਨੀ ਕਿ ਨਾ ਅਰਗੇ ਜਾਂ ਨਾ ਮਾਤਰ ਹੀ ਆ। ਕੱਲ੍ਹ ਨੂੰ ਸਵੇਰ ਨੂੰ ਜਿਹੜਾ ਮੀਂਹ ਜ਼ਰੂਰ ਉਹਨਾਂ ਨੇ ਦੱਸਿਆ ਹੈ, ਅਤੇ ਅੱਜ ਜਿਹੜਾ ਆ ਸ਼ਾਮ ਨੂੰ ਰਾਤ ਨੂੰ ਜਿਹੜਾ ਉਹ ਮੀਂਹ ਦੱਸਿਆ ਆ। ਸੋ ਜਿਨ੍ਹਾਂ ਨੇ ਅੱਜ ਕੱਲ੍ਹ ਦੇ ਵਿੱਚ ਜਿਹੜਾ ਆਉਣਾ, ਥੋੜ੍ਹਾ ਜਿਹੜਾ ਮੀਂਹ ਵਾਲਾ ਪ੍ਰਬੰਧ ਜਿਹੜਾ ਉਹ ਕਰਕੇ ਹੀ ਆਉਣ, ਆਪਣੀਆਂ ਛਤਰੀਆਂ ਲੈ ਕੇ ਆਉਣ। ਅਤੇ ਬਾਕੀ ਜਿਸ ਦਿਨ ਨਗਰ ਕੀਰਤਨ ਹੈਗਾ ਉਸ ਦਿਨ ਮੀਂਹ ਦੇ ਅਸਾਰ ਹੁਣ ਬਿਲਕੁਲ ਘੱਟ ਨੇ, ਨਾ ਮਾਤਰ ਹੀ ਜਿਹੜੇ ਆ ਉਹ ਕਹਿ ਰਹੇ ਨੇ, ਅਤੇ ਕਹਿੰਦੇ ਮੋਸਟਲੀ ਸਗੋਂ ਧੁੱਪ ਖਿੜੀ ਰਹੂਗੀ। ਸੋ ਵਧੀਆ ਜਿਹੜਾ ਮੌਸਮ ਐਤਵਾਰ ਦਾ ਜਿਹੜਾ ਉਹ ਹੋ ਜਾਣਾ ਹੈ। ਸੋ ਸਾਰੇ ਜਾਣੇ ਹੁਮ ਕੇ ਪਹੁੰਚੋ, ਪਰਿਵਾਰਾਂ ਸਮੇਤ ਪਹੁੰਚੋ। 38ਵਾਂ ਮਹਾਨ ਨਗਰ ਕੀਰਤਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਜਿਹੜਾ ਉੱਥੇ ਸਜਾਇਆ ਜਾਣਾ ਆ। ਸੋ ਆਪ ਜੀ ਨੂੰ ਜਿਹੜਾ ਜੀ ਖੁੱਲ੍ਹਾ ਸੱਦਾ ਆ। ਅਤੇ ਨਾਲ ਹੀ ਹੁਣ ਆਪਾਂ ਕੁਛ ਚਿਰ ਦੇ ਵਿੱਚ ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਬਹੁਤ ਹੀ ਮਹਾਨ ਜਿਹੜਾ ਥਾਂ ਆ ਉਸ ਤੋਂ ਜਿਹੜਾ ਸਿੱਧਾ ਪ੍ਰਸਾਰਣ ਤੁਹਾਡੇ ਲਈ ਆਪਾਂ ਪੇਸ਼ ਕਰਨਾ ਆ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਪੁਰਬ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜਿਹੜੇ ਉੱਥੇ ਸਮਾਗਮ ਵਿਸ਼ੇਸ਼ ਤੌਰ ਦੇ ਉੱਤੇ ਕੀਤੇ ਜਾਂਦੇ ਨੇ। ਗੁਰਦੁਆਰਾ ਸਾਹਿਬ ਜਨਮ ਸਥਾਨ ਨਨਕਾਣਾ ਸਾਹਿਬ ਪਾਕਿਸਤਾਨ, ਉੱਥੇ ਜਿਹੜੇ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਮਸੂਦ ਮੱਲੀ ਜੀ ਪਹੁੰਚੇ ਹੋਏ ਨੇ। ਉਹ ਉੱਥੋਂ ਜਿਹੜਾ ਜੀ ਤੁਹਾਨੂੰ ਪ੍ਰਸਾਰਣ ਤੁਹਾਡੇ ਲਈ ਜਿਹੜਾ ਉਹ ਆਪਾਂ ਪੇਸ਼ ਕਰਾਂਗੇ। ਜੋ ਵੀ ਉੱਥੇ ਕਥਾ ਵਿਚਾਰ ਹੋ ਰਹੇ ਨੇ, ਜੋ ਵੀ ਉੱਥੇ ਜਿਹੜੇ ਕੀਰਤਨ ਦੇ ਸਮਾਗਮ ਚੱਲ ਰਹੇ ਨੇ, ਉਹ ਜਿਹੜੇ ਉੱਥੋਂ ਆਪਾਂ ਲਗਾਤਾਰ ਹਰ ਸਾਲ ਦੀ ਤਰ੍ਹਾਂ ਜਿਹੜਾ ਜੋ ਆਪਾਂ ਤੁਹਾਡੇ ਲਈ ਪੇਸ਼ ਜਿਹੜਾ ਜੀ ਕਰਾਂਗੇ। ਅਤੇ ਹੁਣ ਤੋਂ ਕੁਛ ਚਿਰ ਬਾਅਦ ਜਿਹੜਾ ਆਪਾਂ ਉੱਥੇ ਜੁੜ ਜਾਵਾਂਗੇ। ਸੋ ਜਿਹੜੇ ਅਗਲੇ ਪ੍ਰੋਗਰਾਮਾਂ ਦੇ ਵਿੱਚ ਉਹਦੇ ਕਰਕੇ ਜਿਹੜੀਆਂ ਤਬਦੀਲੀਆਂ ਹੋਣਗੀਆਂ, ਉਹ ਜਿਹੜੇ ਕੁਛ ਪ੍ਰੋਗਰਾਮ ਜਿਹੜੇ ਨਹੀਂ ਵੀ ਆਉਣਗੇ, ਕਿਉਂਕਿ ਉੱਥੋਂ ਦੇ ਜਿਹੜੇ ਵਿਸ਼ੇਸ਼ ਸਮਾਗਮ ਜਿਹੜੇ ਉਹ ਆਪਾਂ ਤੁਹਾਡੇ ਲਈ ਪੇਸ਼ ਕਰਾਂਗੇ। ਅਤੇ ਹੁਣ ਆਪਣੇ ਅੱਜ ਦੇ ਇਸ ਪ੍ਰੋਗਰਾਮ ਨੂੰ ਜਿਹੜਾ ਜੀ ਇੱਥੇ ਸਮਾਪਤ ਕਰਦੇ ਹਾਂ। ਮਿਲਾਂਗੇ ਅਗਲੀ ਵਾਰ ਨੂੰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜੀ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ